मिस्टर सिद्धू खुद ईमानदार हो सकते हैं, पर उन्होंने तो विश्वास किवें कीता जावे? जिहदा विरोध हुंदा है वही इंपॉर्टेंट हुंदा है। अंब दे पेड़ दे ही रोड़ा वजेगा, निम दे पेड़ दे कोई रोड़ा नहीं मारदा। नवजोत सिद्धू का विरोध हो रहा है, तुसीं ये खुद एडमिट करते हो। मेरा उसे विरोधता च विकास है। देखो, 2 ते चीफ मिनिस्टर निबड़ गए, एक जीजा साला निबड़ गए। ਤੁਹਾਡੇ ਪੁਆਇੰਟਸ ਐਡਰੈਸ ਹੋਣਗੇ ਉਸ ਮੈਨੀਫੈਸਟੋ मैं ਵਿੱਚ। क्या ਤੁਹਾਡੇ ਸਾਹਮਣੇ ਆਊ ਜੇ ਮੈਨੀਫੈਸਟੋ ਹੋਏਗਾ ਤਾਂ ਸਿੱਧੂ ਹੋਏਗਾ। ਸਿੱਧੂ ਸਾਹਿਬ ਦੀ ਲੜਾਈ ਕਦੋਂ ਮੁੱਕਣੀ? ਮੇਰੀ ਲੜਾਈ ਹੈ ਹੀ ਨਹੀਂ ਕੋਈ, ਮੇਰੀ ਲੜਾਈ ਆਪਣੇ ਨਾਲ ਹੀ ਹੈ, ਮੇਰਾ ਕੰਪੀਟੀਸ਼ਨ ਵੀ ਆਪਣੇ ਨਾਲ ਹੀ ਹੈ। ਮੈਂ ਸੀਐਮ ਫੇਸ ਵਾਲਾ ਸਵਾਲ ਨਹੀਂ ਕਰ ਰਿਹਾ ਤੁਹਾਨੂੰ, ਸਾਰਿਆਂ ਨੇ ਤੁਹਾਨੂੰ ਸਵਾਲ ਕਰ ਲਿਆ। ਨਵਜੋਤ ਸਿੰਘ ਸਿੱਧੂ ਸੀਐਮ बनना ਚਾਹੁੰਦੇ ਆ। ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲਈ ਨਿਰਣੇ ਲੈਣਾ ਚਾਹੁੰਦੇ। अरविंद केजरीवाल ਨਾਲ ਕਦੇ ਗੱਲ ਚੱਲੀ ਸੀ? कहना सिद्धू साहब आप 10 दिन के लिए कैंपेन कर देना, हम आपकी घरवाली को एमएलए लड़ा देंगे और मंत्री बना देंगे। ਇਹ 2 ਪੁਆਇੰਟ ਹੈ, ਤੁਹਾਡੀ ਪ੍ਰਾਪਰਟੀ ਘਟੀ ਜਾਂ ਵਧੀ ਤੇ ਤੁਹਾਡੀ ਕਮਾਈ ਦਾ ਸਾਧਨ। बैंक के अकाउंट 'ਚ ਮੇਰੇ 2.5 ਲੱਖ ਰੁਪਈਆ, ਲੇਕਿਨ ਮੈਂ 2.5 ਕਰੋੜ ਪੰਜਾਬੀਆਂ ਨੂੰ ਖੁਸ਼ੀ ਦੇਣ ਦਾ ਸੁਪਨਾ ਦੇਖਦਾ। ਪਾਕਿਸਤਾਨ ਦੇ ਉੱਤੇ ਇੱਕ ਇਹੋ ਜਿਹੀ ਪੋਲਿਟਿਕਸ ਇੱਥੇ ਕੀਤੀ ਜਾ ਰਹੀ ਹੈ ਜਿੰਦੇ ਕਰਕੇ ਨਵਜੋਤ ਸਿੱਧੂ ਹੈ ਉਹ ਫਰੰਟ ਫੁੱਟ ਤੇ ਨਹੀਂ ਆ ਰਹੇ। ਸਿੱਧੂ ਸਾਹਿਬ, ਹੁਣ ਤੁਹਾਡੇ ਤੇ ਕੋਈ ਪ੍ਰੈਸ਼ਰ ਹੈ ਕਿ ਤੁਸੀਂ ਉਸ ਦੀ ਗੱਲ ਘੱਟ ਕਰਨ ਲੱਗੇ ਹੋ? 60 ਸਾਲ ਤਰੱਕੀ ਕਰ ਸਕਦਾ ਪੰਜਾਬ ਤੇ ਬਾਰਡਰ ਖੋਲ੍ਹਣ ਤੇ ਕਰ ਸਕਦਾ। ਜ਼ਿਆਦਾ ਹੀ ਸਿੱਧੇ ਨਹੀਂ ਤੁਸੀਂ ਜੀ, ਮੈਂ ਕਹਿੰਦਾ ਸਿੱਧਾ ਹੀ ਆ। ਤੁਸੀਂ ਆਪ ਹੀ ਕਹਿੰਦੇ ਹੁੰਦੇ ਹੋ ਕਿ ਜਿਹੜਾ ਜ਼ਿਆਦਾ ਸਿੱਧਾ ਹੁੰਦਾ ਜਲਦੀ ਵੱਢਿਆ ਜਾਂਦਾ। ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਅੱਜ ਬਹੁਤ ਹੀ ਖਾਸ ਸ਼ਖਸੀਅਤ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਬਾਰੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਦੇਣ ਦੀ ਜ਼ਰੂਰਤ ਨਹੀਂ ਹੈਗੀ। 217 ਨੇ ਉਹ ਅਕਸਰ ਮੇਰਾ ਖਿਆਲ ਬੋਲਦੇ ਰਹੇ ਹੈ, ਕਹਿੰਦੇ ਸਮੁੰਦਰ शांत हो तो किश्ती कोई भी निकाल सकता है, लेकिन मज़ा तब आता है जब तूफान से किश्ती निकाली जाए। नवजोत ਸਿੰਘ ਸਿੱਧੂ ਸਾਡੇ ਨਾਲ ਹੈ। ਸਿੱਧੂ ਸਾਹਿਬ, ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਮੈਂ ਤੁਹਾਡਾ ਮੁਰੀਦ ਵੀ ਹਾਂ, ਤੁਹਾਡਾ ਫੈਨ ਵੀ ਹਾਂ। ਤੁਸੀਂ ਸੱਚ ਦੇ ਪਹਿਰੇਦਾਰ ਹੋ, ਇਸ ਕਰਕੇ ਕਦੇ ਕਦੇ ਮੈਂ ਤੁਹਾਡਾ ਸ਼ੋਅ ਵੀ ਜ਼ਰੂਰ ਦੇਖਦਾ। ਸ਼ੁਕਰੀਆ ਜੀ। ਇਹ ਮੈਂ ਬਹੁਤ ਘੱਟ ਲੋਕਾਂ ਨੂੰ ਕਹਿਣਾ। ਬਹੁਤ ਧੰਨਵਾਦ ਜੀ ਤੁਹਾਡਾ। ਸਿੱਧੂ ਸਾਹਿਬ, ਤੁਹਾਡੀਆਂ ਬਹੁਤ ਵਿਧਾਵਾਂ ਨੇ। ਕਈ ਵਾਰੀ ਅਸੀਂ ਸੋਚਦੇ ਵੀ ਸ਼ੁਰੂ ਕਿੱਥੋਂ ਕੀਤਾ ਜਾਵੇ ਤੁਹਾਨੂੰ। ਤੁਸੀਂ ਆਪਦੇ ਆਪ ਨੂੰ ਕਿੱਥੇ ਮਹਿਸੂਸ ਕਰਦੇ ਹੋ? ਮੈਂ ਇੱਕ ਸਟੂਡੈਂਟ ਮਹਿਸੂਸ ਕਰਦਾ। ਮੈਂ ਹਮੇਸ਼ਾ ਇਹ ਮਹਿਸੂਸ ਕਰਦਾ ਕਿ ਜਦੋਂ ਇਨਸਾਨ ਆਪਣੇ ਆਪ ਨੂੰ ਪਰਫੈਕਟ ਕਹਿਣ ਲੱਗ ਜੇ, ਉਸੇ ਦਿਨ ਉਹਦਾ ਪਤਨ ਹੋ ਜਾਂਦਾ। ਦ ਬਿਗੇਸਟ ਰੂਮ ਇਨ ਦਿਸ ਵਰਲਡ ਇਜ਼ ਦ ਰੂਮ ਫॉर ਇੰਪਰੂਵਮੈਂਟ। ਗੰਗਾ ਦਾ ਪਾਣੀ ਵੀ ਅਗਰ ਕਲ ਕਰਦਾ ਗੰਗਾ ਤੋਂ ਅੱਡ ਹੋ ਕੇ ਕਿਸੇ ਟੋਏ 'ਚ ਪੈ ਜੇ ਤੇ 15 ਦਿਨਾਂ 'ਚ ਉਹਦੇ ਕਾਈ ਜੰਮ ਜਾਂਦੀ ਹੈ ਔਰ ਉਹ ਆਪਣੀ ਪਵਿੱਤਰਤਾ ਨੂੰ ਖੋ ਦਿੰਦਾ। ਇਸ ਕਰਕੇ ਹਰ ਪਲ ਰਵਾਨਗੀ ਚਾਹੀਦੀ ਹੈ, ਹਰ ਪਲ ਸਿੱਖਣ ਦੀ ਲਲਕ ਚਾਹੀਦੀ ਹੈ, ਹਰ ਪਲ ਕੋਈ ਨਾ ਕੋਈ ਗਿਆਨ ਅਰਜਿਤ ਕਰਨਾ ਇਹ ਇਨਸਾਨ ਦੀ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ ਹੈ। ਔਰ ਉਹਨੂੰ ਇਹ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਉਹ ਥੋੜਾ ਵੀ ਸੰਪੰਨਤਾ ਵੱਲ ਵੱਧ ਸਕਦਾ। ਤੁਸੀਂ ਹਰ ਵਾਰੀ ਬਾਉਂਸ ਬੈਕ ਕੀਤਾ। ਮੈਂ ਤੁਹਾਡੇ ਕ੍ਰਿਕਟ ਕੈਰੀਅਰ ਤੋਂ ਸ਼ੁਰੂ ਕਰਨਾ। ਜਦੋਂ ਨਵਜੋਤ ਸਿੰਘ ਸਿੱਧੂ ਨੂੰ ਸ਼ਾਹੀ ਕਿਹਾ ਜਾਂਦਾ ਸੀ, ਬੋਲਿਆ ਨਹੀਂ ਜਾਂਦਾ ਸੀਗਾ, ਉਦੋਂ ਬਾਅਦ ਸ਼ਹਿਰੀ ਸਿੰਘ ਤੋਂ ਜੌਂਟੀ ਸਿੰਘ ਬਣਨ ਦਾ ਸਫ਼ਰ ਤੈਅ ਹੁੰਦਾ। ਸਲਾਈਡਸ ਲਗਾਈਆਂ ਜਾਂਦੀਆਂ, ਫਿਰ ਸਿੱਧੂ ਸਾਹਿਬ ਗੁੱਸੇ ਵਿੱਚ ਵੀ ਨਜ਼ਰ ਆਉਂਦੇ ਆ ਬੱਲਾ ਚੱਕ ਕੇ ਜਦੋਂ ਸ਼ੋਇਬ ਅਖਤਰ। ਬਿਲਕੁਲ। ਇਹ ਬਾਉਂਸ ਬੈਕ ਤੁਸੀਂ ਹਮੇਸ਼ਾ ਕਰਦੇ ਰਹੇ ਹੋ ਤੇ ਹੁਣ ਪੋਲਿਟਿਕਸ ਦੇ ਵਿੱਚ ਬਾਉਂਸ ਬੈਕ ਹੋ ਰਿਹਾ? ਕੋਈ ਬਾਉਂਸ ਬੈਕ ਵਾਲੀ ਗੱਲ ਹੀ ਨਹੀਂ। ਹੁਣ ਤਾਂ ਸਭ ਤੋਂ ਉੱਪਰਲੀ ਪੋਜੀਸ਼ਨ ਤੇ ਆ ਭਾਈ। ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨਾ ਕਿੰਨੇ ਕੁ ਲੋਕ ਬਣੇ? ਗਿਣੇ ਚੁਣੇ। ਉੱਤਰਦਾਇਤਵ ਯੋਗਤਾ ਔਰ ਤਾਕਤ ਦੇ ਨਾਲ ਚੱਲਦਾ। ਯੋਗਤਾ ਸੀ ਔਰ ਤਾਕਤ ਹਾਈ ਕਮਾਂਡ ਨੇ ਦਿੱਤੀ, ਲੇਕਿਨ ਕਿਸੇ ਵੀ ਪਦ ਨਾਲ ਕਦੇ ਵੀ ਪੰਜਾਬ ਪੱਖੀ ਸਮਝੌਤਾ ਨਹੀਂ ਕੀਤਾ। ਜਿੱਥੇ ਪੰਜਾਬ ਦਾ ਭਲਾ ਸੀ ਉੱਥੇ ਲੱਤ ਲਾਈ, ਅੜੇ ਲੜੇ ਔਰ ਖੜੇ। ਇਹੀ ਮੇਰਾ ਅਸੂਲ ਹੈ। ਜੇ ਇਨਸਾਨ ਸਮਝੌਤੇ ਕਰਨ ਲੱਗ ਜੇ, ਆਪਣਾ ਕਿਰਦਾਰ ਖੋ ਦੇ, ਹਰ ਦੂਸਰੇ ਦਿਨ ਆਪਣੀ ਜ਼ਬਾਨ ਬਦਲੇ, ਫਿਰ ਉਹਦੇ 'ਤੇ ਭਰੋਸਾ ਨਹੀਂ ਰਹਿੰਦਾ। ਔਰ ਇਹ ਜਿਹੜੀ ਇਲੈਕਸ਼ਨ ਹੈ ਨਾ, ਇਹ ਛੋਟੇ ਭਾਈ ਹੈ ਹੀ ਭਰੋਸੇ ਦੀ। ਇਹ ਜਦ ਤੱਕ ਪੰਜਾਬ ਦੇ ਲੋਕਾਂ ਨੂੰ ਅਸੀਮ ਭਰੋਸਾ ਨਹੀਂ ਹੋਏਗਾ, ਕਿਉਂਕਿ ਭਰੋਸੇਯੋਗਤਾ ਟੁੱਟ ਚੁੱਕੀ ਹੈ। ਲੋਕ ਠੱਗੇ ਮਹਿਸੂਸ ਕਰਦੇ ਹੈ। ਲੋਕਾਂ ਨੂੰ ਇਹ ਯਕੀਨ ਹੋ ਚੁੱਕਿਆ ਹੈ ਕਿ ਸਾਡੇ ਨਾਲ ਝੂਠੇ ਵਾਅਦੇ ਕੀਤੇ ਜਾਂਦੇ ਆ, ਝੂਠ ਵੇਚੇ ਜਾਂਦੇ ਆ, ਸੁਪਨੇ ਵੇਚੇ ਜਾਂਦੇ ਆ, ਉਹਨਾਂ 'ਚੋਂ ਇੱਕ ਪੂਰਾ ਨਹੀਂ ਹੁੰਦਾ। ਇਸ ਕਰਕੇ ਇਸ ਭਰੋਸੇ ਨੂੰ ਵਾਪਸ ਲਿਆਉਣਾ, ਇਸ ਵਿਸ਼ਵਾਸ ਨੂੰ ਵਾਪਸ ਲਿਆਉਣਾ, ਜਿਹੜਾ ਇਸ ਵਿਸ਼ਵਾਸ ਨੂੰ ਕਿਰਦਾਰ ਰਾਹੀਂ, ਮੋਰਲ ਅਥਾਰਟੀ ਨੈਤਿਕਤਾ ਰਾਹੀਂ, ईमानदारी राही, क्रैडिबिलिटी राही लै आऊगा,
ਔਰ ਆਪਣੇ ਏਜੰਡੇ ਦੇ ਉੱਤੇ ਭਰੋਸਾ ਜਗਾ ਸਕੂਗਾ, ਅਲਖ ਜਗਾ ਸਕੂਗਾ, ਉਹੀ ਪੰਜਾਬ ਦੇ ਵਿੱਚ ਸਰਕਾਰ ਬਣਾ। ਤੁਹਾਡੇ ਤੇ ਲੋਕ ਕਿਵੇਂ ਟਰਸਟ ਕਰਨ? ਕਿਉਂਕਿ ਮੈਂ ਕਿਸੇ ਵਿਰੋਧੀ ਧਿਰ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾਗਾ। ਸਵਾਲ ਇਹ ਹੈ ਕਿਉਂਕਿ ਤੁਸੀਂ ਜਿੰਦੇ ਬਾਰੇ ਵੀ ਜੋ ਸਤਰਾਂ ਬੋਲੀਆਂ ਉਹਨੂੰ ਰਿਪੀਟ ਕੀਤਾ ਬਾਕੀ ਲੀਡਰਾਂ ਬਾਰੇ ਵੀ। ਕੁਝ ਲੋਕਾਂ ਦੇ ਵਿੱਚ ਪ੍ਰਚਾਰ ਇਹੋ ਜਿਹਾ ਤੁਹਾਡੇ ਬਾਰੇ ਕਿ ਅਸੀਂ ਮਿਸਟਰ ਸਿੱਧੂ ਤੇ ਵਿਸ਼ਵਾਸ ਕਿਵੇਂ ਕਰੀਏ। ਮਿਸਟਰ ਸਿੱਧੂ ਖੁਦ ਇਮਾਨਦਾਰ ਹੋ ਸਕਦੇ ਆ, ਪਰ ਉਹਨਾਂ ਤੇ ਵਿਸ਼ਵਾਸ ਕਿਵੇਂ ਕੀਤਾ ਜਾਵੇ ਜਿਹੜੇ ਵੱਡੇ ਵੱਡੇ ਵਾਅਦੇ ਤੁਸੀਂ ਕਰ ਰਹੇ ਹੋ? ਜਿਹਦਾ ਵਿਰੋਧ ਹੁੰਦਾ ਹੈ ਉਹੀ ਇੰਪੋਰਟੈਂਟ ਹੁੰਦਾ ਹੈ। ਅੰਬ ਦੇ ਪੇੜ ਦੇ ਹੀ ਰੋੜਾ ਵੱਜੇਗਾ, ਨਿੰਮ ਦੇ ਪੇੜ ਦੇ ਕੋਈ ਰੋੜਾ ਨਹੀਂ ਮਾਰਦਾ, ਮਰੇ ਕੁੱਤੇ ਨੂੰ ਕੋਈ ਲੱਤ ਨਹੀਂ ਮਾਰਦਾ। ਮੇਰਾ ਜਿਹੜਾ ਵਿਰੋਧ ਹੁੰਦਾ ਹੈ ਉਹਦੇ ਪਿੱਛੇ ਡਰ ਹੈ ਬਈ ਇਹ ਬੰਦਾ ਬਦਲੂ, ਇਹ ਸਿਸਟਮ ਬਦਲੂ, ਇਹ ਬਦਲ ਸਕਦਾ ਹੈ। ਔਰ ਜਿਹੜੀ ਖੱਟੀ ਅਸੀਂ 25-30 ਸਾਲ ਦੀ ਪੰਜਾਬ ਨੂੰ ਮਾਰ ਕੇ ਖਾ ਰਹੇ ਹਾਂ, ਇਹ ਉਹਨੂੰ ਬੰਦ ਕਰੂ, ਇਹ ਸਾਡੀਆਂ ਦੁਕਾਨਦਾਰੀਆਂ ਬੰਦ ਕਰੂ। ਇਹ ਜਦੋਂ ਮੰਤਰੀ ਵੀ ਸੀ ਇਹ ਕਹਿੰਦਾ ਸੀਗਾ ਭਾਈ ਡਿਜੀਟਲ ਪੰਜਾਬ, ਇਹ ਕਹਿੰਦਾ ਸੀਗਾ ਜਿਹੜੇ ਤੁਸੀਂ ਇਹ ਬੋਰਡ 70 ਰੁਪਈਏ ਦੇ ਵਿੱਚ ਵੇਚੇ ਹੈ, 50-50 ਲੱਖ ਰੁਪਈਆ ਲੈਂਦੇ ਹੋ, ਇਹ 100 ਕਰੋੜ ਦੇ ਵਿਕਣੇ ਚਾਹੀਦੇ ਆ। ਸੋ ਸਵਾਲ ਇਹ ਹੈ ਕਿ ਜਦੋਂ ਕੋਈ ਬੰਦਾ ਬਦਲਾਵ ਦਾ ਸੱਚਾ ਐਂਗਲ ਲੈ ਕੇ ਆਉਂਦਾ ਹੈ, ਉਹਦਾ ਵਿਰੋਧ ਲਾਜ਼ਮੀ ਹੈ, ਔਰ ਉਹ ਵਿਰੋਧ ਦੇ ਵਿੱਚ ਹੀ ਉਹਦਾ ਵਿਕਾਸ ਹੈ। ਜ਼ਿੰਦਗੀ ਦੇ ਵਿੱਚ ਅਗਰ ਤੁਹਾਡਾ ਵਿਰੋਧ ਨਹੀਂ ਹੈ ਤੇ ਸਮਝ ਲਓ ਕਿ ਤੁਸੀਂ ਇੱਕ ਵੈਜੀਟੇਬਲ ਹੋ। ਵਿਰੋਧ ਹੁੰਦਾ ਹੀ ਤਕੜਿਆਂ ਦਾ ਸਾਬ। ਨਿਵਾਰ ਸਿੰਘ ਸਿੱਧੂ ਦਾ ਵਿਰੋਧ ਹੋ ਰਿਹਾ, ਤੁਸੀਂ ਇਹ ਖੁਦ ਐਡਮਿਟ ਕਰਦੇ ਪਏ ਹੋ। ਬਿਲਕੁਲ, ਮੈਂ ਔਰ ਮੇਰਾ ਉਸੇ ਵਿਰੋਧਤਾ 'ਚ ਵਿਕਾਸ ਹੈ। ਦੇਖੋ 2 ਤੇ ਚੀਫ ਮਿਨਿਸਟਰ ਨਿਬੜ ਗਏ, ਇੱਕ ਜੀਜਾ ਸਾਲਾ ਨਿਬੜ ਗਏ, ਕਿੰਨੇ ਬੰਦੇ ਇਸ ਵਿਰੋਧ ਦੇ ਵਿੱਚ ਨਿਬੜ ਗਏ। और मैं एक शेर सुनाना हूँ ना कि ना मैं गिरा ना मेरी उम्मीदों का कोई मीनार गिरा, हाँ मुझे गिराने के प्रयास में हर शख्स बार बार गिरा, क्योंकि मैं सच्चा, नीयत साफ है। इस करके जड़ा सिटन की कोई करता आप ही उस टोए 'ਚ डिगदा छटपटाउंदा ते मर जांदा। ਸਿੱਧੂ ਸਾਹਿਬ ਤੁਸੀਂ ਆਪ ਵੀ ਕਹਿੰਦੇ ਹੋ ਮੈਂ ਸੱਚਾ, ਮੈਂ ਇਮਾਨਦਾਰ ਹਾਂ। ਤੁਹਾਡੇ ਆਸ-ਪਾਸ ਜਿਹੜੇ ਲੋਕ ਆ, ਮੇਰਾ ਸਵਾਲ ਪੂਰਾ ਲੈ ਲਓ, ਤੁਹਾਡੇ ਆਸ-ਪਾਸ ਜਿਹੜੇ ਲੋਕ ਉਹ ਵੀ ਇਹੀ ਗੱਲ ਕਹਿੰਦੇ ਆ। ਤੁਹਾਡੀਆਂ 2-3 ਐਗਜ਼ਾਮਪਲ ਸਾਡੇ ਸਾਹਮਣੇ ਵੀ ਪਈਆਂ ਹੋਈਆਂ। ਮਿਸਟਰ ਸਿੱਧੂ ਪਿੱਚ ਤਾਂ ਤੁਹਾਨੂੰ ਉਹੀ ਮਿਲਣੀ ਹੈ, ਬਣੀ ਹੋਈ ਹੈ ਪਿੱਚ, ਕਿ ਪਿੱਚ ਪੱਟ ਕੇ ਨਵੀਂ ਬਣਾਓਗੇ? ਨਾ, ਹਾਂ, ਇੱਕ ਸਿਸਟਮ ਐਸਾ ਸੈੱਟ ਕਰ ਦੂੰਗਾ, ਚੋਰੀ ਕਰ ਹੀ ਨਹੀਂ ਸਕੇਗਾ ਕੋਈ। ਜਦੋਂ ਤੁਸੀਂ ਸਟੇਟ ਦੀ ਕਾਰਪੋਰੇਸ਼ਨ ਬਣਾ ਦਿਓਗੇ ਸ਼ਰਾਬ ਦੀ, ਕਿਹੜਾ ਡਿਸਟਿਲਰੀ ਖੋਲ੍ਹ ਲੂਗਾ, ਕਿਹੜਾ ਹੂਚ ਕਰ ਦੂਗਾ, ਕਿਹੜਾ ਨਕਲੀ ਸ਼ਰਾਬ ਵੇਚ ਲੂਗਾ, ਕਿਹੜਾ ਸਟੇਟ ਦੇ ਖਜ਼ਾਨੇ ਨੂੰ ਲੁੱਟ ਲੂਗਾ, ਕਿਹੜਾ 200 ਰੁਪਏ ਦੀ ਬੋਤਲ ਨੂੰ 2000 ਦੀ ਬੋਲ ਦੂਗਾ। ਜਦੋਂ ਤੁਸੀਂ ਕੰਟਰੋਲ ਕਰ ਲਓਗੇ, ਸਟੇਟ ਦੇ ਖਜ਼ਾਨੇ ਦੇ ਕੰਟਰੋਲ ਹੋ ਜਾਣਗੇ ਸਟੇਟ ਦੇ ਰਿਸੋਰਸਿਸ ਦੇ ਉੱਤੇ, ਚਾਹੇ ਉਹ ਸ਼ਰਾਬ ਹੈ, ਚਾਹੇ ਉਹ ਕੇਬਲ ਹੈ, ਚਾਹੇ ਉਹ ਸੈਂਡ ਹੈ, ਚਾਹੇ ਉਹ ਬੱਸਾਂ ਨੇ, ਸਟੇਟ ਦੇ ਕੰਟਰੋਲ ਦੇ ਨਾਲ ਹੀ ਇਹ ਚੋਰ ਮਰ ਜਾਣੇ ਸਾਰੇ। ਔਰ ਇਸੇ ਦਾ ਡਰ ਹੈ, ਇਸੇ ਦਾ ਡਰ ਸਤਾਉਂਦਾ ਹੈ। ਕਿਉਂਕਿ ਤੁਸੀਂ ਦੇਖੋ ਨਾ, ਬਾਦਲਾਂ ਦੀਆਂ ਬੱਸਾਂ ਦੇ ਉੱਤੇ 2 ਬੱਸਾਂ ਸੀ ਇਹਨਾਂ ਕੋਲ, ਡੱਬ ਵਾਲੀ 'ਚ 6000 ਹੋ ਗਈ, ਸਭ ਮੁਨਾਫੇ 'ਚ। ਲੱਖੀ ਟਾਈਮ ਟੇਬਲ ਬਣਾਉਂਦਾ ਹੈ, 1.5 ਰੁਪਈਆ ਟੈਕਸ ਘੱਟ ਵੋਲਵੋ ਦੀਆਂ ਬੱਸਾਂ ਦੇ ਉੱਤੇ, ਤੇ PTC ਦੀ PRTC ਦੀਆਂ ਖੜਕਦੀਆਂ ਬੱਸਾਂ ਦੇ ਉੱਤੇ 1.5 ਰੁਪਈਆ ਟੈਕਸ ਜ਼ਿਆਦਾ। ਇਹ ਇਨਸਾਫ ਹੈ? ਲਿਊਕਰੇਟਿਵ ਰੂਟਸ ਸਾਰੇ ਕੇਜਰੀਵਾਲ ਨੇ ਬਾਦਲਾਂ ਨੂੰ ਦਿੱਤੇ ਹੋਏ ਨੇ ਜਿਹੜੇ ਏਅਰਪੋਰਟ ਤੱਕ ਜਾਂਦੇ ਆ। ਮਤਲਬ ਤੁਸੀਂ ਸਟੇਟ ਨੂੰ ਮਾਰ ਕੇ ਆਪਣਾ ਬਿਜ਼ਨਸ ਕਰ ਰਹੇ ਹੋ। ਜਿਹੜਾ ਰਾਜਾ ਵਪਾਰੀ ਹੋ ਜੇ ਉਹ ਤਾਂ ਉਹਦੀ ਤਬਾਹੀ ਪੱਕੀ ਹੈ। ਉਹਦੇ ਨਾਲ ਤੁਸੀਂ ਕੇਬਲ ਜੁਝਾਰ ਨੂੰ ਦਿੱਤੀ ਹੈ, ਉਹਨੇ ਮੋਨੋਪੋਲੀ ਬਣਾ ਰੱਖੀ ਹੈ। ਉਹ 400 ਲਵੇ, 500 ਲਵੇ, ਉਹਨੂੰ ਪੁੱਛਣ ਵਾਲਾ ਕੋਈ ਨਹੀਂ। ਤੁਸੀਂ 7 ਲਿਆਓ MSO ਤੇ ਰੇਟ 420 ਤੋਂ ਨਾਲ ਦੀ ਨਾਲ 220 ਆ ਜਾਊਗਾ। ਨਾਲ ਤੁਸੀਂ ਕੈਰੇਜ ਚਾਰਜਸ ਲਾਓ। ਪੰਜਾਬ 'ਚ ਜਿੰਨੀ ਜ਼ਮੀਨ ਦੇ ਵਿੱਚੋਂ ਕੇਬਲ ਕੱਢੀ ਹੈ, ਜਿਹੜੇ ਸਾਡੇ ਪੁਲਾਂ ਦੇ ਉੱਤੇ ਯੂਜ਼ ਕਰਦੇ ਹੋ, ਜਦੋਂ ਸੈਟੇਲਾਈਟ ਯੂਜ਼ ਕਰਦੇ ਹੋ ਸੈਂਟਰ ਦੀ ਸਰਕਾਰ ਨੂੰ ਦਿੰਦੇ ਹੋ ਨਾ, ਤੇ ਭਾਈ ਕੈਰੇਜ ਚਾਰਜ ਦਿਓ ਪੰਜਾਬ ਨੂੰ 5 ਤੋਂ 7000 ਕਰੋੜ ਰੁਪਈਆ। ਤੁਸੀਂ ਕਹਿੰਦੇ ਹੋ 10 ਲੱਖ TV ਹੈ, ਮੈਂ ਕਹਿੰਦਾ 2 ਕਰੋੜ TV ਦੇ ਸੈੱਟ ਹੈ, ਲਾਓ 30 ਰੁਪਈਏ। ਇਹ ਸਭ ਚੀਜ਼ਾਂ ਜਿਹੜੀਆਂ ਨੇ, ਇਹਨਾਂ 'ਚੋਂ ਕਰੀਬ 50,000 ਕਰੋੜ ਰੁਪਈਆ ਕੱਢਿਆ ਜਾ ਸਕਦਾ, ਜਿਹੜਾ ਇਹ ਸਿਸਟਮ ਇਸ ਅਜਗਰ ਦੇ ਮੂੰਹ 'ਚ ਜਾਂਦਾ ਹੈ ਔਰ ਹਜਮ ਹੋ ਜਾਂਦਾ ਹੈ। ਹੁਣ ਉਹ 50-100 ਪਰਿਵਾਰ ਜਿਹੜੇ ਇਸ ਸਿਸਟਮ ਦੇ ਕਮਾਊ ਪੁੱਤ ਨੇ, ਉਹ ਸਿੱਧੂ ਨੂੰ ਕਿੱਦਾਂ ਬਰਦਾਸ਼ਤ ਕਰਨਗੇ? ਉਹ ਬਦਲਾਵ ਨੂੰ ਕਿੱਦਾਂ ਬਰਦਾਸ਼ਤ ਕਰਨਗੇ? ਉਹ ਆਪਣੀਆਂ ਦੁਕਾਨਦਾਰੀਆਂ ਨੂੰ ਬੰਦ ਕਰਨਾ ਕਿੱਦਾਂ ਬਰਦਾਸ਼ਤ ਕਰਨਗੇ ਜਿਹੜੇ L1 ਖਾਂਦੇ ਆ? ਤੁਸੀਂ ਕਹਿ ਰਹੇ ਹੋ ਕਿ ਕਾਰੋਬਾਰ ਬਣਾਇਆ ਹੋਇਆ, ਕਾਰੋਬਾਰ ਹੀ ਹੈ, ਧੰਦਾ ਹੈ, ਸਿਆਸਤ ਧੰਦਾ ਬਣ ਚੁੱਕੀ ਹੈ। ਤੁਹਾਡੇ ਲਈ ਸਿਆਸਤ ਕੀ ਹੈ? ਮੇਰੇ ਲਈ ਸਿਆਸਤ ਇੱਕ ਮਿਸ਼ਨ ਹੈ। ਮੇਰੇ ਲਈ ਸਿਆਸਤ ਲੋਕਾਂ ਦੀ ਜ਼ਿੰਦਗੀ 'ਚ ਫਰਕ ਪਾਉਣਾ ਹੈ। ਮੇਰੇ ਲਈ ਸਿਆਸਤ ਲੋਕਾਂ ਦੀਆਂ ਜ਼ਿੰਦਗੀਆਂ ਤਬਦੀਲ ਕਰਨਾ ਹੈ। ਮੇਰੇ ਲਈ ਦੇਖੋ, ਮੈਂ ਕ੍ਰਿਕਟ ਖੇਡੀ, ਕ੍ਰਿਕਟ ਤੁਸੀਂ ਐਂਟਰਟੇਨ ਕਰ ਸਕਦੇ ਹੋ, ਖੁਸ਼ੀਆਂ ਦੇ ਸਕਦੇ ਹੋ। ਮੈਂ ਟੈਲੀਵਿਜ਼ਨ ਕੀਤਾ, ਤੁਸੀਂ ਐਂਟਰਟੇਨ ਕਰ ਸਕਦੇ ਹੋ, ਖੁਸ਼ੀਆਂ ਦੇ ਸਕਦੇ ਹੋ। ਲੇਕਿਨ ਸਿਆਸਤ ਭਾਵੇਂ ਕੋਈ 5 ਦਾ 500 ਕਰ ਦੇ, 500 ਨੂੰ 0 ਕਰ ਦੇ, ਸਿਆਸਤ ਹੀ ਇੱਕ ਐਸੀ ਚੀਜ਼ ਹੈ
ਕਿ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਸਕਦੇ ਹੋ ਬਿਹਤਰੀ ਦੇ ਲਈ ਔਰ ਲੋਕਾਂ ਨੂੰ ਤਬਦੀਲ ਕਰ ਸਕਦੇ ਹੋ। ਸਿੱਧੂ ਸਾਹਿਬ ਤੁਸੀਂ ਵੀ ਬੜਾ ਜਦੋਂ ਕ੍ਰਿਕਟ ਖੇਡਦੇ ਸੀ, ਮੈਂ ਉਹਦੇ ਨਾਲ ਰਿਲੇਟ ਕਰਕੇ ਮੈਂ ਤਕਰੀਬਨ ਸਵਾਲ ਕਰੂੰਗਾ ਤੁਹਾਨੂੰ। ਤੁਸੀਂ ਮਥਾਇਆ ਮੁਰਲੀਧਰਨ ਨੂੰ ਬੜੇ ਛੱਕੇ ਮਾਰੇ ਆ, ਮੈਨੂੰ ਯਾਦ ਆ ਕੋਟਲਾ ਵਾਲਾ ਮੈਚ, ਸ਼ੇਨ ਵਾਰਨ ਵਾਲਾ ਮੈਚ ਵੀ ਮੈਨੂੰ ਯਾਦ ਹੈ। ਉਹ ਜਿਹੜਾ ਤੁਹਾਡਾ ਉਹ ਸਟਾਈਲ ਹੈ ਕਿ ਅਗੇਂਸਟ ਜਾਣਾ, ਹਵਾਵਾਂ ਦੇ ਅਗੇਂਸਟ, ਉਹ ਹਵਾ ਇਹੋ ਜਿਹੀ ਸੀ ਜਿਹਦੇ ਵਿਰੁੱਧ ਕੋਈ ਖੜਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਉਸ ਦੌਰ ਦੇ ਵਿੱਚ। ਨਵਜੋਤ ਸਿੱਧੂ ਹਮੇਸ਼ਾ ਹਵਾ ਦੇ ਅਗੇਂਸਟ ਕਿਉਂ ਖੜਦੇ ਪਏ? ਇਸ ਕਰਕੇ ਕਿ ਨਵਜੋਤ ਸਿੰਘ ਸਿੱਧੂ ਕਿਰਦਾਰ ਵਾਲਾ ਬੰਦਾ ਹੈ। ਅੱਜ ਕਲਯੁਗ ਦੇ ਵਿੱਚ ਸੱਚੇ ਮਾਰਗ ਕੋਈ ਚੱਲਦਾ ਹੀ ਨਹੀਂ, ਲੇਕਿਨ ਜਿਹੜਾ ਸੱਚੇ ਮਾਰਗ ਚੱਲਦਾ ਉਹਦੀ ਉਸਤਤ ਸਾਰਾ ਜਹਾਨ ਕਰਦਾ ਹੈ। ਬਾਬਾ ਨਾਨਕ ਕਹਿੰਦਾ, ਮੈਂ ਨਹੀਂ ਕਹਿੰਦਾ। ਮੇਰੇ ਸੰਸਕਾਰ ਮੇਰੇ ਮਾਂ-ਪਿਓ ਨੇ ਜੋ ਦਿੱਤੇ, ਮੈਂ ਉਹਨਾਂ ਸੰਸਕਾਰਾਂ ਨੂੰ ਕਦੇ ਛੱਡਿਆ ਨਹੀਂ। ਮੈਂ ਹਰਾਮ ਕਦੇ ਖਾਧਾ ਨਹੀਂ। ਮੈਂ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਮੇਰੇ ਬਾਪ ਨੇ ਮੇਰੇ ਤੋਂ ਇੱਕੋ ਹੀ ਚੀਜ਼ ਮੰਗੀ ਕਿ ਤੂੰ ਤੁਰਿਆ ਜਾਂਦਾ ਹੋਵੇਂ ਤੇ ਮੇਰਾ ਯਾਰ ਦੋਸਤ ਕਹੇਗਾ ਭਗਵੰਤ ਸਿੰਘ ਦਾ ਮੁੰਡਾ ਇਹ ਬੰਦਾ ਇਮਾਨਦਾਰ ਹੈ ਤੇ ਮੈਨੂੰ ਸਭ ਕੁਝ ਮਿਲ ਜਾਏਗਾ। ਇਹ ਇਮਾਨਦਾਰੀ, ਇਹ ਕਿਰਦਾਰ ਹੀ ਭਰੋਸਾ ਜਗਾ ਸਕਦੇ ਹੈ ਸਮਾਜ 'ਚ। ਦੀ ਇਮੇਜ ਆਫ ਦੀ ਅਗਲੀ ਪੋਲੀਟੀਸ਼ੀਅਨ ਹੈਜ਼ ਟੂ ਬੀ ਇਰੇਜ਼ਡ। ਇਹ ਜਿਹੜੀ ਹਰ ਬੰਦਾ ਕਹਿੰਦਾ ਹੈ ਕਿ ਭਾਈ ਅਸੀਂ ਆਪਣੇ ਪੁੱਤਰ ਨੂੰ ਡਾਕਟਰ ਬਣਾਉਣਾ, ਅਸੀਂ ਆਪਣੇ ਪੁੱਤਰ ਨੂੰ ਇੰਜੀਨੀਅਰ ਬਣਾਉਣਾ। ਜੇ ਸਿੱਧੂ ਜਿਉਂਦਾ ਰਿਹਾ ਔਰ ਸਿੱਧੂ ਨੂੰ ਹੋਰ ਤਾਕਤ ਦਿੱਤੀ ਹਾਈ ਕਮਾਂਡ ਨੇ ਜ਼ਿੰਦਗੀਆਂ ਬਦਲਣ ਦੀ, ਤੇ ਅੰਮ੍ਰਿਤਸਰ ਦੇ ਵਿੱਚ ਘੱਟ ਤੋਂ ਘੱਟ ਨਹੀਂ 100-200 ਬੰਦਾ ਕਹੇਗਾ ਅਸੀਂ ਆਪਣੇ ਪੁੱਤਰ ਨੂੰ ਸਿੱਧੂ ਵਰਗਾ ਬਣਾਉਣਾ। ਜਾ, ਮੈਂ ਇਹ ਗਰੰਟੀ ਦੇਤੀ ਤੁਹਾਨੂੰ। ਇਹ ਕਿਉਂ ਕਹਿਣਾ ਮੈਂ? ਇਹ ਕਿਉਂ ਕਹਿਣਾ ਮੈਂ? ਇਹ ਇਸ ਕਰਕੇ ਕਹਿਣਾ ਕਿ ਇਹ ਕਿਰਦਾਰ ਦਾ ਕ੍ਰਾਈਸਿਸ ਹੈ, ਕੈਰੈਕਟਰ ਕ੍ਰਾਈਸਿਸ ਹੈ ਪੰਜਾਬ ਦੇ ਵਿੱਚ। ਲੋਕ ਆਪਣੇ ਸਵਾਰਥ 'ਚ ਇੰਨੇ ਵੱਜੇ ਹੈ ਕਿ ਉਹਨਾਂ ਨੂੰ ਆਪਣੇ ਤੋਂ ਇਲਾਵਾ ਕੁਛ ਨਹੀਂ ਸੁਝਦਾ। ਕਿਰਦਾਰ ਕਹਿੰਦਾ ਮੇਰੇ ਨਾਲੋਂ ਵੱਧ ਸਮਾਜ ਦਾ ਭਲਾ ਹੋਵੇ। ਕਤਾਰ 'ਚ ਆਖਰੀ ਬੰਦਾ ਖੜੋਤਾ ਹੈ, ਜੇ ਮੈਂ ਕੋਈ ਨੀਤੀ ਲਿਆਣਾ ਉਹਦਾ ਭਲਾ ਕਿਵੇਂ ਹੋਏਗਾ? ਇੱਥੇ ਮਿਨਿਸਟਰਾਂ ਦੇ ਮੁੰਡਿਆਂ ਨੂੰ ਚੇਅਰਮੈਨੀਆਂ ਮਿਲਦੀਆਂ, ਇੱਥੇ ਮਿਨਿਸਟਰਾਂ ਨੂੰ ਹੀ ਖਿਤਾਬ ਮਿਲਦੇ ਆ, ਤੇ ਕਿੱਥੇ ਹੈ ਵਰਕਰ? ਕਿੱਥੇ ਹੈ ਕਤਾਰ ਦਾ ਆਖਰੀ ਆਦਮੀ? ਉਹਨੂੰ ਕੀ ਮਿਲਿਆ? ਮੈਂ ਉੱਥੇ ਵੀ ਕਿਹਾ ਸੀ ਲੁਧਿਆਣੇ 4000 ਪੋਸਟ ਹੈ, ਅੱਜ ਵਰਕਰ ਨੂੰ ਦੇ ਦਿਓ ਇਲੈਕਸ਼ਨ 'ਚ। ਜ਼ਿਆਦਾ ਹੀ ਸਿੱਧੇ ਨਹੀਂ ਤੁਸੀਂ? ਮੈਂ ਕਹਿੰਦਾ ਸਿੱਧਾ ਹੀ ਆ। ਸਿੱਧੂ ਤਾਂ ਹੀ ਤਾਂ ਸਿੱਧਾ ਹੈ। ਜੇ ਸਿੱਧਾ ਨਾ ਹੁੰਦਾ, ਦੇਖੋ ਤੁਸੀਂ ਜੰਗਲ ਦੇ ਵਿੱਚ ਜਾ ਕੇ ਦੇਖੋ। ਨਹੀਂ ਪਤਾ, ਤੁਸੀਂ ਆਪ ਹੀ ਕਹਿੰਦੇ ਹੁੰਦੇ ਹੋ ਕਿ ਜਿਹੜਾ ਜ਼ਿਆਦਾ ਸਿੱਧਾ ਹੁੰਦਾ ਜਲਦੀ ਵੱਢਿਆ ਜਾਂਦਾ। ਇਹੀ ਤੁਸੀਂ ਕਹਿਣਾ ਚਾਹੁੰਦੇ ਸੀ ਨਾ। ਮੈਂ ਅਲੱਗ ਤਰੀਕੇ ਨਾਲ ਕਹਿਣਾ। ਮੈਂ ਕਹਿੰਦਾ ਜਿਹੜਾ ਬੰਦਾ ਧਰਮ ਦੇ ਉੱਤੇ ਤੁਰਿਆ ਉਹ ਅਜਰ ਅਮਰ ਹੋਇਆ, ਉਹਨੂੰ ਜ਼ਿੰਦਗੀ 'ਚ ਕੋਈ ਢਾਹ ਨਹੀਂ ਸਕਿਆ। ਕਪਟੀ ਦੁਰਯੋਧਨ ਜਾ ਕੇ ਗੰਧਾਰੀ ਦੇ ਪੈਰਾਂ 'ਚ ਬਹਿੰਦਾ, ਉਹਨੂੰ ਪਤਾ ਸ਼ਿਵ ਭਗਤਣੀ ਹੈ, ਤਪਸਵਣੀ ਹੈ, ਓਜਸਵਣੀ ਹੈ, ਜੋ ਮੂੰਹੋਂ ਕੱਢੂ ਸੱਚ ਹੋਊ। ਉਹ ਕਹਿੰਦਾ ਮਾਂ ਮੈਨੂੰ ਵਿਜੇ ਸ਼੍ਰੀ ਦਾ ਆਸ਼ੀਰਵਾਦ ਦੇ ਦੇ ਤੇ ਉਹ ਕਹਿੰਦੀ ਹੈ ਬੇਟਾ ਯਥਾ ਧਰਮਾ ਤਥਾ ਵਿਜਿਆ। ਜਿੱਥੇ ਧਰਮ ਹੋਊ ਉੱਥੇ ਜਿੱਤ ਹੋਊ। ਤੇ ਧਰਮ ਦੀ ਰਾਹ ਦੇ ਉੱਤੇ ਤੁਰਨਾ, ਇਸ ਤੋਂ ਵੱਡਾ ਕੋਈ ਦੁਨੀਆ ਦੇ ਵਿੱਚ ਕਰਮ ਨਹੀਂ। ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈ ਜੈਕਾਰ। ਧਰਮ ਦਾ ਝੰਡਾ ਮੀਰੀ ਪੀਰੀ ਦੇ ਝੰਡਿਆਂ ਦੇ ਵਿੱਚੋਂ ਦੇਖਿਓ 2.5 ਫੁੱਟ ਉੱਚਾ ਹੈ। ਰਾਜਨੀਤੀ ਦਾ ਝੰਡਾ ਨੀਵਾਂ ਹੈ। ਜਿਹੜਾ ਧਰਮ ਦੀ ਰੱਖਿਆ ਨਾ ਕਰ ਸਕੇ ਰਾਜਨੇਤਾ, ਜਿਹੜੀ ਸਰਕਾਰ ਦਾ ਵਕਾਰ ਗੁਰੂ ਨੂੰ ਇਨਸਾਫ ਨਾ ਦੇ ਸਕੇ, ਔਰ ਐਂਡ ਤੱਕ ਆਮ ਆਦਮੀ ਕਹੇ ਜੇ ਗੁਰੂ ਨੂੰ ਇਨਸਾਫ ਨਹੀਂ ਮਿਲਦਾ ਮੈਨੂੰ ਕਿੱਥੋਂ ਮਿਲੂ। ਮਾਵਾਂ ਦੇ ਜਿਹੜੇ ਸਿਵੇ ਟਰੱਕ ਦੇ ਵਿੱਚ ਪੁੱਤ ਮਰੇ, ਉਹਨਾਂ 'ਚ ਅੱਜ ਤੱਕ ਠੰਡ ਨਹੀਂ ਪਈ। ਉਸ ਸਿਸਟਮ ਦਾ ਬਦਲਿਆ ਜਾਣਾ ਜ਼ਰੂਰੀ ਹੈ ਜਾਂ ਨਹੀਂ? ਇਹੀ ਸਵਾਲ ਹੈ ਲੋਕਾਂ ਦੇ ਮਨ 'ਚ। ਸਿੱਧੂ ਸਾਹਿਬ ਜਦੋਂ ਤੁਸੀਂ ਕ੍ਰਿਕਟ ਖੇਡਦੇ ਸੀਗੇ ਜੀ, ਉਦੋਂ ਵੀ ਇੱਕ ਟੀਮ ਹੁੰਦੀ ਹੈ, ਟੀਮ ਦੇ ਨਾਲ ਖੇਡਣਾ ਪੈਂਦਾ। ਹੁਣ ਜਦੋਂ ਮੰਨ ਲਓ ਤੁਸੀਂ ਚੀਫ ਮਿਨਿਸਟਰ ਬਣਦੇ ਹੋ, ਤੁਸੀਂ ਇਹ ਨਾ ਕਹੀਓ ਹੁਣ ਕਿ ਜੇ ਮੇਰੀ ਤਾਈ ਦੇ ਮੁੱਛਾਂ ਹੁੰਦੀਆਂ ਤਾਂ ਹਾਂ ਜੇ ਤੁਸੀਂ ਚੀਫ ਮਿਨਿਸਟਰ ਬਣਦੇ ਹੋ ਜੀ, ਤੁਹਾਨੂੰ ਟੀਮ ਤਾਂ ਉਹੀ ਮਿਲਣੀ ਹੈ, ਅਫਸਰਸ਼ਾਹੀ ਵੀ ਉਹੀ ਮਿਲਣੀ ਹੈ ਕਿ ਬਦਲ ਦੋਗੇ ਸਾਰਾ ਕੁਝ? ਦੇਖੋ ਮੇਰੀ ਗੱਲ ਨੂੰ ਸੁਣੋ, ਮੈਂ ਤੁਹਾਨੂੰ ਹੁਣੇ ਕਿਹਾ ਕਿ ਭਾਈ ਇੱਕ ਸਿਸਟਮ ਹੈ ਜਿਹਦੇ 'ਚ ਅਫਸਰਾਂ ਨਾਲ ਮਿਨਿਸਟਰੀਆਂ ਗੁਲਾਮ ਬਣਾਈਆਂ ਜਾ ਰਹੀਆਂ। ਇੱਕ ਸਿਸਟਮ ਹੈ ਜਿੱਥੇ MLA MP ਉਹਨਾਂ ਦੀ ਤਾਕਤ ਅਫਸਰਾਂ ਨੂੰ ਦਿੱਤੀ ਜਾ ਰਹੀ ਹੈ, ਜਿੱਥੇ ਕਾਨੂੰਨ ਬਣਾਉਣ ਦਾ ਅਧਿਕਾਰ MLA ਦਾ ਨਹੀਂ ਹੈ, ਔਰ ਅਨਸਟਨ ਐਂਡ ਯੰਗ ਤੇ ਇਹੋ ਜਿਹੀਆਂ ਬਾਹਰਲੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਪੰਜਾਬ ਦਾ ਮਨ, ਪੰਜਾਬ ਦਾ ਦਿਲ ਗਿਰਵੀ ਰੱਖ ਦਿੱਤਾ ਗਿਆ ਹੈ। ਠੇਕੇਦਾਰੀ ਸਿਸਟਮ ਨੂੰ ਪੰਜਾਬ ਦੀ ਇਕੋਨਮੀ ਵੇਚ ਦਿੱਤੀ ਗਈ ਹੈ। ਜਦੋਂ ਤੁਸੀਂ ਇਹਨੂੰ ਰਿਵਰਸਲ 'ਚ ਲਿਆਓਗੇ ਔਰ ਇੱਕ ਇਮਾਨਦਾਰ ਸਿਸਟਮ ਨੂੰ ਸੈਟਅਪ ਕਰੋਗੇ, ਕਮਾਊ ਪੁੱਤ ਮਰ ਜਾਣਗੇ,
ਅਫਸਰਾਂ ਦੀਆਂ ਤਾਕਤਾਂ ਮਰ ਜਾਣਗੀਆਂ, ਪੰਜਾਬ 'ਚ ਵਿਧਾਨ ਸਭਾ 100 ਦਿਨ ਲੱਗੇਗੀ। ਉਹਦੇ ਨਾਲ ਪੰਜਾਬ ਦੇ MLAਆਂ ਨੂੰ MPਆਂ ਨੂੰ ਅਹਿਸਾਸ ਹੋਏਗਾ ਕਿ ਸਾਡਾ ਅਸਲੀ ਦਾਇਿਤਵ ਕੀ ਸੀ। ਇੱਕ SSP ਔਰ ਇੱਕ DSP ਦੇ ਪੱਲੇ ਬੰਨੇ ਸੀ ਅਸੀਂ, ਅਤੇ ਹੱਥ ਚੱਕ ਲਫਟੈਨ ਬਣ ਕੇ ਆਪਣਾ ਅਸਤਿਤਵ ਖੋ ਬੈਠੇ ਸੀ ਅਸੀਂ। ਇਸ ਕਰਕੇ ਜਦੋਂ ਤੁਸੀਂ ਇਸ ਸਿਸਟਮ ਨੂੰ ਫੇਰਾ ਪਾਓਗੇ, ਉੱਤੇ ਇੱਕ ਇਮਾਨਦਾਰ ਬੰਦਾ ਬਿਠਾਓਗੇ, ਇਹ ਸਾਰਾ 6 ਮਹੀਨਿਆਂ 'ਚ ਬਦਲ ਜਾਏਗਾ ਸਾਹਿਬ। ਔਰ ਜਿਹੜਾ 25 ਸਾਲ ਲੱਗੇ ਆ ਇਸ ਬਰਬਾਦੀ ਨੂੰ, ਇਸ 5 ਲੱਖ ਕਰੋੜ ਦੇ ਕਰਜ਼ੇ ਨੂੰ, ਇਸ ਦਬਾਅ ਨੂੰ, ਇਸ ਬਦਹਾਲੀ ਨੂੰ, ਤੇ ਮੈਂ ਤੁਹਾਨੂੰ ਗਰੰਟੀ ਦਿੰਦਾ 2 ਸਾਲਾਂ ਦੇ ਵਿੱਚ ਪੁੱਠੀ ਰਾਹ ਦੇ ਉੱਤੇ ਤੁਰੇ, ਸਿੱਧੀ ਰਾਹ ਦੇ ਉੱਤੇ ਤੁਰਨਗੇ ਔਰ ਪੰਜਾਬ ਖੁਸ਼ਹਾਲੀ ਦੀ ਰਾਹ 'ਤੇ ਤੁਰੇਗਾ। ਜਦੋਂ ਤੁਸੀਂ ਫੀਲਡਿੰਗ ਕਰਦੇ ਹੁੰਦੇ ਸੀਗੇ, ਕੋਈ ਮਾੜਾ ਫੀਲਡਰ ਹੁੰਦਾ ਸੀਗਾ ਤਾਂ ਅਕਸਰ ਕੋਚ ਜਾਂ ਮੈਨੇਜਮੈਂਟ ਜਾਂ ਜਦੋਂ ਟੀਮ ਮੀਟਿੰਗ ਹੁੰਦੀ ਸੀ ਬ੍ਰੇਕ ਦੇ ਵਿੱਚ, ਉਦੋਂ ਅਕਸਰ ਇਹ ਗੱਲ ਕੀਤੀ ਯਾਰ ਇਹਨੂੰ ਕਿੱਥੇ ਲਗੋਈਏ, ਜਾਂ ਉਹਨੂੰ ਥਰਡ ਮੈਨ 'ਤੇ ਭੇਜ ਦਿੰਦੇ ਸੀਗੇ, ਜਾਂ ਉਹਨੂੰ ਫਾਈਨ ਲੈਗ 'ਤੇ ਖੜਾ ਕਰ ਦਿੰਦੇ ਸੀਗੇ। ਠੀਕ ਹੈ ਸਿੱਧੂ ਸਾਹਿਬ, ਅੱਜ ਜਿਹੜੀ ਟੀਮ ਚੱਲਦੀ ਪਈ ਇਸ ਵਕਤ ਤੁਹਾਡੀ, ਮਿਸਟਰ ਚੰਨੀ ਦੀ ਤੁਹਾਡੀ ਟੀਮ ਹੈ, ਉਹਦੇ ਵਿੱਚ ਕੋਈ ਇਹੋ ਜਿਹੇ ਬੰਦੇ 2-3 ਹੈਗੇ ਜਿਨ੍ਹਾਂ ਨੂੰ ਤੁਸੀਂ ਲੁਕਾਉਣਾ ਚਾਹੁੰਦੇ ਹੋ ਪਰ ਲੁਕੋ ਨਹੀਂ ਪਾ ਰਹੇ? ਦੇਖੋ, ਮੇਰੀ ਇੱਕ ਗੱਲ ਨੂੰ ਸੁਣੋ, ਤੁਸੀਂ ਬੜਾ ਸੋਹਣਾ ਸਵਾਲ ਪੁੱਛਦੇ ਹੋ ਔਰ ਬਹੁਤ ਕ੍ਰਿਕਟਿੰਗ ਐਂਗਲ ਤੋਂ ਪੁੱਛਦੇ ਹੋ। ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ, ਪਾਪੀ ਨਹੀਂ ਮਾਰਨਾ, ਪਾਪ ਮਾਰ ਦੇਣਾ। ਇਹ ਸਾਰਾ ਕੁਛ ਇੱਕ ਗੰਦੇ ਸਿਸਟਮ ਨੂੰ ਭੰਨ ਕੇ ਇੱਕ ਚੰਗਾ ਸਿਸਟਮ ਸਥਾਪਿਤ ਕਰਕੇ, ਜਿਸ ਤਰ੍ਹਾਂ ਅਗਰ ਮੈਂ ਕਰਪਸ਼ਨ ਦੂਰ ਕਰਨੀ ਚਾਹਾਂ ਭਾਈਜਾਨ, ਮੈਂ 100 ਸਾਲ ਲੱਗਿਆ ਰਹਾਂ, 2-3 ਜਨਮ ਲੱਗਿਆ ਰਹਾਂ, ਨਹੀਂ ਦੂਰ ਹੋਏਗੀ। ਲੇਕਿਨ ਅਗਰ ਮੈਂ ਪੰਜਾਬ ਨੂੰ ਡਿਜੀਟਲ ਪੋਰਟਲ ਬਣਾ ਦਿਆਂ, ਇੱਕ ਡਿਜੀਟਲ ਪੰਜਾਬ ਨੂੰ ਸਿਰਜ ਦਿਆਂ, ਔਰ ਜਿਹੜੀ ਥਾਵਾਂ ਦੇ ਉੱਤੇ ਕਰਪਸ਼ਨ ਹੈ, ਤੁਸੀਂ ਤਹਿਸੀਲ ਜਾਓ ਪੈਸੇ ਮੰਗਣਗੇ, ਪਟਵਾਰੀ ਪੈਸੇ ਮੰਗੇਗਾ, ਥਾਣੇ ਜਾਓ ਇੱਕ ਖਸਰਾ ਨੰਬਰ ਤੇ 5-5 ਪਲਾਟ ਵਿਕੇ ਹੋਏ ਨੇ, ਕਾਰਪੋਰੇਸ਼ਨ ਦੇ ਵਿੱਚ ਜਾਓ ਉੱਥੇ ਤੁਹਾਨੂੰ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਲਾਇਸੈਂਸ, ਘਰ ਦੇ ਨਕਸ਼ੇ, ਇਹ ਪੈਸੇ ਦੇ ਕੇ ਬਣਨਗੇ। ਅਗਰ ਤੁਸੀਂ ਇੰਟਰਾਫੇਸ, ਮੈਂ ਕਹਿੰਦਾ ਬਿਲਕੁਲ ਕੋਈ ਸ਼ਕਲ ਹੀ ਨਾ ਹੋਵੇ, ਕੋਈ ਅਫਸਰ ਹੀ ਨਾ ਹੋਵੇ, ਘਰ ਬੈਠੇ ਤੁਸੀਂ ਅਗਰ ਕੰਪਿਊਟਰ ਦੇ ਉੱਤੇ ਇਹ ਭਰ ਕੇ ਇਹ ਨਕਸ਼ੇ ਲੈ ਸਕੋ, ਇਹ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ ਲੈ ਸਕੋ, ਔਰ ਆਪਣਾ ਹਰੇਕ ਕੰਮ ਇੰਡਸਟਰੀਅਲਿਸਟ ਸਿੰਗਲ ਵਿੰਡੋ ਸਿਸਟਮ ਦੇ ਨਾਲ ਇੱਕ ਥਾਂ ਤੋਂ ਲੈ ਸਕੇ, ਤੇ ਇਹ ਪੰਜਾਬ 6 ਮਹੀਨਿਆਂ 'ਚ ਖੜਾ ਹੋ ਜਾਏਗਾ ਸਾਹਿਬ। ਇਹ ਕਰਪਸ਼ਨ ਖਤਮ ਹੋ ਜਾਏਗੀ ਸਾਹਿਬ। ਇਹ ਸੰਭਵ ਹੈ, ਇਹ ਪੋਸੀਬਲ ਵੀ ਹੈ, ਪ੍ਰੋਬੇਬਲ ਵੀ ਹੈ। ਇਹ ਹੋਰਾਂ ਥਾਂ ਤੇ ਹੋਇਆ। ਤੇਨ ਸਿੰਘ ਔਰ ਹਿਲੇਰੀ ਜਦ ਤੱਕ ਹਿਮਾਲਿਆ ਤੇ ਨਹੀਂ ਚੜ੍ਹੇ ਸੀ, ਲੱਖਾਂ ਲੋਕ ਮਰ ਗਏ, ਉਹਨਾਂ 'ਚ ਵਿਸ਼ਵਾਸ ਹੀ ਨਹੀਂ ਸੀ। ਕਪਿਲ ਦੇਵ ਜਦ ਤੱਕ ਉਹਨੇ ਉਹ ਵਰਲਡ ਕੱਪ ਚੱਕ ਕੇ 1983 'ਚ ਖੜਾ ਨਹੀਂ ਹੋਇਆ, ਇੰਡੀਆ 'ਚ ਕਦੇ ਵਿਸ਼ਵਾਸ ਹੀ ਨਹੀਂ ਆਇਆ ਵੀ ਕੈਨ ਬੀ ਦ ਬੈਸਟ ਅਮੰਗ ਦੀ ਰੈਸਟ। ਇਸ ਕਰਕੇ ਤੁਸੀਂ ਇੱਕ ਵਾਰ ਡਿਜੀਟਲ ਪੰਜਾਬ 'ਤੇ ਬਣਾ ਕੇ ਵੇਖੋ, ਆ ਇੱਕ ਇੱਕ ਜਵਾਕ ਕਹੇਗਾ ਪੰਜਾਬ ਦਾ ਨਾਰਥ ਸਾਊਥ ਈਸਟ ਵੈਸਟ ਵੀ ਆਰ ਦੀ ਬੈਸਟ। ਇਹ ਐਂ ਬਦਲੇਗਾ ਸਰ। ਮੈਂ ਕਪਿਲ ਭਾਈ ਦਾ ਇੰਟਰਵਿਊ ਕਰਨ ਗਿਆ ਸੀਗਾ, ਉਹ ਤੁਹਾਡੀ ਬੜੀ ਤਾਰੀਫ ਕਰਦੇ ਪਏ ਸੀਗੇ, ਕਹਿੰਦੇ ਸ਼ਾਇਰੀ ਜੋ ਕਹਿੰਦਾ ਉਹ ਕਰਦਾ। ਮੈਂ ਤੁਹਾਡੇ ਆਸ-ਪਾਸ ਜਿੰਨੇ ਵੀ ਤੁਹਾਡੇ ਮਿੱਤਰ ਉਹਨਾਂ ਨੂੰ ਵੀ ਮੈਂ ਮਿਲਿਆ, ਪਰ ਸਵਾਲ ਇਹ ਸਿੱਧੂ ਸਾਹਿਬ, ਜਿਹੜਾ ਤੁਸੀਂ ਪੰਜਾਬ ਮਾਡਲ ਦੀ ਗੱਲ ਕਰਦੇ ਹੋ, ਮੇਰੇ ਪਿੱਛੇ ਬਹੁਤ ਵੱਡਾ ਬੈਨਰ ਹੈ, ਇਹ ਪੰਜਾਬ ਮਾਡਲ ਦੇ ਵਿੱਚ ਮੈਂ ਯੂਥ ਤੋਂ ਸ਼ੁਰੂ ਕਰੂੰਗਾ। ਯੂਥ ਦੇ ਲਈ ਤੁਸੀਂ ਸਪੋਰਟਸ ਬਾਰੇ ਗੱਲ ਕੀਤੀ ਹੈ ਕਿ ਉਹਨਾਂ ਦੇ ਗਰਾਊਂਡ ਆ ਜਿਹੜੇ ਪਿੰਡਾਂ ਵਿੱਚ ਹੋਣਗੇ। ਮੈਂ 3 ਪੱਖੀ ਗੱਲ ਕੀਤੀ। ਹਾਂ ਬੋਲੋ। ਦੇਖੋ, ਸਭ ਤੋਂ ਪਹਿਲਾਂ ਤੇ ਮੈਂ ਸਰਦਾਰ ਮਨਮੋਹਨ ਸਿੰਘ ਦੀ ਗੱਲ ਕਰਕੇ ਕਲਸਟਰਸ ਦੀ ਗੱਲ ਕੀਤੀ ਹੈ ਕਿ ਪੰਜਾਬ ਦਾ ਕੋਈ ਬੱਚਾ ਬਾਹਰ ਪੜ੍ਹਨੇ ਨਹੀਂ ਜਾਏਗਾ। ਅਸੀਂ ਮੋਹਾਲੀ ਨੂੰ ਇੱਕ IT ਹੱਬ, ਸਟਾਰਟਅਪ ਹੱਬ ਤੇ ਐਜੂਕੇਸ਼ਨ ਹੱਬ ਬਣਾਵਾਂਗੇ। ਇੱਥੇ 400 ਕਾਲਜ ਹੈ ਜਲੰਧਰ ਔਰ ਇੱਥੇ ਮੋਹਾਲੀ ਦੇ ਵਿੱਚ। ਇਸੇ ਜਗ੍ਹਾ ਦੇ ਉੱਤੇ ਅਸੀਂ ਜੋ ਆਂਧਰਾ ਪ੍ਰਦੇਸ਼ 'ਚ ਹੈ, ਜੋ ਬੈਂਗਲੌਰ 'ਚ ਹੈ, ਉਸ ਤੋਂ ਬਿਹਤਰ ਫੈਸਿਲਿਟੀ ਦੇ ਕੇ ਦਿਆਂਗੇ ਤੁਹਾਨੂੰ। ਆਲਰੇਡੀ ਹੈ। ਇਹ ਕਲਸਟਰ ਦਾ ਮਤਲਬ ਕੀ ਹੈ ਕਿ ਜਿੱਥੇ ਇੱਕੋ ਹੀ ਕ੍ਰੌਪ ਪੈਟਰਨ ਹੋਵੇ, ਇੱਕੋ ਹੀ ਬਿਜ਼ਨਸ ਦਾ 500-400 ਕੰਪਨੀਆਂ ਹੋਣ, ਉੱਥੇ ਤੁਸੀਂ ਉਸ ਬਿਜ਼ਨਸ ਦਾ ਕਲਸਟਰ ਬਣਾਓ। ਇਸੇ ਤਰ੍ਹਾਂ ਅਸੀਂ ਅੰਮ੍ਰਿਤਸਰ ਨੂੰ ਟੂਰਿਜ਼ਮ ਹੱਬ ਬਣਾ ਰਹੇ ਹਾਂ, ਮੈਡੀਕਲ ਟੂਰਿਜ਼ਮ ਦਾ ਹੱਬ ਬਣਾ ਰਹੇ ਹਾਂ। ਮੈਡੀਕਲ ਟੂਰਿਜ਼ਮ ਆਪਣੇ ਆਪ ਦੇ ਵਿੱਚ ਹੀ ਇੱਕ ਮਨੀ ਮੇਕਿੰਗ ਮਸ਼ੀਨ ਹੈ, ਕਿਉਂਕਿ ਜਿਹੜਾ ਆਪਰੇਸ਼ਨ 6 ਲੱਖ ਦਾ ਹੁੰਦਾ ਹੈ ਔਰ 2-2 ਸਾਲ ਦੀ ਵੇਟਿੰਗ ਹੈ ਅਮਰੀਕਾ 'ਚ, ਉਹ ਇੱਥੇ 50,000 ਦਾ ਹੁੰਦਾ ਹੈ। ਜਿਹੜੀ ਹਿਪ ਰਿਪਲੇਸਮੈਂਟ 3 ਲੱਖ ਦੀ ਹੈ, ਉਹ ਇੱਥੇ 30,000 ਦੀ ਹੈ। ਇੰਨਾ ਸਸਤਾ ਹੈ। ਇਸ ਕਰਕੇ ਜਦੋਂ ਵੀ ਤੁਸੀਂ, ਜਿੱਥੇ ਕਪਾਸ ਹੈ ਰਾਜਸਥਾਨ ਦੇ ਕੋਲ, ਉੱਥੇ ਸਪਿਨਿੰਗ ਮਿਲਸ, ਜਿੱਥੇ ਲੁਧਿਆਣੇ ਦੇ ਵਿੱਚ, ਉੱਥੇ ਅਸੀਂ ਬੈਟਰੀਜ਼ ਪਹਿਲਾਂ ਨੇ, ਸਾਈਕਲਾਂ ਚੱਲਦੀਆਂ ਨੇ ਪਹਿਲਾਂ ਹੀ, ਅਸੀਂ ਉੱਥੇ ਹੌਜਰੀ ਔਰ ਜਿਹੜੀਆਂ ਇਹ ਆਟੋਮੋਬਾਈਲਸ, ਜਿਹੜੀਆਂ ਇਲੈਕਟ੍ਰਿਕ ਵਹੀਕਲਸ ਨੇ, ਅਸੀਂ ਉਹਦਾ ਹੱਬ ਬਣਾਉਣ ਲੱਗੇ ਹਾਂ। ਜਲੰਧਰ ਸਪੋਰਟਸ ਗੁੱਡਸ, ਲੈਦਰ ਔਰ 3 SEZ ਮੰਗਣ ਲੱਗੇ ਹਾਂ। ਇਹਦੇ ਇਲਾਵਾ ਇਹ ਪਹਿਲੀ ਚੀਜ਼ ਹੈ, ਜਿੰਨੀ ਪ੍ਰੋਸੈਸਿੰਗ ਸਾਹਿਬ
ਜਿੰਨੀ ਪ੍ਰੋਸੈਸਿੰਗ ਪੰਜਾਬ ਦੇ ਵਿੱਚ ਹੋਏਗੀ ਉਹ ਬਿਰਲੇ ਟਾਟੇ ਨਹੀਂ ਕਰਨਗੇ, ਉਹ ਪੰਜਾਬ ਦਾ ਕਿਸਾਨ ਔਰ ਪੰਜਾਬ ਦਾ ਨੌਜਵਾਨ ਕਰੇਗਾ। ਔਰ ਜਦੋਂ ਮੈਂ ਪ੍ਰੋਸੈਸਿੰਗ ਦੀ ਗੱਲ ਕਰਦਾ, ਇਹ ਪ੍ਰੋਸੈਸਿੰਗ ਉਹ ਹੈ ਕਿ ਤੁਸੀਂ ਮੌਲਾਂ ਦੇ ਵਿੱਚ ਜਾਂਦੇ ਹੋ, ਤੁਸੀਂ ਦੇਖਦੇ ਹੋ ਵੀ ਆਹ ਫਲਾਨਾ ਸ਼ੋਰੂਮ ਹੈ, ਇਹ ਰਿਲਾਇੰਸ ਫਰੈਸ਼ ਹੈ, ਇਹ ਫਲਾਨਾ ਫਰੈਸ਼ ਹੈ। ਇੱਥੇ ਬਾਬਾ ਨਾਨਕ ਪੰਜਾਬ ਫਾਰਮਰ ਫਰੈਸ਼ ਤੇ ਪੰਜਾਬ ਦੇ ਨੌਜਵਾਨਾਂ ਦੀ ਪ੍ਰੋਸੈਸਿੰਗ ਦੀ ਇੰਡਸਟਰੀ ਖੋਲ੍ਹ ਕੇ ਦੇਵਾਂਗੇ। ਚੌਲ 1 ਕਿਲੋ ਤੁਸੀਂ ਬੀਜਦੇ ਹੋ 5000 ਲੀਟਰ ਪਾਣੀ ਲੱਗਦਾ ਹੈ, 8% ਤੁਸੀਂ ਚੌਲ ਖਾਂਦੇ ਹੋ, ਬਾਕੀ ਤੁਸੀਂ PDS 'ਚ ਪਾ ਦਿੰਦੇ ਹੋ ਸਸਤੇ। 30 ਸਾਲਾਂ ਦੇ ਵਿੱਚ 5 ਗੁਣਾ ਨਹੀਂ ਵਧੀ MSP, ਔਰ ਪੈਟਰੋਲ ਡੀਜ਼ਲ 25 ਗੁਣਾ ਵੱਧ ਗਿਆ। ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਅਗਰ ਇਸੇ ਚੌਲ ਦੇ ਰਾਈਸ ਬ੍ਰੈਨ, ਰਾਈਸ ਫੈਟ, ਰਾਈਸ ਪ੍ਰੋਟੀਨ, ਕਾਸਮੈਟਿਕ ਦਾ ਰਾਈਸ 20 ਗੁਣਾ ਰੇਟ ਆਏਗਾ, ਔਰ ਇਹ ਪੰਜਾਬ ਦਾ ਨੌਜਵਾਨ ਕਰੇਗਾ। ਵੀ ਵਿਲ ਕਨਵਰਟ ਐਂਟਰਪ੍ਰੈਨਰਸ। ਉਹ ਨੌਕਰੀ ਮੰਗੇਗਾ ਨਹੀਂ, ਨੌਕਰੀ ਦੇਗਾ ਸਾਹਿਬ। ਔਰ ਮੈਂ ਤੁਹਾਨੂੰ ਕਹਿ ਰਿਹਾ 23 ਸਕਿੱਲ ਦੀਆਂ ਅਸੀਂ ਸੈਂਟਰ ਖੋਲਾਂਗੇ। ਇਹ ਜਿਹੜੇ ਹੁਣ ਸਕਿੱਲ ਸੈਂਟਰ ਦੇਖ ਰਹੇ ਹੋ ਨਾ ਤੁਸੀਂ, ਚੰਡੀਗੜ੍ਹ, ਇਹ ਸਭ ਪੈਸੇ ਕਮਾਉਣ ਦੇ ਧੰਦੇ ਆ। 4000 ਰੁਪਏ ਦੀ ਨੌਕਰੀ ਨਹੀਂ ਦੇ ਸਕੇ, ਮੈਨੂੰ ਗਾਲਾਂ ਪਈਆਂ, ਮੈਂ ਹੱਥ ਫੂਕ ਕੇ ਕਹਿ ਰਿਹਾ once smitten twice shy। 23 ਐਸੇ ਸਕਿੱਲ ਸੈਂਟਰ ਖੋਲਾਂਗੇ ਜਿਹੜੇ ਕਲਾ ਦੇਣਗੇ ਨੌਜਵਾਨ ਨੂੰ, ਕੁੜੀਆਂ ਨੂੰ। ਤੁਸੀਂ ਵਿਮਨ ਐਮਪਾਵਰਮੈਂਟ, ਅੱਧੀ ਆਬਾਦੀ ਪੂਰਾ ਹੱਕ। ਅਸੀਂ ਇਕੋਨਮੀ ਦੇ ਵਿੱਚ ਇਨਵੈਸਟ ਕਰ ਰਹੇ ਹਾਂ, ਉਹਨਾਂ ਨੂੰ ਸ਼ੇਅਰ ਹੋਲਡਰ ਬਣਾ ਰਹੇ ਹਾਂ ਇਕੋਨਮੀ ਦੇ। ਅਸੀਂ ਫਿਊਚਰ ਜਨਰੇਸ਼ਨ ਦੀ ਐਜੂਕੇਸ਼ਨ 'ਚ ਇਨਵੈਸਟ ਕਰਾ ਰਹੇ ਹਾਂ। 2% ਕੁੜੀਆਂ ਦੇ ਨਾਮ ਦੇ ਉੱਤੇ ਜ਼ਮੀਨ ਨਹੀਂ ਹੈ। ਮੈਂ ਕਹਿ ਰਿਹਾ ਕੋਈ ਵੀ ਆਪਣੀ ਕੁੜੀ ਦੇ ਨਾਮ ਜ਼ਮੀਨ ਕਰਾਏਗਾ ਤੇ ਕੋਈ ਰਜਿਸਟ੍ਰੇਸ਼ਨ ਫੀਸ ਉਹਦੇ ਉੱਤੇ ਨਹੀਂ ਲਾਈ ਜਾਏਗੀ। ਕਮਾਂਡੋ ਬਟਾਲੀਅਨ, ਸਕੂਟੀ, 5ਵੀਂ ਪਾਸ ਕਰਦੀ ਇੰਨੇ ਪੈਸੇ, 10ਵੀਂ ਪਾਸ ਕਰਦੀ ਇੰਨੇ ਪੈਸੇ, ਇਨਸੈਂਟਿਵਾਈਜ਼ ਕਰ ਰਹੇ ਹਾਂ ਸਾਹਿਬ। ਗ੍ਰਹਿਣੀ ਜਿਹੜੀਆਂ 2-3% ਨੇ ਗਰੀਬ, ਨੌਕਰੀਆਂ ਨਹੀਂ ਕਰਦੀਆਂ, 2000 ਰੁਪਏ 8 ਸਿਲੰਡਰ ਫ੍ਰੀ। ਇਹ ਸਾਰਾ ਕੁਛ ਮਾਫੀਏ ਦੀ ਜੇਬ 'ਚੋਂ ਕੱਢ ਕੇ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣਾ ਸਾਡਾ ਧਰਮ, ਸਾਡਾ ਫਰਜ਼ ਹੈ ਸਾਹਿਬ। ਔਰ ਇਹ ਮਾਡਲ ਜਿਹੜਾ ਹੈ, ਇਹ ਅੰਮ੍ਰਿਤ ਵਾਂਗੂ ਆਤਮਾ 'ਚੋਂ ਨਿਕਲਿਆ ਮਾਡਲ ਹੈ, ਸਭ ਦਾ ਮਾਡਲ ਹੈ, ਸਰਬਤ ਦਾ ਭਲਾ ਮੰਗਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬਤ ਦਾ ਭਲਾ। ਇਸ ਮਾਡਲ ਦੇ 20% ਵੀ ਕਿਸੇ ਦਾ ਮਾਡਲ ਹੋਵੇ, ਮੈਂ ਉਹਦੇ ਮਗਰ ਤੁਰਨ ਨੂੰ ਤਿਆਰ। ਮਾਡਲ ਦਾ ਬੜਾ ਰੌਲਾ ਪੈ ਰਿਹਾ ਸਿੱਧੂ ਸਾਹਿਬ। ਰੌਲਾ ਪੈਂਦਾ ਹੀ ਉਹਦਾ ਹੁੰਦਾ ਜਿਹੜਾ ਤਕੜਾ ਹੁੰਦਾ। ਜਦੋਂ ਇਹ ਮਾਡਲ ਦੀ ਗੱਲ ਹੋਈ ਤਾਂ ਤੁਸੀਂ ਇਹ ਕਿਹਾ ਕਿ ਪੰਜਾਬ ਦੀਆਂ ਧੀਆਂ, ਸਾਡੀਆਂ ਭੈਣਾਂ ਖੈਰਾਤ ਥੋੜ੍ਹੀ ਲੈਣਗੀਆਂ। ਬਿਲਕੁਲ। ਜਦੋਂ 1000 ਰੁਪਇਆ ਅਨਾਊਂਸ ਕੀਤਾ ਉਹਨਾਂ ਨੇ, ਉਦੋਂ ਬਾਅਦ ਜੋ ਤੁਸੀਂ 2000 ਦੀ ਗੱਲ ਕਰਦੇ ਹੋ, ਜੋ ਤੁਸੀਂ ਸਿਲੰਡਰ ਦੀ ਗੱਲ ਕਰਦੇ ਹੋ, ਜੋ ਤੁਸੀਂ ਸਟੱਡੀ ਤੋਂ ਬਾਅਦ 5ਵੀਂ ਤੋਂ ਬਾਅਦ 10ਵੀਂ ਤੋਂ ਬਾਅਦ ਸਕੂਟੀ ਦੀ ਗੱਲ ਕਰਦੇ ਹੋ, ਸਾਰਾ ਕੁਝ ਗੱਲ ਕਰਦੇ ਹੋ, ਉਹਦੇ ਨਾਲ ਰਿਲੇਟ ਕਰਕੇ ਦੇਖਿਆ ਗਿਆ ਕਿ ਸਿੱਧੂ ਸਾਹਿਬ ਨੇ ਉਹ ਖੈਰਾਤ ਵਾਲੀ ਗੱਲ ਜਿਹੜੀ ਕੀਤੀ ਸੀਗੀ, ਸਿੱਧੂ ਸਾਹਿਬ ਆਪ ਹੀ ਨਹੀਂ ਖੜੇ ਗਏ। ਬਿਲਕੁਲ। ਇਹ ਤੁਹਾਡੇ ਵਿਰੋਧੀਆਂ ਨੇ ਬਹੁਤ ਪ੍ਰਚਾਰ ਕੀਤਾ। ਮੈਂ ਕਹਿੰਦਾ ਵਿਰੋਧੀ ਝੂਠੇ ਨੇ, ਬਕਵਾਸ ਮਾਰਦੇ ਨੇ। ਵਿਰੋਧੀ ਤਾਂ ਜਿਹੜਾ ਹੁਣ ਕਰਾਇਆ ਸਰਵੇ ਜਿਹਾ, ਕਹਿੰਦੇ ਜੀ 21 ਲੱਖ ਕਾਲਾਂ ਆਈਆਂ ਨੇ। 21 ਲੱਖ ਕਾਲਾਂ ਨੂੰ ਨਾਰਮਲ ਨੰਬਰ ਦੇ ਉੱਤੇ 1 ਸਾਲ ਲੱਗਦਾ ਆਉਣ ਨੂੰ। ਇਹ ਤਾਂ ਝੂਠ ਮਾਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ। ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ 18 ਸਾਲ ਤੋਂ ਉੱਤੇ ਵਾਲੀ ਨੂੰ ਹੀ ਦੇ ਰਿਹਾ 1000 ਰੁਪਇਆ। ਜੇ ਵੋਟ ਲੈਣ ਨੂੰ ਨਹੀਂ ਹੈ ਤਾਂ ਫਿਰ 18 ਸਾਲ ਤੋਂ ਉੱਤੇ ਵਾਲੀ ਕਿਉਂ? ਫਿਰ ਤੂੰ ਦਿੱਲੀ ਦੇ ਵਿੱਚ ਕਿਸੇ ਇੱਕ ਨੂੰ ਦਿੱਤਾ ਹੋਵੇ ਤਾਂ ਦੱਸ, ਦਿੱਲੀ ਦੀ ਕੈਬਨਿਟ ਦੇ ਵਿੱਚ ਇੱਕ ਮਹਿਲਾ ਹੋਵੇ ਤਾਂ ਦੱਸ, ਦਿੱਲੀ ਦੀ ਕੈਬਨਿਟ 'ਚ ਇੱਕ ਪੰਜਾਬੀ ਹੋਵੇ ਤਾਂ ਦੱਸ। 8 ਲੱਖ ਨੌਕਰੀ ਕਹੀ, 400 ਮਿਲੀ, ਦੱਸ। ਬਿਕਰਮ ਮਜੀਠੀਆ ਦੇ ਬੂਟ ਚੱਟੇ, ਮਾਫੀ ਮੰਗੀ, ਦੱਸ। SYL ਦੇ ਉੱਤੇ ਤੇਰਾ ਕੀ ਸਟੈਂਡ ਹੈ, ਦੱਸ। ਕੋਈ ਜਵਾਬ ਹੈ ਕਿਸੇ ਕੋਲ? ਮੇਰੀ ਗੱਲ ਨੂੰ ਸਮਝੋ। ਮੈਂ ਇਹ ਕਹਿ ਰਿਹਾ ਕਿ ਜਦੋਂ ਮੈਂ ਐਜੂਕੇਸ਼ਨ 'ਚ ਇਨਵੈਸਟ ਕਰ ਰਿਹਾ ਤੇ ਮੈਂ 3 ਸਾਲ ਤੋਂ ਲੈ ਕੇ 20 ਸਾਲ ਦੀ ਕੁੜੀ ਤੱਕ ਜ਼ਿਆਦਾ ਪੈਸੇ ਲਾ ਰਿਹਾ, ਮੈਂ ਉਹਨਾਂ ਨੂੰ ਇਕੋਨਮੀ ਦਾ ਹਿੱਸੇਦਾਰ ਔਰ ਭਾਗੀਦਾਰ ਬਣਾ ਰਿਹਾ। ਸਭ ਤੋਂ ਵੱਡੀ ਪ੍ਰੋਬਲਮ ਕੁੜੀ ਨੂੰ ਕਦ ਆਉਂਦੀ ਹੈ? ਜਦੋਂ 12ਵੀਂ ਕਰਕੇ 14-15 ਸਾਲ ਦੀ ਹੁੰਦੀ ਹੈ ਔਰ ਉਹਨੇ ਕਾਲਜ ਜਾਣਾ ਹੁੰਦਾ। ਤੁਸੀਂ ਦੇਖੋ ਬੱਸ 'ਚ ਚੜ੍ਹੋ, ਉੱਥੇ ਖਰਾਬ ਕੰਮ। ਕਿਤੇ ਉਹ ਤੁਰ ਕੇ ਜਾਣਾ ਹੋਵੇ ਉਹਨੇ, ਉੱਥੇ ਖਰਾਬ ਕੰਮ। ਉਹ ਮਹਿਫੂਜ਼ ਹੀ ਹੈ ਨਹੀਂ। ਅਤੇ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਜੋ ਕੁਛ ਇਹ ਪਲਾਨ ਹੈ, ਇਹ ਕੋਈ ਫ੍ਰੀ ਵੀ ਨਹੀਂ ਹੈ। ਇਹ ਅਸੀਂ ਅਗਲੀ ਜਨਰੇਸ਼ਨ 'ਚ ਇਨਵੈਸਟਮੈਂਟ ਕਰ ਰਹੇ ਹਾਂ। ਸਿੱਧੂ ਸਾਹਿਬ ਇਹਨੂੰ ਜਸਟੀਫਾਈ ਕਿਵੇਂ ਕਰੋਗੇ? ਕਿਉਂਕਿ ਮੇਰਾ ਸਵਾਲ ਲੈ ਲਓ ਸਿੱਧੂ ਸਾਹਿਬ, ਮੇਰਾ ਸਵਾਲ ਲੈ ਲਓ। ਜਦੋਂ ਅਕਾਲੀ BJP ਸਰਕਾਰ ਸੀ, ਉਹਨਾਂ ਨੇ ਇੱਕ ਲੈਪਟਾਪ ਦੀ ਅਨਾਊਂਸਮੈਂਟ ਕੀਤੀ ਸੀਗੀ। ਉਹ ਲੈਪਟਾਪ ਉਹਨਾਂ ਨੇ ਨਹੀਂ ਦਿੱਤੀ। 9ਵੇਂ ਸਾਲ ਵਿੱਚ ਕਿਹਾ ਕਿ ਅਸੀਂ UP ਵਿੱਚ ਦੇਖਿਆ ਹਾਲ, ਇਸ ਲਈ ਅਸੀਂ ਲੈਪਟਾਪ ਨਹੀਂ ਦੇ ਰਹੇਗੇ। ਤੁਹਾਡੀ ਜੋ ਸਰਕਾਰ ਬਣਦੀ ਹੈ 2017 ਵਿੱਚ, ਤੁਸੀਂ ਵਾਅਦੇ ਕੀਤੇ ਮੋਬਾਈਲ ਫੋਨ ਦੇਵਾਂਗੇ। ਮੈਂ ਮੋਬਾਈਲ ਫੋਨ ਦੇ ਹੱਕ ਵਿੱਚ ਨਹੀਂ ਗਾ ਕਿ ਯੂਥ ਨੂੰ ਮੋਬਾਈਲ ਫੋਨ ਫੜਾ ਦਿਓ, ਤੁਸੀਂ ਅਨਾਊਂਸ ਕੀਤਾ। ਤੁਸੀਂ ਹੁਣ ਸਕੂਟੀ ਬਾਰੇ ਕਹਿ ਰਹੇ ਹੋ, ਇਹਨਾਂ ਨੂੰ ਜਸਟੀਫਾਈ ਕਿਵੇਂ ਕਰੋਗੇ? ਮੈਂ ਕਹਿੰਦਾ ਜਸਟੀਫਾਈ ਜਦ ਤੱਕ ਤੁਸੀਂ ਮਾਫੀਆ ਬੰਦ ਨਹੀਂ ਕਰਦੇ, ਕੁਝ ਵੀ ਜਸਟੀਫਾਈ ਨਹੀਂ ਹੋਣਾ। ਕਿਉਂਕਿ ਤੁਸੀਂ ਪੈਸੇ ਕਿੱਥੋਂ ਲਿਆਓਗੇ? ਮੈਂ ਤਾਂ ਪਹਿਲੇ ਦਿਨ ਦਾ ਕਹਿਣਾ ਵੀ ਕੈਪਟਨ ਅਮਰਿੰਦਰ ਸਿੰਘ, ਤੂੰ ਕੇਬਲ ਦੇ ਲੈਂਦਾ ਸੀ, ਤੇਰੇ ਕੋਲ ਹੀ ਆਉਂਦੇ ਸੀ ਲੋਕ ਟਾਟਾ ਸਿਆਰਾ 'ਚ।
ਤੇ ਦੂਜੇ 'ਚ, ਤੇ ਤੂੰ ਹਰ ਚੀਜ਼ ਤੋਂ ਪੈਸੇ ਲੈਂਦਾ ਸੀ। ਮੈਂ ਇੱਕ ਸਵਾਲ ਕਰ ਲੈਂਦਾ, ਮੈਂ ਕਿ ਨਹੀਂ ਇਹ ਕੇਬਲ ਦੇ ਨਾਲ ਹੀ ਤੁਸੀਂ ਵਿਧਾਨ ਸਭਾ ਦੇ ਵਿੱਚ ਮੈਂ ਤੁਹਾਨੂੰ ਯਾਦ ਕਰਾ ਰਿਹਾ, ਵਿਧਾਨ ਸਭਾ ਦੇ ਵਿੱਚ ਤੁਸੀਂ ਬਹੁਤ ਹੁੱਬ ਕੇ ਰੌਲਾ ਪਾਇਆ ਕੇਬਲ ਵਾਲੇ ਮੁੱਦੇ ਤੇ। ਤੁਸੀਂ ਇੱਕ ਕੱਚੇ ਪੇਪਰ ਤੇ ਲਿਖਿਆ ਹੋਇਆ ਸੀ ਸਭ ਕੁਝ। ਜੋ ਤੁਸੀਂ ਵਿਧਾਨ ਸਭਾ ਚੋਂ ਬਾਹਰ ਨਿਕਲਦੇ ਲਿਫਟ ਦੇ ਕੋਲੋਂ ਤੁਸੀਂ ਸਾਰਿਆਂ ਨੂੰ ਕਹਿ ਰਹੇ ਨੇ ਚੱਕ ਦੋ, ਮੈਂ ਵੀ ਉੱਥੇ ਖੜਾ ਸੀਗਾ। ਸਿੱਧੂ ਸਾਹਿਬ, ਕੈਪਟਨ ਅਮਰਿੰਦਰ ਸਿੰਘ ਉਦੋਂ ਕਿਉਂ ਨਹੀਂ ਬੋਲੇ ਗਏ? ਕੈਪਟਨ ਅਮਰਿੰਦਰ ਸਿੰਘ ਇਸ ਕਰਕੇ ਨਹੀਂ ਬੋਲੇ ਵੀ ਉਹ ਇਸ ਮਾਫੀਆ 'ਚ ਇਨਵੋਲਵ ਸੀ। ਜਦੋਂ ਸੈਂਡ ਮਾਫੀਆ ਉਹਦੇ ਨੱਕ ਥੱਲੇ ਕੰਮ ਕਰ ਰਹੇ, ਕਿਉਂ ਨਹੀਂ ਐਕਸ਼ਨ ਲਿੱਤਾ? ਕਿਉਂਕਿ ਕਮਾਊ ਪੁੱਤ ਸੀ। ਚੀਫ ਮਿਨਿਸਟਰ ਦੀ ਛਤਰ ਛਾਇਆ ਬਿਨਾ ਇਹ ਮਾਫੀਆ ਚੱਲ ਨਹੀਂ ਸਕਦਾ। ਪੁਲਿਸ ਦੀ ਛਤਰ ਛਾਇਆ ਬਿਨਾ ਇਹ ਡਰੱਗ ਨਹੀਂ ਵਿਕ ਸਕਦੀ। ਮੇਰੀ ਗੱਲ ਨੂੰ ਸਮਝੋ। ਤੁਸੀਂ ਜੇਸੀਬੀ ਕਿਹਨੂੰ ਪੁੱਛ ਕੇ ਭੇਜਤੀ ਸੀ ਫਿਰ ਉਦੋਂ? ਕਿਹਨੂੰ? ਤੁਸੀਂ ਜੇਸੀਬੀ ਭੇਜੀਆਂ ਸੀ? ਮੈਂ ਜੇਸੀਬੀ ਭੇਜਦਾ, ਮੈਨੂੰ ਫੋਨ ਆਇਆ, ਕਹਿੰਦਾ ਕਾਕਾ ਅਸੀਂ ਇਲੈਕਸ਼ਨ ਲੜਨੇ ਆ, ਯੂ ਸਟਾਪ ਦਿਸ। ਭਾਈ ਤੁਸੀਂ 1 ਏਕੜ ਦੇ ਪਿੱਛੇ ਅਗਰ ਤੁਸੀਂ ਇੰਟਰਨਲ ਡਿਵੈਲਪਮੈਂਟ ਚਾਰਜਿਸ ਔਰ ਐਕਸਟਰਨਲ ਡਿਵੈਲਪਮੈਂਟ ਚਾਰਜਿਸ ਲਾਓ, ਮੋਹਾਲੀ ਦੇ ਵਿੱਚ ਬਣਿਆ 2.5 ਕਰੋੜ, ਚਲੋ ਤੁਸੀਂ ਕਰੋੜ ਰੁਪਈਆ ਹੀ ਲਾਓ, 30,000 ਏਕੜ ਜਿੱਥੇ ਕਲੋਨੀ ਹੈ ਨਹੀਂ ਕੋਈ, ਸਿੱਧੀ ਰੜੀ ਪਟਕ ਜ਼ਮੀਨ ਤੁਸੀਂ ਇਰੈਗੂਲਰ ਕਾਲੋਨੀ ਜਿਹੜੀ ਰੈਗੂਲਰਾਈਜ਼ ਕਰਤੀ, ਉਹ 30,000 ਏਕੜ ਨੂੰ ਡਿਵੈਲਪ ਕੌਣ ਕਰੂ? ਜੇ ਕਰੋੜ ਰੁਪਈਆ ਵੀ ਲਾਓ ਤਾਂ 30,000 ਕਰੋੜ ਰੁਪਈਆ ਤੁਸੀਂ ਲਾਇਬਿਲਟੀ ਪਾ ਲਈ। ਜਿਹੜੇ ਚੋਰ ਡਾਕੂ 10-10 ਫੁੱਟ ਦੀਆਂ ਗਲੀਆਂ ਬਣਾ ਰਹੇ, ਗਵਰਨਮੈਂਟ ਦੇ ਨੋਰਮ ਤੋੜ ਰਹੇ ਹੋ, ਉਹਨਾਂ ਨੂੰ ਤੁਸੀਂ ਰਿਵਾਰਡ ਦੇ ਰਹੇ ਹੋ, ਤੇ ਜਿਹੜੇ 50-50 ਫੁੱਟ ਦੀਆਂ ਸੜਕਾਂ ਪਾ ਰਹੇ ਹੋ ਉਹਨਾਂ ਨੂੰ ਤੁਸੀਂ ਸਜ਼ਾ ਦੇ ਰਹੇ ਹੋ। ਪੁੱਠੀ ਕੰਗਾ ਹੈ। ਜਿਹੜੇ ਰਾਹ 'ਚ ਚੰਗਾ ਕੰਮ ਕਰਨ ਵਾਲੇ ਨੂੰ ਹੌਸਲਾ ਨਾ ਦਿੱਤਾ ਜਾਵੇ, ਮਾੜਾ ਕੰਮ ਕਰਨ ਵਾਲੇ ਨੂੰ ਦੰਡੇ ਨਾਲ ਕੀਤਾ ਜਾਵੇ, ਉਹ ਤਾਂ ਮਰ ਗਿਆ। ਮੈਂ ਲੜਦਾ ਰਿਹਾ। ਬਿਲਡਿੰਗ ਕੋਈ ਪਿੰਨ ਹੈ ਸਾਹਿਬ? ਦੱਸੋ ਕੋਈ ਪਿੰਨ ਹੈ ਜਿਹੜੀ ਕਿਸੇ ਨੇ ਲਿਆ ਕੇ ਰੱਖਤੀ? ਬਿਲਡਿੰਗ 1 ਕਿਲੋਮੀਟਰ ਦੇ ਵਿੱਚ, ਬਿਲਡਿੰਗ ਇੰਸਪੈਕਟਰ ਦੇ ਥੱਲੇ 1 ਕਿਲੋਮੀਟਰ ਦੇ ਵਿੱਚ ਇੱਕ ਐਡਾ ਵੱਡਾ ਮਕਾਨ ਬਣ ਰਿਹਾ ਹੈ, ਉਹਨੂੰ ਬਿਨਾਂ ਪੈਸੇ ਦੇ ਕਿੱਦਾਂ ਬਣੂ? ਇਹ ਸਾਰਾ ਸਿਸਟਮ ਆਵਾ ਉੱਤੇ ਹੈ। ਜਿਹੜਾ ਪੈਸਾ 700 ਰੁਪਏ ਸਕੁਆਇਰ ਫੁੱਟ ਬੋਰਡ ਦੇ ਉੱਤੇ ਆਉਣਾ ਚਾਹੀਦਾ ਹੈ ਪੰਜਾਬ ਨੂੰ, ਉਹ 7 ਰੁਪਏ 'ਚ ਦਿੱਤਾ ਜਾ ਰਿਹਾ। ਤੁਸੀਂ ਇਕੱਲੇ ਕਿੱਥੇ ਜਾਓਗੇ? ਮੈਂ ਕਹਿੰਦਾ ਇਕੱਲਾ ਚੀਫ ਮਿਨਿਸਟਰ ਇਕੱਲਾ ਹੀ ਚਲਾਉਂਦਾ ਸਾਰਾ ਕੁਝ। ਲਾ ਮੈਨੂੰ ਦੱਸ ਦਿਓ ਵੀ ਪਿਛਲੇ 30 ਸਾਲਾਂ ਦੇ ਵਿੱਚ ਸਿਵਾਏ ਬਾਦਲ ਤੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਦੇ ਚਲਾਇਆ ਹੋਵੇ ਕਿਸੇ ਨੇ ਪੰਜਾਬ? ਉਹ ਸਿੱਧਾ ਕਹਿੰਦਾ ਮਿਨਿਸਟਰਾਂ ਨੂੰ, ਜਿਹੜਾ ਮੇਰਾ ਕਮਾਊ ਪੁੱਤ ਉਹਦਾ ਕੰਮ ਹੋਣ ਦੇਈ, ਸਿੱਧੂ ਵਰਗਾ ਘਰ ਪਾ ਦੇਈ, ਫਾਈਲ ਹੀ ਨਹੀਂ ਤੋੜਨੀ। ਅਫਸਰਸ਼ਾਹੀ ਇਹੀ ਹੈ। ਜਦ ਤੱਕ ਇਹ ਪਾਵਰਾਂ ਡੀਸੈਂਟਰਲਾਈਜ਼ ਨਹੀਂ ਹੋਣਗੀਆਂ, ਜਦ ਤੱਕ ਇਹ ਪਾਵਰਾਂ ਪੰਜਾਬ ਦੇ ਲੋਕਾਂ ਤੱਕ ਨਹੀਂ ਜਾਣਗੀਆਂ, ਜਦ ਤੱਕ ਇਹ 4 ਬੰਦਿਆਂ ਦੇ ਪਾਵੇ ਬੰਨੀਆਂ ਰਹਿਣਗੀਆਂ ਔਰ ਮਾਫੀਆ ਇਹਨਾਂ ਨੂੰ ਸਟੇਟ ਨੂੰ ਖਾਣ ਦੇ ਲਈ ਵਰਤੀ ਜਾਊਗਾ, ਪੰਜਾਬ ਰਹਿਣ ਜੋਗਾ ਹੀ ਨਹੀਂ ਰਹਿਣਾ। ਇਸ ਪਿੱਚ ਤੋਂ ਹਟ ਕੇ ਮੈਂ ਥੋੜਾ ਇੱਕ ਸਵਾਲ ਕਰ ਲਵਾਂ ਤੁਹਾਨੂੰ। ਸਿੱਧੂ ਸਾਹਿਬ, ਨਿੱਜੀ ਸਵਾਲ ਹੈ ਜੀ, ਆਖਰੀ ਵਾਰ ਤੁਸੀਂ ਰੋਏ ਕਦੋਂ ਸੀਗੇ? ਮੈਂ ਟੀਵੀ ਤੇ ਹੀ ਰੋ ਪਿਆ ਸੀ ਕੱਲ ਪਰਸੋਂ। ਹਮ ਪਟਿਆਲ ਨਹੀਂ ਰਵਾਤਾ ਸੀ ਮੈਨੂੰ। ਵਜ੍ਹਾ ਇਹ ਕਿ ਕਈ ਵਾਰ ਦਿਲ ਦੁਖਦਾ ਹੈ। ਮੈਂ ਕੋਈ ਮਸ਼ੀਨੀ ਰੋਬੋਟ ਤਾਂ ਹੈ ਨਹੀਂ। ਕਈ ਵਾਰ ਮੇਰਾ ਦਿਲ ਦੁਖਦਾ ਜਦੋਂ ਕੋਈ ਗਰੀਬ ਦੁਖੀ ਹੁੰਦਾ ਹੈ, ਔਰ ਜਦੋਂ ਤੁਸੀਂ ਅਸਮਰਥ ਲੱਗਦੇ ਹੋ, ਤੁਹਾਨੂੰ ਲੱਗਦਾ ਯਾਰ ਮੈਂ ਇਹ ਕਰ ਸਕਦਾ ਹਾਂ, ਇਹ ਮੈਂ ਕਰ ਦੂੰਗਾ, ਤੇ ਮੈਨੂੰ ਕਰਨ ਨਹੀਂ ਦਿੱਤਾ ਜਾ ਰਿਹਾ। ਇਹ ਨਾ ਮੈਂ ਟੈਲੀਵਿਜ਼ਨ 'ਤੇ ਮਹਿਸੂਸ ਕੀਤਾ ਕਦੇ, ਕਿਉਂਕਿ ਟੈਲੀਵਿਜ਼ਨ ਦੇ ਵਿੱਚ ਨੰਗਾ ਨਾਚ ਹੈ, ਦਇਆ ਸ਼ੂਨਿਆ, ਮਰਸੀਲੈਸ ਮੀਡੀਅਮ ਹੈ। ਜੋ ਹੋ ਤੁਸੀਂ ਦਿਖਦੇ ਹੋ, 19 ਦਾ 19.5 ਨਹੀਂ ਹੁੰਦਾ। ਕ੍ਰਿਕਟ ਦੇ ਵਿੱਚ ਤੁਸੀਂ ਆਪਣੇ ਦਮ 'ਤੇ ਹੋ, ਟੈਲੀਵਿਜ਼ਨ ਕਿਤੇ ਵੀ ਤੁਸੀਂ ਕਰ ਰਹੇ ਹੋ, ਤੁਸੀਂ ਆਪਣੇ ਦਮ 'ਤੇ ਹੋ। ਮੋਟੀਵੇਸ਼ਨਲ ਟਾਕ ਤੁਹਾਡੇ ਹੱਥ 'ਚ ਮਾਈਕ ਹੈ, ਕਮੈਂਟਰੀ ਤੁਹਾਡੇ ਹੱਥ 'ਚ ਮਾਈਕ ਹੈ, ਆਪਦੇ ਬਲਬੂਤੇ 'ਤੇ ਹੋ। ਲੇਕਿਨ ਇੱਥੇ ਸਿਆਸਤ ਦੇ ਵਿੱਚ ਹਾਲਾਂਕਿ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਸਕਦੇ ਹੋ, ਲੇਕਿਨ ਤੁਸੀਂ ਕਿਸੇ 'ਤੇ ਨਿਰਭਰ ਹੋ, ਤੁਸੀਂ ਹਾਈ ਕਮਾਂਡ 'ਤੇ ਨਿਰਭਰ ਹੋ। ਔਰ ਹਾਈ ਕਮਾਂਡ ਦੇ ਨਾਲ ਹਰ ਰੋਜ਼ ਕੋਈ ਨਾ ਕੋਈ ਕਿਤੋਂ ਨਾ ਕਿਤੋਂ ਇੱਕ ਗਰੁੱਪ ਬਣਾ ਕੇ ਕਿਸੇ ਤਰੀਕੇ ਉਹਨਾਂ ਨੂੰ ਇਨਫਲੂਐਂਸ ਕਰਦਾ ਹੈ। ਮੈਂ ਕਹਿੰਦਾ ਨਾ, ਇਹੀ ਸਭ ਤੋਂ ਵੱਡੀ ਚੁਣੌਤੀ ਹੈ ਕਿ ਜਿੱਥੇ 5 ਦਾ 500 ਕਰਦੇ ਕੋਈ ਔਰ 500 ਨੂੰ 0 ਕਰਦੇ ਕੋਈ, ਉੱਥੇ ਲੜ ਕੇ ਪੰਜਾਬ ਦੇ ਲੋਕਾਂ ਦੀ ਤਸਵੀਰ ਔਰ ਤਕਦੀਰ ਬਦਲ ਦੇਣੀ। ਇਹਦੇ 'ਚ ਨਵਜੋਤ ਸਿੰਘ ਸਿੱਧੂ ਦਾ ਆਪਣਾ ਅਹਿਮ ਨਹੀਂ, ਬਾਬੇ ਦੀ ਮਿਹਰ ਹੈ। ਜੇ ਕਰਤਾਰਪੁਰ ਦਾ ਲਾਂਘਾ ਉਹਨੇ ਖੁਲਾਤਾ ਤੇ ਪੰਜਾਬ ਵੀ ਇੱਕ ਦਿਨ ਜ਼ਰੂਰ ਬਾਬਾ ਨਾਨਕ ਸੰਵਾਰੇਗਾ। ਸਿੱਧੂ ਸਾਹਿਬ, ਹੁਣ ਤੁਸੀਂ ਕਰਤਾਰਪੁਰ ਲਾਂਘੇ ਦਾ ਜ਼ਿਕਰ ਕਰ ਲਿਆ। ਪਾਕਿਸਤਾਨ ਤੋਂ ਵੀ ਬੜੇ ਤੁਹਾਡੇ ਬਾਰੇ ਸੁਨੇਹੇ ਆਏ, ਅਸੀਂ ਉਦੋਂ ਵੀ ਬੜੇ ਪ੍ਰੋਗਰਾਮ ਕੀਤੇ। ਕਰਤਾਰਪੁਰ ਲਾਂਘੇ ਦੇ ਨਾਲ ਤੁਸੀਂ ਬਾਕੀ ਲਾਂਘਿਆਂ ਦੀ ਗੱਲ ਕਰਦੇ ਰਹੇ ਹੋ, ਹੁਸੈਨੀ ਵਾਲਾ, ਅਟਾਰੀ ਵਾਹਗਾ, ਇਹ ਖੁੱਲ੍ਹਣਾ ਚਾਹੀਦਾ ਜੇ ਪੰਜਾਬ ਨੂੰ ਆਪਦੇ ਪੈਰਾਂ 'ਤੇ ਖੜੇ ਹੋਣ ਦੇਣਾ ਤਾਂ। ਸਿੱਧੂ ਸਾਹਿਬ, ਹੁਣ ਤੁਹਾਡੇ 'ਤੇ ਕੋਈ ਪ੍ਰੈਸ਼ਰ ਹੈ ਕਿ ਤੁਸੀਂ ਉਸ ਦੀ ਗੱਲ ਘੱਟ ਕਰਨ ਲੱਗੇ ਹੋ, ਜਾਂ
ਪਾਕਿਸਤਾਨ ਦੇ ਉੱਤੇ ਇੱਕ ਇਹੋ ਜਿਹੀ ਪੋਲਿਟਿਕਸ ਇੱਥੇ ਕੀਤੀ ਜਾ ਰਹੀ ਹੈ ਜਿੰਦੇ ਕਰਕੇ ਨੌਜਵਾਨ ਸਿੱਧੂ ਹੈ ਉਹ ਫਰੰਟ ਫੁੱਟ ਤੇ ਨਹੀਂ ਆ ਰਹੇਗੇ, ਡਿਫੈਂਸਿਵ ਹੋਏ ਪਏ, ਹਮੇਸ਼ਾ ਹੀ ਫਰੰਟ ਫੁੱਟ ਤੇ ਰਿਹਾ। ਆਹ ਕੱਲ ਮੈਂ ਕਹਿ ਕੇ ਹਟਿਆ, ਅੱਜ ਤੁਹਾਡੇ ਸਾਹਮਣੇ ਫੇਰ ਕਹਿ ਰਿਹਾ, ਬੋਲੋ ਕੀ ਕਹਾ। ਸਿੱਧਾ ਗੱਲ ਕਰਦਾ ਮੈਂ ਕਿ ਅੱਜ 6 ਮਹੀਨਿਆਂ 'ਚ ਜੇ 60 ਸਾਲ ਤਰੱਕੀ ਕਰ ਸਕਦਾ ਪੰਜਾਬ ਤੇ ਬਾਰਡਰ ਖੋਲ੍ਹਣ ਤੇ ਕਰ ਸਕਦਾ। ਠੋਕ ਕੇ ਕਹਿ ਰਿਹਾ ਕਿ ਤੁਸੀਂ 5 ਰੁਪਏ ਡੀਜ਼ਲ ਸੀ 1992 'ਚ, ਤੁਸੀਂ 2022 'ਚ 100 ਕਰਤਾ, 25 ਗੁਣਾ ਵਧਾਤਾ। ਜੱਟ ਦੀ MSP ਕਣਕ ਦੀ 330 ਰੁਪਏ ਸੀ, ਤੁਸੀਂ ਉਹ 1700 ਕੀਤੀ, 5 ਗੁਣੇ ਵੀ ਨਹੀਂ ਵਧਾਈ। ਠੀਕ ਹੈ। 1970 ਦੇ ਵਿੱਚ 90 ਰੁਪਏ ਇੱਕ ਪ੍ਰੋਫੈਸਰ ਦੀ ਤਨਖਾਹ ਸੀ, ਅੱਜ ਉਹ 400 ਗੁਣਾ ਵੱਧ ਗਈ, MSP 15 ਗੁਣਾ ਵਧੀ ਹੈ। ਮੈਂ ਤੁਹਾਨੂੰ ਕਹਿਣਾ ਕਿ ਮੈਂ ਬਾਰਡਰ ਦੇ ਉੱਤੇ ਅੱਜ 1700 ਰੁਪਏ ਦੀ ਕਣਕ ਰੱਖੂੰਗਾ, ਇੱਕ ਦਿਨ ਦੇ ਵਿੱਚ ਉਹ 1700 ਦੀ ਕਣਕ 3000 ਦੇ ਵਿੱਚ ਵਿਕੇਗੀ। ਮੈਂ 3200 ਦੀ ਬਾਸਮਤੀ ਰੱਖੂੰਗਾ, 7000 ਦੀ ਵਿਕੇਗੀ। ਮੈਂ 1 ਕਿਲੋ ਅਦਰਕ 22 ਰੁਪਏ ਦਾ ਰੱਖੂੰਗਾ, 150 ਦਾ ਵਿਕੇਗਾ। ਮੈਂ 5 ਰੁਪਏ ਦਾ ਮਟਰ ਰੱਖੂੰਗਾ, 35 ਰੁਪਏ ਦਾ ਵਿਕੇਗਾ, ਔਰ ਕੁਛ ਟੁੱਟੇਗਾ ਨਹੀਂ। ਇਹਨਾਂ ਦਾ ਪਿਓ ਦੇ ਸਕਦਾ ਐਡੀ ਵੱਡੀ ਮਾਰਕੀਟ। ਸਾਡਾ ਮਾਲ ਅਡਾਨੀ ਦੇ ਪੋਰਟ ਤੇ 2100 ਕਿਲੋਮੀਟਰ ਦੁਬਈ ਹੋ ਕੇ ਜਾਵੇ ਤੇ 22 ਕਿਲੋਮੀਟਰ ਕਿਉਂ ਨਾ ਜਾਵੇ? ਕਰਾਚੀ ਬੰਬੇ ਖੁੱਲਾ ਤੇ ਅੰਮ੍ਰਿਤਸਰ ਲਾਹੌਰ ਕਿਉਂ ਨਾ? ਸਰਕਾਰਾਂ ਨੂੰ ਉਦੋਂ ਮੰਨੂ ਜਿੱਦਣ ਕੋਈ ਬੰਦਾ ਅੰਮ੍ਰਿਤਸਰ ਦੇ ਵਿੱਚ ਸਾਗ ਮੱਕੀ ਦੀ ਰੋਟੀ ਖਾਊ ਤੇ ਲਾਹੌਰ ਜਾ ਕੇ ਉੱਥੇ ਬਿਰਿਆਨੀ ਖਾ ਕੇ ਆਪਣਾ ਕੰਮ ਕੁਮ ਨਿਬੇੜ ਕੇ ਵਾਪਸ ਆਊ, ਉਸ ਦਿਨ ਮੰਨੂ ਸਰਕਾਰਾਂ ਨੂੰ। ਤੁਸੀਂ ਬਹੁਤ ਇਸ ਆਪਦੇ ਸੰਬੋਧਨ ਵਿੱਚ ਉੱਥੇ ਵੀ ਕਿਹਾ, ਪਾਕਿਸਤਾਨ ਵੀ ਕਿਹਾ 34 ਦੇਸ਼ਾਂ ਦਾ ਵਪਾਰ ਹੈ। ਹੁਸ਼ਿਆਰਪੁਰੀਏ ਚਿੱਟੇ ਕੁੜਤੇ ਪਜਾਮੇ ਪਾ ਕੇ ਬਲਕ ਬੁਖਾਰੇ ਜਾਂਦੇ, ਉੱਥੇ ਵਿਆਹ ਵੀ ਕਰਾਉਂਦੇ, ਫਿਰ ਕਹਿੰਦੇ ਜੋ ਸੁੱਖ ਛੱਜੂ ਦੇ ਚਬਾਰੇ ਨਾ ਬਲਕ ਨਾ ਬੁਖਾਰੇ। ਮੇਰਾ ਪਿਓ ਇਸਲਾਮੀਆ ਕਾਲਜ ਸ਼ਾਮ ਨੂੰ ਹਾਕੀ ਖੇਡ ਕੇ ਵਾਪਸ ਅੰਮ੍ਰਿਤਸਰ ਆ ਜਾਂਦਾ ਸੀ। ਇਹ ਭਾਈ ਕਿਉਂ ਤਾਲੇ ਲਾਤੇ ਸਾਡੀ ਕਿਸਮਤ ਦੇ ਉੱਤੇ? ਇਹ ਭਾਈ ਸਾਡੀ ਗੋਭੀ ਜਾ ਕੇ ਉੱਥੇ ਬਰਸਲ ਸਪਰਾਊਟ ਖਾਂਦੇ, ਸਾਡੀ ਗੋਭੀ ਜਾ ਕੇ ਕਿਉਂ ਨਾ ਵਿਕੇ ਮਾਸਕੋ? ਕਿਉਂ 34 ਦੇਸ਼ਾਂ ਦੇ ਵਿੱਚ ਕਿਉਂ ਨਾ ਜਾਵੇ? ਇਹ ਕੀ ਮਜ਼ਾਕ ਹੈ? ਤੁਸੀਂ ਇਹਦੇ ਬਾਰੇ ਕੋਈ ਚਿੱਠੀ ਪੱਤਰੀ ਕੀਤੀ ਹੈ ਜਾਂ ਸਿਰਫ ਭਾਸ਼ਣ ਤੱਕ ਸੀਮਤ ਹੈ? ਮਹਾਰਾਜ ਮੈਂ ਠੋਕ ਕੇ ਗੱਲ ਕੀਤੀ। ਮੈਂ ਸੁਸ਼ਮਾ ਸਵਰਾਜ ਜੀ ਕੋਲ ਜਾ ਕੇ ਆਇਆ, ਉਹ ਮੈਨੂੰ ਯਾਦ ਹੈ, ਮੈਂ ਉੱਥੋਂ ਸਰਕਾਰਾਂ ਨੂੰ ਕਿਹਾ, ਹਰ ਥਾਂ ਦੇ ਉੱਤੇ ਕਿਹਾ। ਤੁਸੀਂ ਉਸ ਤੋਂ ਬਾਅਦ ਕੇਂਦਰ ਸਰਕਾਰ ਨਾਲ ਕੋਈ ਰਾਬਤਾ ਕੀਤਾ ਇਸ ਬਾਰੇ? ਮੈਂ ਪੂਰਾ ਰਾਬਤਾ ਕੀਤਾ। 2 ਸਾਲ ਪਹਿਲਾਂ ਤਾਂ ਵਪਾਰ ਖੁੱਲ੍ਹਾ ਸੀ ਸਾਹਿਬ, ਫਿਰ ਉਹ MSME ਸਟੇਟਸ ਦੀ ਗੱਲ ਆ ਗਈ, ਫਿਰ ਲੜਾਈਆਂ ਹੋ ਗਈਆਂ, ਫਿਰ ਪਤਾ ਨਹੀਂ। ਦੇਖੋ ਨਾ, ਹੁਣ ਚਿੱਠੀ ਲਿਖਣੀ ਹੈ ਕੋਈ ਤੁਸੀਂ? ਅਸੀਂ 70 ਸਾਲ ਦੀ ਲੜਾਈ ਤੋਂ ਕੀ ਖੱਟਿਆ ਦੱਸੋ? ਮੈਂ ਕਹਿੰਦਾ ਵਰਲਡ ਵਾਰ 2 ਹੋਈ 1942 ਦੇ ਵਿੱਚ ਸਾਹਿਬ। ਜਰਮਨੀ ਨੇ ਸਾਰਾ ਯੂਰਪ ਢਾਤਾ, ਜਾਪਾਨ ਨੇ ਸਾਰਾ ਯੂਰਪ ਢਾਤਾ, ਮੁਸੋਲਿਨੀ ਨੇ ਇਟਲੀ ਤੋਂ ਲੈ ਕੇ ਮੈਂ ਕਹਿੰਦਾ ਜਿਹੜਾ ਵੀ ਸੀ ਵੈਨੇਜ਼ੁਏਲਾ ਤੋਂ ਲੈ ਕੇ ਸਭ ਢਾਤਾ, ਖਤਮ ਕਰਤਾ, ਬਰਬਾਦ ਕਰਤਾ। ਐਕਸੈਸ ਪਾਵਰਸ ਬਿਲਕੁਲ ਖਤਮ ਹੋ ਗਈਆਂ। ਫਿਰ ਉਹਨਾਂ ਨੇ ਜਿੱਤ ਹਾਸਲ ਕੀਤੀ। ਜਿੱਤਣ ਤੋਂ ਬਾਅਦ ਉਹਨਾਂ ਨੇ ਕਿਹਾ ਇੰਨੀ ਬਰਬਾਦੀ ਹੋ ਗਈ ਹੈ, ਇਹਨੂੰ ਕਿੱਦਾਂ ਕੰਪਨਸੇਟ ਕਰਾਂਗੇ? ਉਹਨਾਂ ਨੇ ਬਾਰਡਰ ਖੋਲ੍ਹਤੇ, ਸਾਰੇ ਯੂਰਪ ਦੇ ਬਾਰਡਰ ਖੋਲ੍ਹਤੇ। ਇੱਕ ਵੀਜ਼ਾ ਲਓ ਤੇ 25 ਦੇਸ਼ਾਂ ਦੇ ਵਿੱਚ ਜਿੱਧਰ ਮਰਜ਼ੀ ਘੁੰਮ ਜਾਓ। ਅੱਜ ਯੂਰੋ ਡਾਲਰ ਨਾਲੋਂ ਤਕੜਾ ਹੈ। ਖੜੇ ਹੋ ਗਏ ਸਾਰੇ ਦੇਸ਼ ਉਹ ਯੂਰਪ ਵਾਲੇ। ਤੇ ਭਾਈ ਬੰਗਲਾਦੇਸ਼ ਤੋਂ ਲੈ ਕੇ ਕੱਚ ਪਨਿਨਸੁਲਾ, ਮੈਂ ਇਕੱਲੇ ਪੰਜਾਬ ਦੀ ਗੱਲ ਕਰਦਾ, ਮੈਂ ਗੁਜਰਾਤ ਦੀ ਵੀ ਗੱਲ ਕਰਦਾ, ਕੱਚ ਪਨਿਨਸੁਲਾ ਤੱਕ ਤੁਸੀਂ ਖੋਲੋ ਬਾਰਡਰ। ਜਿਹੜੇ ਬੰਦੇ ਪਾਸਪੋਰਟ ਵਾਲੇ ਨੇ ਉਹਨਾਂ ਨੂੰ ਜਾਣ ਦਿਓ, ਉਹਨਾਂ ਦੀ ਤਾਂ ਸ਼ਨਾਖਤ SSP ਕਰਦਾ ਹੈ, ਉਹਨਾਂ ਨੂੰ ਕਿਉਂ ਨਹੀਂ ਜਾਣ ਦਿੰਦੇ ਤੁਸੀਂ ਇਹਦੇ ਬਾਰੇ ਕੋਈ ਚਿੱਠੀ ਪੱਤਰ ਜੇ ਲਿਖਿਆ ਤਾਂ ਉਹਦਾ ਕੋਈ ਜਵਾਬ ਆਇਆ ਤੁਹਾਡੇ ਕੋਲ? ਮੈਂ ਪਹਿਲਾਂ ਬੜਾ ਲਿਖਦਾ ਰਿਹਾ। ਜਿਹੜੀ ਕੁਆਰੰਟੀਨ ਸੀ ਜਦੋਂ ਮੈਂ MPC ਉਹ ਸ਼ੁਰੂ ਕਰਾਈ ਸੀ, ਮੈਂ ਇੱਥੇ ਮਤਲਬ ਬੱਕਰਾ ਜੇ ਕਿਸੇ ਨੇ ਪਾਕਿਸਤਾਨ ਵੱਲ ਨੂੰ ਭੇਜਣਾ ਹੈ ਤੇ ਉਹਨੂੰ ਦਿੱਲੀ ਲਿਜਾਣਾ ਪੈਂਦਾ ਸੀ, ਉੱਥੇ ਟੈਸਟਿੰਗ ਕਰਾਉਣੀ ਪੈਂਦੀ ਸੀ। 20 ਕਿਲੋਮੀਟਰ ਜਾਣ ਵਾਸਤੇ 500 ਕਿਲੋਮੀਟਰ ਇੱਧਰ ਨੂੰ 250 ਜਾਣ ਤੇ 250 ਆਉਣ। ਬੱਕਰਾ 40 ਕਿਲੋ ਦਾ ਲਿਜਾਂਦਾ ਤੇ 20 ਦਾ ਰਹਿ ਜਾਂਦਾ ਸੀ। ਇਹ ਇਨਸਾਫ ਸੀ? ਕੁਆਰੰਟੀਨ ਮੈਂ ਖਲਾਈ ਸੀ। ਤੁਸੀਂ ਫਲਾਈਟਸ ਬਾਰੇ ਵੀ ਉਦੋਂ ਬੜਾ ਜ਼ੋਰ ਲਾਇਆ, ਫਲਾਈਟਾਂ ਵੀ ਸਾਰੀਆਂ ਚਲਵਾਈਆਂ, ਉਦੋਂ ਬੜਾ ਜ਼ੋਰ ਲਾਇਆ ਤੁਸੀਂ। NRIs ਨੇ ਤੁਹਾਡੇ ਬਾਰੇ ਸੁਨੇਹੇ ਵੀ ਭੇਜੇ, 에ਅਰਪੋਰਟ ਬਣਾਇਆ। ਹਾਂ, ਹੁਣ NRIs ਇੱਕ ਹੋਰ ਸਵਾਲ ਕਰਦੇ ਪਿਆ, ਕਹਿੰਦੇ ਸਿੱਧੂ ਸਾਹਿਬ ਪੰਜਾਬ ਮਾਡਲ ਦੀ ਗੱਲ ਕਰਦੇ, ਸਾਨੂੰ ਸਿੱਧੂ ਸਾਹਿਬ ਨੇ ਮਨਫੀ ਕੀਤਾ ਹੋਇਆ। ਮੈਂ ਕਹਿੰਦਾ ਨਵਜੋਤ ਸਿੰਘ ਸਿੱਧੂ ਅੱਜ ਹੀ NRIਆਂ ਦਾ ਪੁਆਇੰਟ ਡਿਕਲੇਅਰ ਕਰਨ ਲੱਗਿਆ, ਕਮਿਸ਼ਨ ਡਿਕਲੇਅਰ ਕਰਨ ਲੱਗਿਆ, ਇੱਕ ਚੀਜ਼ ਡਿਕਲੇਅਰ ਕਰਨ ਲੱਗਿਆ। NRI ਤੇ ਸਾਡੀ ਜਿੰਦ ਜਾਨ ਨੇ ਭਾਈ। ਅੱਜ ਨਵਜੋਤ ਸਿੰਘ ਸਿੱਧੂ ਸੋਚ ਵੀ ਨਹੀਂ ਸਕਦਾ ਪੰਜਾਬ ਦੀ ਫੈਸਿਲਿਟੇਸ਼ਨ ਬਗੈਰ NRIਆਂ ਦੇ। ਤੁਹਾਨੂੰ ਅੱਜ ਸ਼ਾਮ ਨੂੰ ਮਾਡਲ ਮਿਲੇਗਾ ਸਾਹਿਬ, ਔਰ ਐਡਾ ਜ਼ਬਰਦਸਤ ਮਾਡਲ ਹੈ। ਉਹ ਇੱਥੇ ਸੁਣਦੇ ਪਏ ਤੁਹਾਨੂੰ ਇਸ ਵੇਲੇ। ਮੈਂ ਕਹਿ ਰਿਹਾ, ਮੈਂ ਤੁਹਾਨੂੰ ਅੱਜ ਕਹਿ ਰਿਹਾ ਕਿ ਪੰਜਾਬ ਦੇ NRI ਦਾ ਸਰੀਰ ਭਾਵੇਂ ਉੱਥੇ ਹੋਵੇ,
ਲੇਕਿਨ ਇੱਕ ਜਨਰੇਸ਼ਨ ਪੂਰੀ ਹੈ ਜਿਹਦੀ ਆਤਮਾ ਪੰਜਾਬ ਦੀਆਂ ਗਲੀਆਂ ਦੇ ਵਿੱਚ ਹੈ, ਉਹਨਾਂ ਦੀ ਰੂਹ ਇੱਥੇ ਹੈ। ਅਤੇ ਅਸੀਂ ਉਹਨਾਂ ਦਾ ਕਮਿਸ਼ਨ ਬਣਾ ਕੇ ਉਹਨਾਂ ਦੇ ਮਸਲੇ ਬਗੈਰ ਕਿਸੇ ਉੱਥੇ ਜਾਏ SSP ਦੇ DSP ਦੇ ਆਪਣੇ ਪਲਾਟਾਂ ਦੇ ਮਸਲੇ, ਔਰ ਅਸੀਂ ਉਹਨਾਂ ਨੂੰ ਬਿਜ਼ਨਸ ਫੈਸਿਲਿਟੇਸ਼ਨ ਦੇਖਿਓ ਤੁਸੀਂ ਕੈਸੀ ਦੇਵਾਂਗੇ। ਇਹ ਨਵਜੋਤ ਸਿੱਧੂ ਹੈ, ਕੋਈ 500 ਰੁਪਏ $500 ਦੀ ਪਲੇਟ ਖਾਣ ਨਹੀਂ ਗਿਆ ਕਦੇ ਉੱਥੇ, ਸਮਝਿਆ ਨਹੀਂ। ਕੇਜਰੀਵਾਲ ਨਹੀਂ ਹੈ ਕਿ ਉੱਥੇ ਜਾ ਕੇ 25 ਡਿਨਰ ਕਰੇਗਾ ਅਤੇ ਪੈਸਿਆਂ ਦੀ ਪੰਡ ਬਣ ਕੇ ਵਾਪਸ ਆ ਜਾਏਗਾ। ਸਿੱਧੂ ਨੇ 5 ਪੈਸੇ ਨਹੀਂ ਲਿਆਂਦੇ ਕਦੇ। ਔਰ ਇਹ ਕਹਿ ਰਿਹਾ, ਜੇ NRI ਤੁਹਾਨੂੰ ਕਹਿੰਦੇ ਹੋਣਗੇ ਅਸੀਂ ਤੁਹਾਨੂੰ ਫੰਡ ਦੇਣੇ ਆ, ਮੈਂ ਕਹਿੰਦਾ ਜੇ ਉਹ ਫੰਡ ਦੇਣਗੇ ਤੇ ਐਸਕਰੋ ਅਕਾਊਂਟ ਬਣਾਉਣ, ਐਸਕਰੋ ਅਕਾਊਂਟ ਬਣਾ ਕੇ ਆਪ ਕਰਨ। ਮੈਨੂੰ ਕਦੇ ਕਿਸੇ ਨੇ ਇਲੈਕਸ਼ਨ ਫੰਡ ਦੇਣਾ ਹੋਵੇ ਤੇ ਮੈਂ ਆਪਣੇ ਆਪ ਨਹੀਂ ਲੈਂਦਾ, ਉਹ ਮੈਂ ਉਹਨੂੰ ਕਹਿੰਦਾ ਖਰਚ ਦੇ ਭਾਈ। ਇਹ ਮੇਰੀ ਇਮਾਨਦਾਰੀ ਹੈ। ਪਹਿਲਾ ਇਲੈਕਸ਼ਨ ਦੇ ਵਿੱਚ ਬਚਿਆ ਸੀ ਤੇ ਮੈਂ ਜੇਤਲੀ ਸਾਹਿਬ ਨੂੰ ਜਾ ਕੇ ਜਿਹੜਾ ਸਾਡਾ ਆਫਿਸ ਸੀ BJP ਦਾ ਉਹਦੇ ਤੇ ਲਾਤੇ ਸੀ। ਇਹ ਨਹੀਂ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਦਾ ਇਹ ਈਮਾਨ ਡੋਲ ਜੇ ਔਰ ਕਿਸੇ ਹੋਰ ਦੇ ਹੱਕ ਲਾਲ ਨੂੰ ਖਾਵੇ। ਸਿੱਧੂ ਸਾਹਿਬ ਦੇ ਬਾਰੇ ਸਾਰੇ ਇੱਕ ਸਵਾਲ ਕਰਦੇ, ਤੁਹਾਡਾ ਕਮਾਈ ਦਾ ਸਾਧਨ ਕੀ ਹੈ? ਮੇਰਾ ਕਮਾਈ ਇੱਕ ਸਵਾਲ। ਦੂਜਾ ਸਵਾਲ ਇਹ ਹੈ ਕਿ ਆਮ ਤੌਰ 'ਤੇ ਹੁਣ ਇੱਕ ਚਰਚਾ ਚੱਲਦੀ ਪਈ ਹੈ ਕਿ ਇਹ MP ਸੀਗਾ ਅਤੇ ਇਹਦੀ ਪ੍ਰਾਪਰਟੀ ਪਹਿਲਾਂ ਨਾਲੋਂ ਘਟੀ ਹੈ। ਸਿੱਧੂ ਸਾਹਿਬ ਜਦੋਂ ਦੇ ਪੋਲੀਟਿਕਸ ਵਿੱਚ ਆਏ ਆ, ਤੁਸੀਂ ਰਘੁਵੰਦਰ ਲਾਲ ਭਾਟੀਆ ਹਰਾਂ ਨੂੰ ਹਰਾਇਆ, 6 ਵਾਰ ਦੇ MP ਸੀ ਉਹ। ਤੁਸੀਂ ਉਦੋਂ ਤਾਂ ਵੈਸੇ ਵਰਲਡ ਟੂਰ 'ਤੇ ਜਾਣਾ ਸੀ, ਪਰ ਇੱਕੋ ਦਮ ਤੁਹਾਡਾ ਪ੍ਰੋਗਰਾਮ ਚੇਂਜ ਹੋ ਗਿਆ। ਠੀਕ ਹੈ। ਵਾਜਪਾਈ ਸਾਹਿਬ ਨੇ ਤੁਹਾਨੂੰ ਆਫਰ ਕੀਤਾ। ਸਿੱਧੂ ਸਾਹਿਬ, ਇਹ 2 ਪੁਆਇੰਟ ਹੈ, ਤੁਹਾਡੀ ਪ੍ਰਾਪਰਟੀ ਘਟੀ ਜਾਂ ਵਧੀ ਅਤੇ ਤੁਹਾਡੀ ਕਮਾਈ ਦਾ ਸਾਧਨ ਕੀ ਹੈ? ਮੇਰੀ ਪ੍ਰਾਪਰਟੀ ਸਿਰਫ ਜਦੋਂ ਮੈਂ ਕ੍ਰਿਕਟ ਖੇਡਦਾ ਸੀ 1995 'ਚ ਮੈਂ ਖਰੀਦੀ। 1995 ਦੇ ਵਿੱਚ ਮੈਂ 8-9 ਸ਼ੋਰੂਮ ਖਰੀਦੇ ਸੀ 1.5 ਕਰੋੜ ਰੁਪਏ ਦੇ ਪਟਿਆਲੇ 'ਚ, ਉਹ ਇਕੱਠੇ ਹੀ ਨੇ ਇੱਕੋ ਥਾਂ 'ਤੇ। ਉਸ ਤੋਂ ਬਾਅਦ ਮੈਂ ਸਿਰਫ 2 ਚੀਜ਼ਾਂ ਬਣਾਈਆਂ, ਉਹ ਵੀ ਟੈਲੀਵਿਜ਼ਨ ਤੋਂ ਬਣਾਈਆਂ, ਚਾਹੇ ਉਹ ਕਪਿਲ ਦਾ ਸ਼ੋਅ ਸੀ, ਚਾਹੇ NDTV ਸੀ, ਚਾਹੇ ਉਹ ਬਿਗ ਬੌਸ ਸੀ, ਚਾਹੇ ਉਹ ਸਟਾਰ ਦੀ ਕਮੈਂਟਰੀ ਸੀ। ਮੈਨੂੰ ਲੱਗਦਾ ਮੈਂ ਘੱਟ ਤੋਂ ਘੱਟ ਨਹੀਂ 100-150 ਕਰੋੜ ਰੁਪਇਆ ਕਮਾਇਆ ਹੋਊਗਾ। ਔਰ ਉਹ ਸਾਰਾ ਅੰਮ੍ਰਿਤਸਰ ਵਾਲੇ ਘਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ। ਮੇਰੇ ਕੋਲ 50 ਲੱਖ ਸੀ ਉਦੋਂ, ਅਤੇ 2 ਫਲੈਟ ਦਿੱਲੀ ਲਏ ਸੀ, ਉਹਦੇ 'ਚੋਂ ਇੱਕ ਵੇਚਤਾ। ਇੱਕ 2 ਬੈਡਰੂਮ ਦਾ ਫਲੈਟ ਮੇਰੇ ਪੁੱਤਰ ਕੋਲ ਹੈ। ਇਹ ਮੇਰੇ ਕੋਲ ਪ੍ਰਾਪਰਟੀ ਹੈ। ਬਾਪ ਨੇ ਘਰ ਬਣਾਇਆ ਇੱਕ ਮੈਂ ਬਣਾਇਆ ਅੰਮ੍ਰਿਤਸਰ, ਇੱਕ ਮੇਰੇ ਪੁੱਤਰ ਕੋਲ ਛੋਟਾ ਜਿਹਾ ਫਲੈਟ ਹੈ, ਅਤੇ ਬਾਕੀ ਸ਼ੋਅਰੂਮਾਂ 'ਚੋਂ 4-5 ਲੱਖ ਰੁਪਈਆ ਸਾਨੂੰ ਕਿਰਾਇਆ ਆਉਂਦਾ। 95 'ਚ ਲਏ ਸੀ। ਇਸ ਤੋਂ ਇਲਾਵਾ ਮੇਰੇ ਕੋਲ ਕੁਛ ਨਹੀਂ ਹੈ। ਅੱਜ ਬੈਂਕ ਦੇ ਅਕਾਊਂਟ 'ਚ ਮੇਰੇ 2.5 ਲੱਖ ਰੁਪਈਆ, ਲੇਕਿਨ ਮੈਂ 2.5 ਕਰੋੜ ਪੰਜਾਬੀਆਂ ਨੂੰ ਖੁਸ਼ੀ ਦੇਣ ਦਾ ਸੁਪਨਾ ਦੇਖਦਾ। 2.5 ਲੱਖ 'ਚ ਬੜਾ ਸੰਤੁਸ਼ਟ। ਕਦੇ ਮਨ ਨਹੀਂ ਕਰਦਾ ਕਿ ਆਪਦੀਆਂ ਬੱਸਾਂ ਹੋਣ, ਆਪਦਾ ਇੱਕ ਚੌਪਰ ਹੋਵੇ? ਮੈਂ ਕਿਹਾ ਕੋਈ ਇੱਕ ਪੰਜਾਬੀ ਖੜਾ ਹੋ ਕੇ ਕਹਦੇ ਸਿੱਧੂ ਦੀ ਖੱਡ ਚੱਲਦੀ ਹੈ, ਸਿੱਧੂ ਦੀ ਦੁਕਾਨ ਚੱਲਦੀ ਹੈ, ਸਿੱਧੂ ਦੀ ਕੋਈ ਬੱਸ ਚੱਲਦੀ ਹੈ, ਸਿੱਧੂ ਦਾ ਪੁੱਤਰ ਕੋਈ ਧੰਦਾ ਕਰਦਾ ਹੈ, ਸਿੱਧੂ ਦੀ ਕੁੜੀ ਮਿਲਾਨ ਨਹੀਂ ਜਾ ਸਕੀ ਕਿਉਂਕਿ ਸਿੱਧੂ ਕੋਲ ਪੈਸੇ ਹੈ ਨਹੀਂ ਸੀ। ਉਹਨੇ ਕਿਹਾ ਪਾਪਾ ਕੋਈ ਗੱਲ ਨਹੀਂ, ਤੂੰ ਆਪਣਾ ਸੁਪਨਾ ਪੂਰਾ ਕਰ। ਜੇ ਅੱਜ ਮੈਂ ਕੁੜੀ ਵਿਆਹਣੀ ਹੋਵੇ ਔਰ ਮੈਨੂੰ 3 ਕਰੋੜ ਖਰਚੇ ਨੂੰ ਕਹੇ, ਮੈਂ ਬਿਲਕੁਲ ਨਹੀਂ ਵਿਆਹੂੰਗਾ, ਕਿਉਂਕਿ ਮੈਂ ਉਹਦੀ ਮਾਂ ਨੂੰ ਲੈ ਕੇ ਆਇਆ ਸੀ ਅਤੇ 7 ਬੰਦੇ ਸੀ ਅਸੀਂ, ਇੱਕ ਧੱਕੇ ਨਾਲ ਆ ਗਿਆ ਸੀ ਧੂਰੀਓਂ, 8 ਹੋ ਗਏ ਸੀ। ਕਿਸ ਕੋਈ ਇਤਿਹਾਸ ਗਵਾਹ ਹੈ, 8 ਬੰਦਿਆਂ 'ਚ ਵਿਆਹ ਕੀਤਾ ਮੈਂ। ਔਰ ਮੇਰੇ ਕੋਲ 72,000 ਸੀ, ਮੈਂ 72,000 ਦੇ ਕੱਪੜੇ ਖਰੀਦ ਕੇ ਦੇਤੇ ਸੀ ਉਹਨੂੰ, ਹੋਰ ਕੁਛ ਨਹੀਂ ਸੀ ਮੇਰੇ ਕੋਲ। ਔਰ ਅੱਜ ਵੀ ਨਵਜੋਤ ਸਿੰਘ ਸਿੱਧੂ ਉੱਥੇ ਹੀ ਖੜਾ। ਜੇ ਮੇਰਾ ਪੁੱਤਰ ਵਿਆਹਿਆ ਜਾਏਗਾ ਤੇ 21 ਬੰਦਿਆਂ ਤੋਂ ਵੱਧ ਨਹੀਂ ਹੋਣਗੇ, ਤੇ ਜੇ ਮੇਰੀ ਕੁੜੀ ਤੋਂ ਕੋਈ ਦਾਜ ਮੰਗੂਗਾ ਮੈਂ ਗਲੋਟਾ ਕਰ ਦੂੰ, ਕੁੜੀ ਨਹੀਂ ਦਿੰਦਾ। ਸਿੱਧੂ ਸਾਹਿਬ, ਤੁਹਾਡੇ ਬਾਰੇ ਨਾ ਇੱਕ ਪਰਸੈਪਸ਼ਨ ਬਿਲਟ ਹੋਈ ਪਈ ਹੈ ਕਿ ਸਿੱਧੂ ਸਾਹਿਬ ਦੇ ਵਿੱਚ ਈਗੋ ਹੈ, ਸਿੱਧੂ ਸਾਹਿਬ ਮੈਂ ਬਹੁਤ ਕਰਦੇ ਆ, ਸਿੱਧੂ ਸਾਹਿਬ ਹਮੇਸ਼ਾ ਦੱਸਦੇ ਆ ਮੈਂ ਭਗਵੰਤ ਸਿੰਘ ਦਾ ਮੁੰਡਾ, ਜੇ ਉਸ ਸਿੱਧੂ ਨਾ ਹੁੰਦਾ ਤਾਂ ਇਹ ਨਾ ਹੁੰਦਾ। ਇਸ ਪਰਸੈਪਸ਼ਨ ਨੂੰ ਕਿਵੇਂ ਤੋੜੋਗੇ ਤੁਸੀਂ? ਕਿਉਂ ਇਹ ਕਿਹਾ ਜਾਂਦਾ? ਕਿਉਂਕਿ ਅੱਜ ਜਿਸ ਤਰੀਕੇ ਨਾਲ ਤੁਸੀਂ ਗੱਲ ਕਰਦੇ ਪਏ ਹੋ, ਮੈਨੂੰ ਇਹ ਲੱਗਦਾ ਪਿਆ ਕਿ ਮਿਸਟਰ ਸਿੱਧੂ ਦਾ ਬਦਲਿਆ ਹੋਇਆ ਰੂਪ ਮੇਰੇ ਸਾਹਮਣੇ ਬੈਠਾ ਹੈ। ਨਹੀਂ, ਉਹ ਇਸ ਕਰਕੇ ਹੈ ਵੀ ਤੁਸੀਂ ਸਵਾਲ ਸਹੀ ਕਰ ਰਹੇ ਹੋ। ਇੱਥੇ ਉਹ 18G ਵਾਲਾ ਆ ਗਿਆ, ਉਹਨੂੰ ਐਂ ਲੱਗਦਾ ਵੀ ਮੈਂ ਹੀ ਆਤਮਦਾਈ ਹਾਂ। ਫਿਰ ਮੈਂ ਉਹਨੂੰ ਜਦੋਂ ਗਲੋਟਾ ਕਰਕੇ ਭਗਾ ਕੇ ਥੱਲੇ ਮਾਰਦਾ, ਫਿਰ ਉਹ ਦੇਖਦਾ ਸੱਜੇ ਖੱਬੇ ਨੂੰ, ਕਦੇ ਐਂ ਦੇਖਦਾ, ਕਦੇ ਐਂ ਦੇਖਦਾ, ਕਦੇ ਇਸ ਤਰ੍ਹਾਂ। ਕੋਈ ਮੇਰੇ ਨਾਲ ਸਵਾਲ ਕਰੂਗਾ ਤਾਂ ਇਸ ਤਰ੍ਹਾਂ ਹੀ ਜਵਾਬ ਪਾਊਗਾ। ਕਾਮਲ ਬੈਠਾ ਇਹ ਵੀ ਸਵਾਲ ਐਂ ਕਰਦਾ, ਤੇ ਮੈਂ ਇੱਦਾਂ ਹੀ ਜਵਾਬ ਦਿੰਦਾ, ਬੋਲ ਵੀ ਦੱਸ। ਅਤੇ ਹੁਣ ਜੇ ਕੋਈ ਜ਼ਿਆਦਾ ਸਿਆਣਾ ਹੋਊਗਾ, ਕਈ ਵਾਰ ਜ਼ਿਆਦਾ ਸਿਆਣਾ ਕਾਂ ਜਿਹੜਾ ਹੈਗਾ ਉਹ ਗੰਦਗੀ 'ਤੇ ਬਹਿੰਦਾ, ਫਿਰ 2 ਵਾਰ ਮਾਰਦਾ ਚੁੰਝ, ਟੂਈ ਅਤੇ ਖਰਾਬ ਹੁੰਦਾ ਉਹ। ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਕਾਹਦੇ 'ਤੇ ਬੈਠਦਾ, ਗੰਦਗੀ ਕਿਹੜੀ ਹੈ। ਸਵਾਲ ਇੰਨਾ ਹੀ ਹੈ, ਜ਼ਿਆਦਾ ਸਿਆਣਾ ਨਾ ਬਣੋ ਸਿੱਧੂ ਨਾਲ। ਸਿੱਧੂ ਨੇ ਇਹ ਵਾਲ ਜਿਹੜਾ ਚਿੱਟਾ ਹੋਇਆ, ਇਹ ਤੋਂ 5 ਸਫੇਦ ਕੀਤੇ ਹੈ। ਇਸ ਕਰਕੇ ਮੈਨੂੰ ਆਉਂਦਾ ਹੈ, ਮੈਂ ਆਪਣੇ ਅੰਦਰ ਉਤਰਿਆ ਹੋਇਆ ਬੰਦਾ। ਜੇ ਕੋਈ ਸ਼ਰਾਫਤ ਨਾਲ ਸਵਾਲ ਕਰੇਗਾ, ਮੈਂ ਸ਼ਰੀਫ ਦਾ ਸ਼ਰੀਫ ਹਾਂ, ਪਰ ਜੇ ਕੋਈ ਜ਼ਿਆਦਾ ਹੀ ਚੈਟ ਬਣਨ ਦੀ ਕੋਈ ਕਰਦਾ, ਮੈਂ ਪੂੰਝੇ ਲਾ ਦੇਣਾ।
ਇਹ ਤਾਂ ਜੈਸੇ ਕੋ ਤੈਸਾ ਹੈ ਨਾ ਪੋਲਿਟਿਕਸ ਦੇ ਵਿੱਚ, ਇੰਨੀ ਉਹ ਗੱਲ ਹੈ। ਚਲੋ ਮੈਂ ਇੱਕ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਇੱਕ ਕਲਸਟਰ ਦੀ ਗੱਲ ਕੀਤੀ ਸੀਗੀ, ਪਿੰਡਾਂ ਦੇ ਵਿੱਚ ਕਲਸਟਰ ਬਣਾਏ ਜਾਣਗੇ, ਪਿੰਡਾਂ ਨੂੰ ਆਪਸ ਵਿੱਚ ਜੋੜਿਆ ਜਾਊਗਾ। ਤੁਸੀਂ ਇੱਕ ਇਹ ਵੀ ਗੱਲ ਕੀਤੀ ਸੀ ਗਰਾਊਂਡਸ ਵੀ ਅਸੀਂ ਬਣਾਵਾਂਗੇ, ਨਾ ਬਾਸਕਟਬਾਲ ਦੇ ਉੱਤੇ ਕੋਈ ਵਕਤ ਲੱਗਦਾ ਹੈ ਤੇ ਨਾ ਕਬੱਡੀ ਵਾਲੇ ਗਰਾਊਂਡ ਤੇ ਵਕਤ ਲੱਗਦਾ ਹੈ। ਤੁਸੀਂ ਕਲਸਟਰ ਦੀ ਕੋਈ ਗੱਲ ਕੀਤੀ ਹੈ, ਪਿੰਡਾਂ ਨੂੰ ਇੱਕ ਕਲਸਟਰ ਦੇ ਰੂਪ ਵਿੱਚ ਅੱਗੇ ਵਧਾਇਆ ਜਾਊਗਾ? ਨਹੀਂ, ਮੈਂ ਕੀ ਗੱਲ ਕੀਤੀ ਹੈ, ਸਪੋਰਟਸ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ, ਮੈਂ ਕਿਹਾ ਇਹਦੇ 'ਚ ਪੈਸੇ ਨਹੀਂ ਲੱਗਦੇ। ਅਗਰ ਤੁਸੀਂ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ, ਅਗਰ ਤੁਸੀਂ ਮੁੰਡਿਆਂ ਨੂੰ ਪੁਲਿਸ ਦੇ ਵਿੱਚ ਔਰ ਆਰਮੀ 'ਚ ਭਰਤੀ ਕਰਨਾ ਹੈ, ਤੇ ਤੁਹਾਨੂੰ ਇੱਕ ਇੱਕ ਪਿੰਡ 'ਚ ਜਿਹੜੀ ਸ਼ਾਮਲਾਟ ਦੀ ਜ਼ਮੀਨ ਹਰੇਕ ਪੋਲੀਟੀਸ਼ੀਅਨ ਦੱਬਣ ਨੂੰ ਫਿਰਦਾ ਹੈ, ਉਹਦਾ 1000 ਗਜ ਥਾਂ, 500 ਗਜ ਥਾਂ ਇੱਕ ਵਾਲੀਬਾਲ ਦਾ ਨੈੱਟ ਲਾਓ, ਇੱਕ ਬੈਡਮਿੰਟਨ ਦਾ ਨੈੱਟ ਲਾਓ, 2 ਅਖਾੜੇ ਬਣਾਓ ਕੁਸ਼ਤੀ ਤੇ ਕਬੱਡੀ ਵਾਲੇ, ਠੀਕ ਹੈ ਕਿ ਨਹੀਂ? ਇਹਦੇ 'ਚ ਕੀ ਲੱਗਦਾ ਹੈ? ਤੇ 5 ਪਿੰਡਾਂ ਦੇ ਵਿੱਚ ਉਹ ਪੌੜੀਆਂ ਵਾਲਾ ਸਟੇਡੀਅਮ ਨਹੀਂ, ਇੱਕ ਗਰਾਊਂਡ ਦਿਓ ਜਿਹਦੇ 'ਚ ਸਿੰਥੈਟਿਕ ਟਰੈਕ ਹੋਵੇ ਰਨਿੰਗ ਵਾਲਾ, ਹਰ ਐਥਲੈਟਿਕ ਦੀ ਫੈਸਿਲਿਟੀ ਹੋਵੇ, ਉਹਦੇ ਨਾਲ ਇੱਕ ਗਰਾਊਂਡ ਹੋਵੇ ਜਿੱਥੇ ਹਾਕੀ ਖੇਡ ਸਕਣ, ਮੈਟ ਲੱਗੀ ਹੋਵੇ ਜਾਂ ਫੁੱਟਬਾਲ ਖੇਡ ਸਕਣ। ਨਹੀਂ, ਮੇਰਾ ਇਹ 5 ਪਿੰਡਾਂ ਦਾ, 5 ਪਿੰਡਾਂ ਤੋਂ ਅੱਗੇ 4 ਅਕੈਡਮੀਆਂ। ਜੇ ਕੋਈ ਛੋਟਾ ਬੱਚਾ ਟੈਲੈਂਟਡ ਹੈ ਔਰ ਉਹ ਸਕੂਲੇ ਪੜ੍ਹਨਾ ਚਾਹੁੰਦਾ ਔਰ ਗੇਮ ਖੇਡਣਾ ਚਾਹੁੰਦਾ ਹੈ, ਤੇ ਪੰਜਾਬ ਪੰਜਾਬ ਜਿਹੜਾ ਸਰਕਾਰ ਹੈ ਉਹਨੂੰ ਸਕਾਲਰਸ਼ਿਪ ਦੇ ਉੱਤੇ ਪੜ੍ਹਾਵੇ। ਉਹਨੂੰ ਕਹਿੰਦੇ ਨੇ ਕੈਚ ਦੈਮ ਯੰਗ, ਸਾਰੇ ਦੇਸ਼ਾਂ 'ਚ ਹੀ ਹੁੰਦਾ। ਔਰ ਉਹ ਮਾਝੇ, ਮਾਲਵੇ ਤੇ ਦੁਆਬੇ ਦੇ ਵਿੱਚ, ਮਾਲਵੇ 'ਚ 2 ਅਕੈਡਮੀਆਂ, ਉੱਥੇ ਜਾ ਕੇ ਫੈਸਿਲੀਟੇਟ ਹੋਵੇ, ਉਹਨੂੰ ਕਾਲਜਾਂ 'ਚ ਸਕੂਲਾਂ ਦੇ ਵਿੱਚ ਅਸੀਂ ਐਡਮਿਸ਼ਨ ਕਰਾਈਏ ਔਰ ਉਹਨੂੰ ਹਰ ਸੰਭਵ ਅਸੀਂ ਫੈਸਿਲੀਟੇਸ਼ਨ ਦਈਏ। ਤੇ ਦੇਖੋ ਤੁਸੀਂ ਪੰਜਾਬ ਦਾ ਨੌਜਵਾਨ ਕਿਸ ਤਰ੍ਹਾਂ ਪੁਲਿਸ ਦੇ ਟੈਸਟ ਕਲੀਅਰ ਕਰੇਗਾ, ਆਰਮੀ ਦੇ ਟੈਸਟ ਕਲੀਅਰ ਕਰੇਗਾ, ਔਰ ਪੰਜਾਬ ਦਾ ਨੌਜਵਾਨ ਪੈਨਸਲਾਂ ਵਰਗਾ ਜਿਹੜਾ ਹੁਣ ਉਹ ਕਿਸ ਤਰ੍ਹਾਂ ਛਾਤੀਆਂ ਚੌੜੀਆਂ ਕਰਕੇ ਤੁਰੇਗਾ। ਜੇ ਰੱਬ ਨੂੰ ਵੀ ਪਾਉਣਾ ਹੈ ਤੇ ਸਵਾਮੀ ਵਿਵੇਕਾਨੰਦ ਕਹਿੰਦਾ ਫੁੱਟਬਾਲ ਦੇ ਫੀਲਡ 'ਚ ਮਿਲੇਗਾ। ਮੈਂ ਤੁਹਾਨੂੰ ਇੱਕ, ਮੈਂ ਇਹਦੇ ਨਾਲ ਜੁੜਿਆ ਹੋਇਆ ਸਵਾਲ ਤੁਹਾਨੂੰ ਕਰਨਾ ਚਾਹ ਰਿਹਾ ਸੀਗਾ ਵੀ 10 ਪਿੰਡਾਂ ਦਾ ਕਲਸਟਰ ਬਣਾ ਕੇ ਉੱਥੇ ਇੱਕ ਵਧੀਆ ਜਿਹਾ ਹਸਪੀਟਲ, ਵਧੀਆ ਗਰਾਊਂਡ, ਵਧੀਆ ਇੱਕ ਸਕੂਲ, ਕੋਈ ਇਹੋ ਜਿਹਾ ਪਲਾਨ ਹੈ ਤੁਹਾਡਾ ਜਾਂ ਨਹੀਂ? ਭਾਈ ਪਲਾਨ ਤੇ ਤਾਂ ਹੋਊ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਜਾਂ ਤੇ ਮਾਫੀਆ ਰਾਜ ਰਹੂ ਤੇ ਜਾਂ ਫਿਰ ਆਹ ਕੁਛ ਹੋਊ। ਇਹ ਦਾਣੇ ਕੌਣ ਚੁੱਕ ਕੇ ਲੈ ਗਿਆ? ਮੈਂ ਕਿਹਾ ਦਾਣੇ ਸਾਰੇ ਹੀ ਚੁੱਕ ਕੇ ਲੈ ਗਿਆ, ਕੈਪਟਨ ਅਮਰਿੰਦਰ ਸਿੰਘ ਚੁੱਕ ਕੇ ਲੈ ਗਿਆ, ਬਾਦਲ ਚੁੱਕ ਕੇ ਲੈ ਗਿਆ, 5-5 ਹਜ਼ਾਰ ਦੇ ਫਾਰਮ ਬਣਾ ਲਏ। ਮੈਂ ਕਹਿੰਦਾ ਉਹ ਬਣਾ ਲੀਆਂ, ਕੀ ਕਹਿੰਦੇ ਨੇ ਉਹਨੂੰ, ਜਿਹੜੀਆਂ ਪਾਰਕਿੰਗ ਸਪੇਸਾਂ ਬਣਾ ਲੀਆਂ। ਹਾਲਾਂਕਿ ਇਹ ਵਿਦੇਸ਼ਾਂ 'ਚ ਜਿੱਥੇ ਮਾਲ ਮੱਤਾ ਬਣਾਇਆ ਉੱਥੇ ਜਾਣ ਜੋਗੇ ਨਹੀਂ ਗਏ, ਕੁੱਟ ਪਊ, ਲੇਕਿਨ ਖਾ ਗਏ, ਲੁੱਟ ਕੇ ਟਕਾ ਕੇ ਖਾ ਗਏ। 50,000 ਕਰੋੜ ਰੁਪਈਆ ਇੱਕ ਸਾਲ ਦਾ ਇਹ ਮਾਫੀਆ ਦੇ ਸਿਸਟਮ 'ਚ ਜਾਂਦਾ ਹੈ। ਇਹਨੂੰ ਪਹੁੰਚਾਉਣਾ ਕਿੰਨਾ ਔਖਾ ਹੈ, ਪਚਦਾ ਕਿਤੇ ਐਂ ਕਰਦੇ। ਤੁਸੀਂ ਮਾਫੀਆ ਰਾਜ ਬਾਰੇ ਹਮੇਸ਼ਾ ਗੱਲ ਕੀਤੀ ਹੈ, ਪਰ ਹੁਣ ਇਹ ਗੱਲ ਕਹੀ ਜਾਂਦੀ ਹੈ ਕਿ ਖਜ਼ਾਨਾ ਮੰਤਰੀ ਸਾਹਿਬ ਕੋਲੇ ਪਹਿਲਾਂ ਤਾਂ ਕਹਿੰਦੇ ਸੀ ਖਜ਼ਾਨਾ ਹੈ ਨਹੀਂਗਾ, ਤੇ ਹੁਣ ਜਦੋਂ 111 ਦਿਨ ਦੀ ਸਰਕਾਰ ਦਾ ਰਿਪੋਰਟ ਕਾਰਡ ਕੱਢਦੇ ਆ, ਸਿੱਧੂ ਸਾਹਿਬ ਦੇ ਪ੍ਰਧਾਨ ਬਣਨ ਤੋਂ ਬਾਅਦ ਦਾ ਰਿਪੋਰਟ ਕਾਰਡ ਕੱਢਦੇ ਆ, ਕਹਿੰਦੇ ਪੈਸੇ ਪਤਾ ਨਹੀਂ ਕਿੱਥੋਂ ਆ ਗਏ। ਦੇਖੋ ਇੱਕ ਗੱਲ ਨੂੰ ਬੜੀ ਸਿੰਪਲ, ਪੰਜਾਬ ਮਾਡਲ ਇਹ ਨਹੀਂ ਕਹਿੰਦਾ ਕਿ ਖਜ਼ਾਨਾ ਖਾਲੀ ਹੈ। ਖਜ਼ਾਨਾ ਖਾਲੀ ਤਾਂ ਸਾਰੇ ਹੀ ਕਹਿੰਦੇ ਆ। ਕੋਈ ਰੋਡ ਮੈਪ ਦਿੰਦਾ ਖਜ਼ਾਨਾ ਭਰਨ ਦਾ? ਮੈਂ ਉਹ ਰੋਡ ਮੈਪ ਦਿੰਦਾ ਖਜ਼ਾਨਾ ਭਰਨ ਦਾ, ਨੌਜਵਾਨ ਨੂੰ ਵਾਪਸ ਲਿਆਉਣ ਦਾ, ਔਰਤਾਂ ਦੀ ਐਮਪਾਵਰਮੈਂਟ ਦਾ, ਹਾਂਜੀ, ਹੋਰ ਤੇ ਹੋਰ ਐਨਵਾਇਰਮੈਂਟ ਦਾ, ਇਨਕਮ ਦਾ, ਅਰਬਨ ਇੰਪਲੋਇਮੈਂਟ ਦਾ। ਗ੍ਰੀਨ ਮੈਨੀਫੈਸਟੋ ਦੀ ਗੱਲ ਕਰਦੇ ਹੋ? ਬਿਲਕੁਲ ਕਰਦਾ। ਇਹ ਸਾਡੇ 13 ਪੁਆਇੰਟ ਏਜੰਡੇ ਦੇ ਵਿੱਚ, ਸਾਡੇ ਮੈਨੀਫੈਸਟੋ ਦੇ ਵਿੱਚ ਐਨਵਾਇਰਮੈਂਟ ਦਾ ਇੱਕ ਪੂਰਾ ਪੁਆਇੰਟ। ਸਿੱਧੂ ਸਾਹਿਬ ਦੀ ਹਾਈ ਕਮਾਂਡ ਮੰਨੋਗੀ ਮੈਨੀਫੈਸਟੋ ਦੇ ਮਾਮਲੇ 'ਚ? ਮੈਂ ਕਹਿੰਦਾ ਹਾਈ ਕਮਾਂਡ ਨੇ ਹੀ ਪ੍ਰਧਾਨ ਬਣਾਇਆ। ਇਹ ਕਿਸੇ ਮਹੱਲੇ ਦਾ ਪ੍ਰਧਾਨ ਥੋੜਾ ਨਾ ਬੋਲ ਰਿਹਾ, ਪੰਜਾਬ ਕਾਂਗਰਸ ਦਾ ਪ੍ਰਧਾਨ ਬੋਲ ਰਿਹਾ। ਤੇ ਜੇ ਪੰਜਾਬ ਕਾਂਗਰਸ ਦਾ ਪ੍ਰਧਾਨ ਬੋਲੇ ਤਾਂ ਕਾਂਗਰਸ ਬੋਲ ਰਹੀ ਹੈ। ਹੋਰ ਦੱਸੋ, ਤੁਹਾਡੇ ਪੁਆਇੰਟਸ ਐਡਰੈਸ ਹੋਣਗੇ ਉਸ ਮੈਨੀਫੈਸਟੋ ਵਿੱਚ? ਮੈਂ ਕਿਹਾ ਤੁਹਾਡੇ ਸਾਹਮਣੇ ਆਊ। ਜੇ ਮੈਨੀਫੈਸਟੋ ਹੋਏਗਾ ਤਾਂ ਸਿੱਧੂ ਹੋਏਗਾ, ਅਗਰ ਇਹ ਏਜੰਡਾ ਹੀ ਨਾ ਹੋਏਗਾ ਤੇ ਭਾਈ ਪੰਜਾਬ ਨੂੰ ਬਹਾਲ ਕਿਵੇਂ ਕਰਾਂਗੇ? ਇੱਕ ਤੁਸੀਂ ਮੈਡੀਕਲ ਟੂਰਿਜ਼ਮ ਦੀ ਗੱਲ ਕੀਤੀ ਹੈ ਸਿੱਧੂ ਸਾਹਿਬ, ਤੁਹਾਡੇ ਕੋਲ ਟੂਰਿਜ਼ਮ ਮਿਨਿਸਟਰੀ ਵੀ ਰਹੀ ਹੈ, ਉਹ ਤੁਸੀਂ ਇੱਕ ਕਲਚਰ ਪਾਲਿਸੀ ਵੀ ਲੈ ਕੇ ਆਏ ਸੀਗੇ। ਜਿਹੜੇ ਪੰਜਾਬ ਦੇ ਵਿੱਚ ਕਿਲੇ ਆ ਜੀ, ਉਹਨਾਂ ਦੇ ਵਿੱਚ ਬਹੁਤ ਇਤਿਹਾਸ ਪਿਆ ਹੋਇਆ। ਜੇ ਉਹ ਟੂਰਿਜ਼ਮ ਲਈ ਵਿਕਸਿਤ ਹੋਣ ਤੇ ਅਸੀਂ ਬਹੁਤ ਚੀਜ਼ਾਂ ਅੱਗੇ ਵਧਾ ਸਕਦੇ ਹਾਂ। ਉਸ ਬਾਰੇ ਕਦੇ ਪਲਾਨ ਆਊਟ ਹੋਇਆ? ਮੈਂ ਕਹਿੰਦਾ ਸਾਰਾ ਕੁਝ ਹੀ ਪਲਾਨ ਆਊਟ ਹੋਇਆ ਸੀ। ਹਾਂ, ਮੈਨੂੰ ਇਹਨਾਂ ਨੇ ਲੋਨ ਨਹੀਂ ਲੈਣ ਦਿੱਤਾ। ਮਹਾਰਾਜ, ਮੈਨੂੰ ਵਰਲਡ ਬੈਂਕ ਤੋਂ ਘੱਟ ਨਹੀਂ 2.5-3 ਹਜ਼ਾਰ ਕਰੋੜ ਰੁਪਏ ਦਾ ਲੋਨ 1% ਤੇ ਮਿਲ ਰਿਹਾ ਸੀ। ਜਦੋਂ ਇਸ ਬੰਦੇ ਨੂੰ ਇਹ ਪਤਾ ਲੱਗਦਾ ਨਾ ਵੀ ਮੈਂ ਕੋਈ ਚੀਜ਼ ਕਰ ਰਿਹਾ, ਇਹਨੇ ਉਹਦੇ 'ਚ ਡਿੰਗੇ ਹੀ ਲਾਏ। 5 ਪੁਲ ਬਣਾਉਣੇ ਸੀ, ਇਹ ਤੋਂ ਜਾ ਕੇ ਬਟਨ ਦਵਾਇਆ, ਇਹਨੇ ਸਾਰੇ ਰੋਕਤੇ। ਆਪਣੀ ਲਾਈਨ ਲਕੀਰ ਲੰਬੀ ਕਰੋ, ਦੂਜੇ ਦੀ ਕਿਉਂ ਮਟੇਨੇ ਹੋ?
ਅੰਮ੍ਰਿਤਸਰ ਦੇ ਲੋਕਾਂ ਦਾ ਵਿਕਾਸ ਰੋਕਿਆ, ਫਿਰ ਛੜੂ ਹੋ ਗਿਆ। ਰੁਕਦਾ ਥੋੜਾ ਨਾ, ਰੱਬ ਦੀ ਲਾਠੀ ਐਸੀ ਹੈ, ਇਹ ਕਹਿੰਦਾ ਸੀ ਮੈਂ ਦਰਵਾਜ਼ੇ ਬੰਦ ਕਰੂੰ, ਲੱਤਾਂ ਮਾਰ ਕੇ ਕੱਢਿਆ। ਕਿੱਥੇ ਹੈ? ਮੁੱਕ ਗਿਆ। ਸਿੱਧੂ ਸਾਹਿਬ ਦੀ ਲੜਾਈ ਕਦੋਂ ਮੁੱਕਣੀ ਹੈ? ਮੇਰੀ ਲੜਾਈ ਹੈ ਹੀ ਨਹੀਂ ਕੋਈ। ਮੇਰੀ ਲੜਾਈ ਆਪਣੇ ਨਾਲ ਹੀ ਹੈ, ਮੇਰਾ ਕੰਪੀਟੀਸ਼ਨ ਵੀ ਆਪਣੇ ਨਾਲ ਹੀ ਹੈ। ਮੇਰੀ ਕੋਈ ਲੜਾਈ ਨਹੀਂ ਹੈ। ਅਗਰ ਮੈਨੂੰ ਨਿਰਣੇ ਲੈਣ ਦੀ ਤਾਕਤ ਦੇਣਗੇ, ਮੈਂ ਪੰਜਾਬ ਨੂੰ ਬਦਲ ਦੂੰ, ਇਸ ਮਾਡਲ ਦੇ ਥਰੂ ਬਦਲ ਦੂੰ। ਅਗਰ ਮੈਨੂੰ ਟੀਮ ਦੇਣਗੇ ਜਿਹੜੀ ਮੇਰੇ ਨਾਲ ਤਲੇ, ਮੇਰੇ ਅੱਗੇ ਬੈਠੇ, ਮੇਰੇ ਉੱਤੇ ਬੈਠੇ, ਨਾ ਮੇਰੇ ਥੱਲੇ ਦੇ ਦੇਣ, ਜੋ ਹਾਈ ਕਮਾਂਡ ਸਮਝੇ, ਔਰ ਨਿਰਣੇ ਲੈਣ ਦੀ ਤਾਕਤ ਦੇਣਗੇ, ਤੇ ਪੰਜਾਬ ਬਦਲਿਆ ਜਾਏਗਾ। ਲੇਕਿਨ ਅਗਰ ਦਰਸ਼ਨੀ ਕੋ ਰੌਲਾ ਬਣਾਉਣਾ ਹੈ ਤੇ ਮੈਂ ਰਹਿਣ ਨੂੰ ਤਿਆਰ। ਸਿੱਧੂ ਸਾਹਿਬ ਕਦੇ ਵੀ ਕਾਂਗਰਸ ਛੱਡ ਸਕਦੇ ਆ? ਬਿਲਕੁਲ ਨਹੀਂ। ਕਾਂਗਰਸ ਆਖਰੀ ਦਮ ਤੱਕ, ਜਦ ਤੱਕ ਮੇਰੇ 'ਚ ਵਿਸ਼ਵਾਸ ਹੈ, ਨਵਜੋਤ ਸਿੱਧੂ, ਪ੍ਰਿਯੰਕਾ ਗਾਂਧੀ ਔਰ ਰਾਹੁਲ ਗਾਂਧੀ ਨੂੰ ਨਹੀਂ ਛੱਡੇ। ਅਰਵਿੰਦ ਕੇਜਰੀਵਾਲ ਨਾਲ ਕਦੇ ਗੱਲ ਚੱਲੀ ਸੀ? ਅਰਵਿੰਦ ਕੇਜਰੀਵਾਲ ਦੇ ਕੋਲ ਮੈਂ ਗਿਆ ਸੀ। ਪਹਿਲਾਂ ਇਹਨੇ 2 ਕਰਿੰਦੇ ਭੇਜੇ। ਉਹਨਾਂ ਦਾ ਨਾਂ ਸੀ ਦੁਰਗੇਸ਼ ਪਾਠਕ ਤੇ ਇੱਕ ਸੰਜੇ ਸਿੰਘ। ਮੈਂ ਕਿਹਾ ਮੈਂ ਨਹੀਂ ਮਿਲਣਾ। ਵਾਈਫ ਕਹਿੰਦੀ ਨਹੀਂ, ਮਿਲਣਾ ਹੀ ਪੈਣਾ। ਮੈਂ ਚਲੋ ਮਿਲ ਲੈਂਦੇ। ਅੰਦਰ ਆਏ, ਕਹਿੰਦੇ ਸਿੱਧੂ ਸਾਹਿਬ ਹਮ आपके लिए क्या कर सकते हैं? मैं कहा ਤੁਹਾਡੇ ਪੱਲੇ ਕੀ ਹੈ, ਤੁਸੀਂ ਮੇਰੇ ਲਈ ਕੀ ਕਰੋਗੇ? मैं राज्य सभा ਛੱਡ ਕੇ देन ਨੂੰ है राज्य सभा। अके नहीं सर, हम उनको बुलाएंगे, वही बात करेंगे। मैं बुला ली भाई। शाम को 3 घंटे बाद मैंने फ़ोन आ गया, कहना सर वो उनके पास कार वार बड़ी है, पता लग जाएगा, उनके पास ताम जाम है, बड़ा शोर मच जाएगा। मेरी सहेली है। मैं क्या ओए केजरीवाल भी शोर मच जूगा? मैं कहा मेरे घरे आ रहा, आवे जी सद के चाह पीवे जावे। अगे नहीं सर आप आओ। मैं चल मैं आ जाना। मैं सवेरे क्या कहना, मैं विपासना करने जा रहा हूँ। मैं कहा मेरा रोल बताइए सर, मुझे क्या करना है बताइए, हम बाद में बताएंगे। दोबारा फिर चले गए भाई। कहना सिद्धू साहब मैं 4 बार दा MP। कहना सिद्धू साहब आप 10 दिन के लिए कंपेन कर देना, हम आपकी घरवाली को MLA लड़ा देंगे और मंत्री बना देंगे। ਜਿਹੜਾ ਬੰਦਾ 4 ਵਾਰ ਦੇ ਜਿੱਤੇ ਹੋਏ MP ਨੂੰ MLA ਲੜਾ ਕੇ ਰਾਜੀ ਨਹੀਂ ਹੈ, ਉਹਦੇ ਮਨ ਦੀ ਸੁਰੱਖਿਆ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਤੁਹਾਡੇ ਤੋਂ ਖੌਫ ਸੀਗਾ? ਇਹ ਹੁਣ ਇਹ ਜਾਣਦਾ ਹੋਵੇ, ਮੈਂ ਦੱਸ ਕੀ ਕਰਾਂ। ਮੈਂ ਕਿਹਾ ਜੀ ਮੈਂ ਚੱਲਿਆ ਤੇ ਮੈਂ ਆਉਣਾ, ਕੋਈ ਗੱਲ। ਮੈਂ ਥੋੜਾ ਜਿਹਾ ਐਡ ਆਨ ਕਰ ਦਵਾਂ ਇਹ 'ਚ। ਜੋ ਤੁਸੀਂ ਇੱਕ ਵਾਰੀ ਬਿਮਾਰ ਹੋਏ ਸੀਗੇ ਜੀ, ਉਦੋਂ ਮੈਡਮ ਨਵਜੋਤ ਕੌਰ ਸਿੱਧੂ ਉੱਥੇ ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ ਚੀਫ ਗੈਸਟ ਗਏ ਸੀ ਤੁਹਾਡੀ ਜਗ੍ਹਾ ਤੇ, ਤੁਹਾਨੂੰ ਬੁਲਾਇਆ ਗਿਆ ਸੀ, ਤੁਸੀਂ ਬਿਮਾਰ ਸੀ, ਤੁਸੀਂ ਜਾ ਨਹੀਂ ਸਕੇ ਸੀ। ਉਦੋਂ ਗੱਲਬਾਤ ਕਿੱਥੇ ਖੜੀ ਸੀ? ਮੈਂ ਕਹਿੰਦਾ ਕਿਤੇ ਖੜੀ ਨਹੀਂ ਸੀ। ਮੈਂ ਇਸ ਤੋਂ ਬਾਅਦ ਜਦੋਂ ਮੈਂ ਦੇਖਿਆ, ਫਿਰ ਮੈਨੂੰ ਘੁੱਗੀ ਦਾ ਫੋਨ ਆਇਆ। ਉਹ ਕਹਿੰਦਾ ਇਹ ਮੁੱਖ ਮੰਤਰੀ ਬਣਨਾ ਚਾਹੁੰਦਾ, ਮਹਾਰਾਜ ਡਿਪਟੀ ਬਣ ਜਾਓ। ਮੈਂ ਕਿਹਾ ਹਾਂ ਡਿਪਟੀ ਬਣ ਜਾ, ਕਿਹਦਾ ਬਣ ਜਾ ਹੈ? ਮੈਂ ਕਿਹਾ ਇੱਥੇ ਬਰਾਤ ਤੁਤਰੂ ਕਰਦੀ ਖੜੀ ਹੈ ਇਹਦੇ ਦੀਵਾਰ ਦੇ ਮੂਹਰੇ। ਮੈਂ ਬਹੂ ਪਿੱਪਲ ਥੱਲੇ ਸੁੱਤੀ ਪਈ ਹੈ, ਘੋੜਾ ਸਾਹਮਣੇ ਖੜਾ ਹੈ, ਲਾੜਾ ਹੈ ਨਹੀਂ। ਤੇ ਮੈਂ ਕਿਹਾ ਮੈਂ ਕਿਹਦਾ ਵਿਸ਼ਵਾਸ ਕਰਾਂ? ਪ੍ਰਿਯੰਕਾ ਜੀ ਨੇ ਮੈਨੂੰ ਕਿਹਾ ਵੀ ਮੈਂ ਆ ਰਹੀ ਹਾਂ। ਮੈਂ ਕਿਹਾ ਨਹੀਂ ਕੋਈ ਗੱਲ ਨਹੀਂ। ਮੈਂ ਕਿਹਾ ਮੇਰਾ ਫਾਦਰ 40 ਸਾਲ ਕਾਂਗਰਸ ਦੀ ਸੇਵਾ ਕਰਦਾ ਰਿਹਾ, ਮੈਂ ਆਵਾਂਗਾ ਜੀ। ਮੈਂ ਉਹਨਾਂ ਨੂੰ 10 ਵਾਰ ਮਿਲਿਆ। ਇੱਥੇ ਮੈਂ 2 ਵਾਰ ਗਿਆ ਤੇ 18 ਖਬਰਾਂ ਲੱਗੀਆਂ। ਮੈਂ ਉਹਨਾਂ ਨੂੰ 2 ਵਾਰ ਮਿਲਿਆ, ਫਿਰ 6 ਵਾਰ ਰਾਹੁਲ ਜੀ ਨੂੰ ਮਿਲਿਆ, 60 ਵਾਰ ਮੈਂ ਪ੍ਰਸ਼ਾਂਤ ਕਿਸ਼ੋਰ ਨੂੰ ਮਿਲਿਆ, ਇੱਕ ਖਬਰ ਨਹੀਂ ਲੱਗੀ। ਖਾਨਦਾਨੀ ਲੋਕ ਦਾ ਖਾਨਦਾਨੀ ਲੋਕ ਨੇ, ਸਮਝੋ ਮੇਰੀ ਗੱਲ। ਉਹਨਾਂ ਨੂੰ ਮੈਂ ਜ਼ਬਾਨ ਦਿੱਤੀ ਵੀ ਐਂਡ ਤੱਕ ਰਹੂੰਗਾ। ਲੇਕਿਨ ਮੈਂ ਪੰਜਾਬ ਦਾ, ਮੈਂ ਦਿੱਲੀ ਦਾ ਫੇਸ ਨਹੀਂ ਬਣਨਾ, ਮੈਂ ਜਨਰਲ ਸੈਕਟਰੀ ਨਹੀਂ ਬਣਨਾ, ਮੈਂ CWC 'ਚ ਨਹੀਂ ਜਾਣਾ। ਮੈਂ ਸਿਰਫ ਪੰਜਾਬ ਦਾ ਹਾਂ। ਜੇ ਮੈਂ ਪੰਜਾਬ ਨੂੰ ਸੰਵਾਰ ਸਕੂੰ, ਨੀਹਾਂ ਚਿਣ ਦਿਓ, ਮੈਂ ਖੜ੍ਹਾ। ਜੇ ਮੈਂ ਪੰਜਾਬ ਦਾ ਨਾ ਹੋ ਸਕਿਆ, ਫਿਰ ਇਹ ਰਾਜਨੀਤੀ ਮੇਰੇ ਲਈ ਕੁਛ ਨਹੀਂ। ਨਵਜੋਤ ਸਿੱਧੂ ਨੂੰ ਸਾਰੇ ਸਵਾਲ ਕਰਦੇ ਆ CM ਫੇਸ ਹੋਣਾ ਚਾਹੀਦਾ। ਤੁਸੀਂ ਵੀ ਆਪਦੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੇ ਗਲਤੀ ਕੀਤੀ ਸੀਗੀ। ਹੁਣ ਮੈਂ CM ਫੇਸ ਵਾਲਾ ਸਵਾਲ ਨਹੀਂ ਕਰ ਰਿਹਾ ਤੁਹਾਨੂੰ, ਸਾਰਿਆਂ ਨੇ ਤੁਹਾਨੂੰ ਸਵਾਲ ਕਰ ਲਿਆ। ਉਹ ਨਵਜੋਤ ਸਿੰਘ ਸਿੱਧੂ CM ਬਣਨਾ ਚਾਹੁੰਦੇ ਆ? ਇੱਕ ਸਿੰਪਲ ਜੀ ਗੱਲ ਹੈ, ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲਈ ਨਿਰਣੇ ਲੈਣਾ ਚਾਹੁੰਦੇ ਆ। ਅਗਰ ਮੰਤਰੀ ਵੀ ਦਰਸ਼ਨੀ ਘੋੜੇ ਬਣਾ ਦਿੱਤੇ ਜਾਣਗੇ, ਮਿਨਿਸਟਰੀਆਂ ਗੁਲਾਮ ਬਣਾ ਦਿੱਤੀਆਂ ਜਾਣਗੀਆਂ, ਅਗਰ ਇੱਕ ਮੁੱਖ ਮੰਤਰੀ ਦੇ ਹੱਥ ਦੇ ਵਿੱਚ 12,000 ਪਿੰਡਾਂ ਦੀ ਤਾਕਤ ਹੋਏਗੀ ਔਰ ਪੰਚਾਇਤੀ ਰਾਜ ਖਤਮ ਕਰਕੇ ਪੰਚਾਇਤਾਂ ਦੀ ਤਾਕਤ ਇੱਕ ਕਮਰੇ 'ਚ ਤਾਕਤ ਬੰਦ ਕਰ ਦਿੱਤੀ ਜਾਊਗੀ, ਮਿਊਨਿਸਪੈਲਿਟੀਆਂ ਦੀ ਤਾਕਤ ਇੱਕ ਮੁੱਖ ਮੰਤਰੀ ਦੇ ਕੋਲ ਹੋਏਗੀ, ਅਫਸਰ MLA ਨੂੰ ਨਚਾਉਣਗੇ। ਲੋਕਾਂ ਨੇ ਅਫਸਰ ਨਹੀਂ ਬਣਾਏ ਸੀ, MLA ਬਣਾਏ ਸੀ, MP ਬਣਾਏ ਸੀ। ਅਗਰ ਕਾਨੂੰਨ ਬਾਹਰ ਦੀਆਂ ਕੰਪਨੀਆਂ ਬਣਾਉਣਗੀਆਂ ਤੇ ਅਗਰ ਪੈਸੇ ਠੇਕੇਦਾਰ ਕਮਾਉਣਗੇ ਔਰ ਪੰਜਾਬ ਦੇ ਲੋਕ ਨਹੀਂ ਕਮਾਉਣਗੇ, ਤੇ ਫਿਰ ਹਨੇਰ ਨਗਰੀ ਚੌਪਟ ਰਾਜਾ ਟਕੇ ਸਿਰ ਭਾਜੀ ਟਕੇ ਸਿਰ ਖਾਜਾ ਵਾਲੀ ਗੱਲ ਹੈ ਕਿ ਨਹੀਂ ਹੈ? ਇਹ ਸਿਸਟਮ ਬਦਲਿਆ ਜਾਣਾ ਚਾਹੀਦਾ ਹੈ ਕਿ ਨਹੀਂ ਚਾਹੀਦਾ? ਚਲੋ ਮੈਂ ਆਖਰੀ ਪੜਾਅ 'ਚ ਹਾਂ। ਸਿੱਧੂ ਸਾਹਿਬ, ਤੁਸੀਂ ਬਠਿੰਡੇ ਰੈਲੀ 'ਚ ਕਿਹਾ ਸੀਗਾ ਮੈਨੂੰ ਗ੍ਰਹਿ ਮੰਤਰਾਲਾ ਦਿਓ, ਮੈਂ ਦੱਸਦਾ ਕਿਵੇਂ ਮੈਂ ਅੰਦਰ ਕਰਦਾ ਇਹਨਾਂ ਨੂੰ। ਨਹੀਂ, ਮੈਂ ਇਹ ਕਿਹਾ ਸੀਗਾ ਕਿ 5 ਦਿਨਾਂ ਦੇ ਵਿੱਚ ਬੰਦਾ ਇੱਥੇ ਆਊਗਾ ਨਹੀਂ। ਠੀਕ ਹੈ, ਚਲੋ
ਤੁਸੀਂ ਉਸ ਤੋਂ ਬਾਅਦ ਕੈਬਨਿਟ ਮੰਤਰੀ ਰਹੇ ਹੋ, ਫਿਰ ਤੁਸੀਂ ਅਹੁਦਾ ਛੱਡਿਆ? ਨਹੀਂ ਉਸ ਤੋਂ ਬਾਹਰ ਨਹੀਂ, ਮੈਂ ਉਹ ਐਜ਼ ਲੋਕਲ ਸੈਲਫ ਗਵਰਨਮੈਂਟ ਮਿਨਿਸਟਰ ਕਿਹਾ ਸੀਗਾ, ਬਾਬੇ ਬਕਾਲੇ ਕਿਹਾ ਸੀ। ਠੀਕ ਹੈ, ਚਲੋ ਮੈਂ ਤੁਹਾਨੂੰ ਸਿੱਧੂ ਸਾਹਿਬ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਬਾਅਦ 'ਚ ਜਦੋਂ ਇਹਨਾਂ ਨੇ ਕਿਹਾ ਕਿ ਪਾਵਰ ਮਿਨਿਸਟਰੀ ਲੈ ਲਓ ਜੀ, ਤੁਸੀਂ ਮਨਾ ਕਰਤਾ ਕਿਉਂ? ਇਹਦੀ ਗੱਲ ਵੀ ਸੁਣ ਲਓ। ਇਹ ਮੈਨੂੰ ਜ਼ਲੀਲ ਕਰਨਾ ਚਾਹੁੰਦਾ ਸੀ ਕਿਉਂਕਿ ਮੈਂ ਗੁਰੂ ਦੇ ਇਨਸਾਫ ਬਾਰੇ ਇਹਨਾਂ ਨਾਲ ਗੱਲ ਕੀਤੀ ਔਰ ਪਬਲਿਕਲੀ ਗੱਲ ਕੀਤੀ ਵੀ ਤੁਸੀਂ ਜਾਣਬੁੱਝ ਕੇ ਨਹੀਂ ਕਰ ਰਹੇ, ਤੁਸੀਂ ਰਲੇ ਹੋਏ ਹੋ, ਤੁਹਾਡੀ 75-25 ਹੈ, ਉੱਥੇ 75-25 ਮੈਂ ਅਲਫਾਜ਼ ਕੀਤੇ। ਇਹਨੇ ਮੇਰਾ ਮਹਿਕਮਾ ਬਦਲਿਆ ਔਰ ਇਹਨੇ ਮੈਨੂੰ ਬਿਜਲੀ ਮਹਿਕਮਾ ਦਿੱਤਾ ਇਸ ਕਰਕੇ ਕਿ PSPCL ਜਿਹੜਾ PSRC ਹੈ ਉਹ ਬੋਰਡ 27 ਅਫਸਰ ਹੈ, ਉਹਦੇ 'ਚ IAS ਅਫਸਰ, ਉਹ ਡਾਇਰੈਕਟਲੀ ਜਵਾਬਦੇਹੀ ਹੈ ਚੀਫ ਮਿਨਿਸਟਰ ਨੂੰ, ਅਤੇ ਜਿਹੜਾ ਮੰਤਰੀ ਹੈ ਉਹ ਤਾਂ ਬਦਲੀ ਵੀ ਨਹੀਂ ਕਰ ਸਕਦਾ, ਉਹ ਤਾਂ ਸਾਈਨ ਵੀ ਨਹੀਂ ਕਰ ਸਕਦਾ। ਇਹ ਮੈਨੂੰ ਜਲੀਲ ਕਰਨ ਦੀ ਸਾਜ਼ਿਸ਼ ਸੀ। ਔਰ ਬਿਜਲੀ ਦੇ ਜਿੰਨੇ ਵੀ ਮੁਕੱਦਮੇ ਨੇ ਜੋ ਬਿਜਲੀ ਦੇ ਰੌਲੇ ਪੈਣੇ ਸੀ ਉਹ ਮੇਰੇ ਸਿਰ ਮੜਨ ਦੀ ਇੱਕ ਸਾਜ਼ਿਸ਼ ਸੀ। ਮੈਂ ਨਾ ਇਹਦੀਆਂ ਟੰਗਾਂ ਥੱਲੋਂ ਲੰਘਿਆ, ਨਾ ਮੈਂ ਉਹ ਬਿਜਲੀ ਮੰਤਰੀ ਬਣਿਆ, ਅਤੇ ਮੈਂ ਇਹਨੂੰ ਠੋਕਦਾ ਹੀ ਚਲਿਆ ਗਿਆ। ਔਰ ਜਦੋਂ ਬੇਅਦਬੀ ਦੀ ਗੱਲ ਆਈ ਔਰ ਕੇਸ ਹੋਇਆ ਅਤੇ ਮੈਂ ਬੁਰਜਵਾਰ ਸਿੰਘ ਜਾ ਕੇ ਠੋਕਿਆ ਇਹਨੂੰ ਹਰ ਥਾਂ 'ਤੇ। ਫਿਰ ਇਹ ਮੈਨੂੰ ਕਹਿੰਦਾ ਇਲੈਕਸ਼ਨ ਲੜ। ਮੈਂ ਕਿਹਾ ਇਹਦਾ ਕੀ ਸਵਾਲ ਹੈ, ਸਰੋਕਾਰ ਕੀ ਹੈ? ਫਿਰ 78 MLA ਨੇ ਖੜ੍ਹ ਕੇ ਇਹਨੂੰ ਲਾਇਆ। ਫਿਰ ਇਹਨੂੰ ਉੱਥੇ ਜਲੀਲ ਕੀਤਾ ਗਿਆ ਬੁਲਾ ਕੇ। ਉੱਥੇ ਪਾਰਟੀ ਨੇ 78 MLA ਦਿੱਲੀ ਬੁਲਾ ਕੇ ਕਮੇਟੀ ਬਣਾਈ, ਉਹ ਕਮੇਟੀ ਇਹਦੀ ਜਲਾਲਤ ਸੀ। ਫਿਰ ਇਹਨੂੰ ਲਾਇਆ ਗਿਆ। ਇਹਦੇ ਨਾਲ ਕਾਉਂਸਲਰ ਵੀ ਖੜ੍ਹਾ ਨਹੀਂ ਸੀ, ਇਹਦੀ ਘਰ ਵਾਲੀ ਵੀ ਖੜ੍ਹੀ ਨਹੀਂ ਸੀ। ਤਾਂ ਹੀ ਤਾਂ ਕਹਿੰਦਾ ਉਹ ਸਿੱਧੂ ਨੇ ਕਰਵਾਇਆ। ਕੋਈ ਸੋਚਦਾ ਸੀ ਵੀ ਇਹ ਹੋ ਜੂ? ਕੋਈ ਰਿਗਰੈਟ ਹੈ ਤੁਹਾਨੂੰ? ਕੋਈ ਰਿਗਰੈਟ ਨਹੀਂ। ਅਸੀਂ 78 ਕਾਂਗਰਸ ਦੇ MLA ਸੀ, ਇੱਕ BJP ਦਾ ਮੁੱਖ ਮੰਤਰੀ ਸੀ ਜਿਹਨੂੰ ਕਠਪੁਤਲੀ ਬਣਾ ਕੇ ਨਚਾਇਆ ਜਾਂਦਾ ਸੀ। ਤਾਥਾ ਥਈਆ, ਹੀ ਡਾਂਸ ਟੂ ਦੇਅਰ ਮਿਊਜ਼ਿਕ ਈਵਨ ਇਫ ਹੀ ਡਿਡਨਟ ਲਾਈਕ ਦ ਟਿਊਨ। ਇਹ ਜੈਕਰੰਡਾ ਟਰਸਟ ਤੋਂ ਬਚਣ ਲਈ, ਆਪਣੀ ਜਾਨ ਬਚਾਉਣ ਲਈ ਇਹ ਬੰਦਾ ਪੰਜਾਬ ਵੇਚਦਾ ਰਿਹਾ। ਜੇ ਸਿੱਧੂ ਸਾਹਿਬ ਨੂੰ ਮੈਂ ਇੱਕ ਆਖਰੀ ਸਵਾਲ ਕਰਾਂ, ਨਵਜੋਤ ਸਿੰਘ ਸਿੱਧੂ ਕਿਹੜੇ ਮੁਕਾਮ 'ਤੇ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਆ? ਮੈਂ ਕਦੇ ਇਹ ਹੰਕਾਰ ਲਿਆਂਦਾ ਹੀ ਨਹੀਂ। ਮੈਂ ਮਾਲਕ ਦੀ ਰਜ਼ਾ 'ਚ ਰਾਜ਼ੀ ਰਹਿਣਾ ਔਰ ਮੈਂ ਮਾਲਕ ਨੂੰ ਇੱਕੋ ਹੀ ਤਮੰਨਾ ਮੇਰੀ ਹੈ, ਮੈਂ ਇੱਕੋ ਹੀ ਅਰਦਾਸ ਕਰਦਾ ਕਿ ਹੇ ਮੇਰੇ ਰੱਬਾ, ਮੇਰੀ ਕੋਈ ਅਰਮਾਨ ਨਹੀਂ ਰਹਿ ਗਿਆ, ਪੰਜਾਬ ਦੇ ਕਲਿਆਣ 'ਚ ਮੇਰਾ ਕਲਿਆਣ ਨਿਹਿਤ ਕਰ, ਪੰਜਾਬ ਦਾ ਕਲਿਆਣ ਕਰ ਔਰ ਮੈਨੂੰ ਉਸ ਕਲਿਆਣ ਦਾ ਜ਼ਰੀਆ ਬਣਾ, ਆਪਣੀ ਗੁੱਡਵਿਲ ਦਾ ਜ਼ਰੀਆ ਬਣਾ। ਇਸ ਤੋਂ ਵਧੀਆ ਅਰਦਾਸ ਮੈਨੂੰ ਨਹੀਂ ਲੱਗਦਾ ਰੱਬ ਮੈਨੂੰ ਸੋਝੀ ਦੇ ਕੇ ਕਰਵਾ ਸਕਦਾ। ਸਾਰੇ ਲੋਕ ਤੁਹਾਨੂੰ ਦੇਖਦੇ ਪਏ, ਕਿਸੇ ਤੋਂ ਮਾਫੀ ਮੰਗਣਾ ਚਾਹੁੰਦੇ ਹੋ ਕਿਸੇ ਗੱਲ ਦੀ? ਮੈਂ ਕਹਿੰਦਾ ਮੈਂ ਛੋਟੇ ਤੋਂ ਛੋਟੇ ਬੰਦੇ ਤੋਂ ਵੀ ਮਾਫੀ ਮੰਗ ਸਕਦਾ। ਕਈ ਵਾਰ ਕਿਸੇ ਦੇ ਠੇਸ ਪਹੁੰਚ ਜਾਂਦੀ ਹੈ। ਮੈਂ ਗੁੱਗਾ ਪੀਰ ਸਾਹਿਬ, ਉਹਨਾਂ ਬਾਰੇ ਕਦੇ ਕੋਈ ਗੱਲ ਨਹੀਂ ਕੀਤੀ। ਮੈਂ ਉਹ ਸੱਪਾਂ ਬਾਰੇ ਗੱਲ ਕੀਤੀ ਸੀ। ਇੱਕ ਦਿਨ ਬੰਦੇ ਖੜੇ ਹੋ ਗਏ, ਮੈਂ ਕਿਹਾ ਭਾਈ ਜੇ ਤੁਹਾਡੇ ਦਿਲ ਨੂੰ ਠੇਸ ਪਹੁੰਚੀ ਹੈ ਮੈਂ ਹੱਥ ਬੰਨ੍ਹ ਕੇ ਮਾਫੀ ਮੰਗਦਾ, ਲੇਕਿਨ ਮੈਂ ਰਾਜਿਆਂ ਮਹਾਰਾਜਿਆਂ ਤੋਂ, ਪ੍ਰਧਾਨ ਮੰਤਰੀਆਂ ਤੋਂ ਕਦੇ ਮਾਫੀ ਨਹੀਂ ਮੰਗੀ, ਕਿਉਂਕਿ ਮੈਨੂੰ ਪਤਾ ਹੈ ਕਿ ਭਾਈ ਇਹਨਾਂ ਲੋਕਾਂ ਦੇ ਵਿੱਚ ਰੱਬ ਵਸਦਾ ਹੈ। ਮੈਂ ਉਸ ਪਰਮਾਤਮਾ ਦਾ ਸੇਵਕ ਹਾਂ ਜਿਹਨੂੰ ਅਗਿਆਨੀ ਲੋਕ ਮਨੁੱਖ ਕਹਿੰਦੇ ਆ। ਮੈਂ ਉਸੇ ਪਰਮਾਤਮਾ ਦਾ ਸੇਵਕ ਹਾਂ ਅਤੇ ਮੇਰੇ 'ਚ ਹੰਕਾਰ ਨਹੀਂ ਹੋਣਾ ਚਾਹੀਦਾ। ਛੋਟੇ ਤੋਂ ਛੋਟੇ ਬੰਦੇ ਦੇ ਅੱਗੇ ਵੀ ਕਈ ਵਾਰ ਮੈਂ ਮਾਫੀ ਮੰਗ ਲੈਂਦਾ। ਜੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਚੀਫ ਮਿਨਿਸਟਰ ਬਣਾਤਾ, ਨਵਜੋਤ ਸਿੰਘ ਸਿੱਧੂ ਬਾਰੇ ਕਦੇ ਪੰਜਾਬ ਨੂੰ ਅਫਸੋਸ ਤਾਂ ਨਹੀਂ ਹੋਊਗਾ? ਮੈਂ ਕਿਹਾ ਨਾ ਕਿ ਮੈਂ ਕਦੇ ਵੀ ਹਾਈਪੋਥੈਟੀਕਲ ਕੁਐਸਚਨਾਂ ਦੇ ਆਨਸਰ ਨਹੀਂ ਦਿੰਦਾ। ਮੈਂ ਤਾਂ ਹੀ ਅਖੀਰ ਤੇ ਪੁੱਛਿਆ। ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣਾ, ਪੰਜਾਬ ਦੇ ਲੋਕਾਂ ਨੇ ਅਗਰ ਕੋਈ ਵੀ ਓਪਰਚੁਨਿਟੀ ਦਿੱਤੀ ਮੈਨੂੰ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਦਲਣ ਦੀ, ਇਸ ਸਿਸਟਮ ਨੂੰ ਬਦਲਣ ਲਈ, ਮੈਂ ਕਹਿੰਦਾ ਮੈਂ ਆਪਣੇ ਆਪ ਨੂੰ ਇਸ ਤੋਂ ਵੱਡਾ ਵਡਭਾਗੀ ਸਮਝੂੰਗਾ ਹੀ ਨਹੀਂ। ਮੇਰੀ ਹਰ ਤਮੰਨਾ ਰੱਬ ਨੇ ਬਹੁਤ ਸੌਖੇ ਤਰੀਕੇ ਕੀਤੀ, ਲੇਕਿਨ ਜਿਹੜੀ ਇਹ ਤਮੰਨਾ ਹੈ ਨਾ ਪੰਜਾਬ ਨੂੰ ਆਪਣੀ ਪ੍ਰਿਸਟੀਨ ਗਲੋਰੀ 'ਤੇ ਦੇਖਣ ਦੀ ਤਮੰਨਾ, ਇਹ ਮੈਨੂੰ ਲੱਗਦਾ ਰੱਬ ਜਿੱਡੀ ਵੱਡੀ ਅਗਨੀ ਪ੍ਰੀਖਿਆ ਲੈ ਰਿਹਾ ਉੱਡਾ ਹੀ ਰਿਵਾਰਡ ਦੇਵੇਗਾ। ਚਲੋ, ਇੱਕ ਨਾ 9 ਬਾਲ ਤੋਂ ਬਾਅਦ ਫ੍ਰੀ ਹਿੱਟ ਮਿਲਦੀ ਹੁੰਦੀ ਹੈ ਜੀ, ਅਤੇ ਸਿੱਧੂ ਸਾਹਿਬ ਮੈਂ ਫ੍ਰੀ ਹਿੱਟ ਦਿੰਦਾ ਨਹੀਂ ਵੈਸੇ ਜਦੋਂ ਮੈਂ ਇੰਟਰਵਿਊ ਕਰਦਾ, ਅਤੇ ਅੱਜ ਤੁਹਾਨੂੰ ਮੈਂ ਫ੍ਰੀ ਹਿੱਟ ਦੇ ਰਿਹਾ, ਜੋ ਤੁਹਾਡਾ ਦਿਲ ਕਰਦਾ ਕਹਿ ਸਕਦੇ ਹੋ। ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਅਗਰ ਪੰਜਾਬ ਨੂੰ ਸਵਾਰਨਾ ਹੈ, ਮ੍ਰਿਤ ਅਤੀਤ ਨੂੰ ਦਫਨਾਉਣਾ ਪੈਣਾ, ਅਨੰਤ ਭਵਿੱਖ ਤੁਹਾਡੇ ਸਾਹਮਣੇ ਖੜ੍ਹਾ ਪੰਜਾਬੀਓ। ਸਮਰਨ ਰਹੇ ਤੁਹਾਡਾ ਹਰ ਸ਼ਬਦ, ਤੁਹਾਡਾ ਹਰ ਵਿਚਾਰ, ਤੁਹਾਡਾ ਹਰ ਕਰਮ ਤੁਹਾਡੇ ਭਵਿੱਖ ਦਾ ਨਿਰਮਾਣ ਕਰ ਰਿਹਾ। ਇਸ ਕਰਕੇ ਆਪਣੀ ਵੋਟ ਐਤਕੀ ਪੰਜਾਬ ਨੂੰ ਪਾਉਣਾ, ਗੈਰ ਸਿਆਸੀ ਕੋਈ ਨਾ ਹੋਵੇ, ਜ਼ਮੀਰ ਐਤਕੀ ਕੋਈ ਨਾ ਵੇਚੇ, ਕਿਉਂਕਿ ਜੇ ਐਤਕੀ ਵੋਟ ਸਹੀ ਨਾ ਪਈ ਤਾਂ ਪੰਜਾਬ ਰਹਿਣ ਜੋਗਾ ਨਹੀਂ ਰਹਿਣਾ। ਅਤੇ ਐਤਕੀ ਅਗਰ ਤੁਹਾਡੀ ਵੋਟ ਸਹੀ ਪਈ ਔਰ ਇੱਕ ਇਮਾਨਦਾਰ ਬੰਦਾ ਉੱਤੇ ਆ ਗਿਆ ਜਿਹਨੂੰ ਤੁਸੀਂ ਸਮਝਦੇ ਹੋ ਠੀਕ ਹੈ,
ਤੇ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਪੰਜਾਬ ਦੀ ਤਸਵੀਰ ਔਰ ਤਕਦੀਰ 2 ਸਾਲਾਂ ਦੇ ਵਿੱਚ ਬਦਲ ਜਾਏਗੀ ਔਰ ਬੇਹਾਲ ਪੰਜਾਬ ਖੁਸ਼ਹਾਲੀ ਦੀ ਰਾਹ ਤੇ ਤੁਰੇ। ਬਹੁਤ ਧੰਨਵਾਦ ਨਵਜੋਤ ਸਿੰਘ ਸਿੱਧੂ ਤੁਹਾਡਾ, ਬਹੁਤ ਧੰਨਵਾਦ। ਇਹ ਸਨ ਨਵਜੋਤ ਸਿੰਘ ਸਿੱਧੂ। ਮੈਨੂੰ ਲੱਗਦਾ ਇਸ ਤੋਂ ਅੱਗੇ ਮੈਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈਗੀ। ਜੋ ਸਿੱਧੂ ਸਾਹਿਬ ਬੋਲਦੇ ਆ, ਕਹਿੰਦੇ ਅੱਗੋਂ ਕਿਸੇ ਨੂੰ ਬੋਲਣ ਨਹੀਂ ਦਿੰਦੇ, ਪਰ ਸਿੱਧੂ ਸਾਹਿਬ ਨੇ ਅੱਜ ਸਵਾਲ ਵੀ ਲਏ ਆ, ਉਹਨਾਂ ਦੇ ਜਵਾਬ ਵੀ ਦਿੱਤੇ ਆ। ਮੈਂ ਇਲਜ਼ਾਮ ਤਰਾਸ਼ੀਆਂ ਵਾਲਾ ਇੰਟਰਵਿਊ ਨਹੀਂ ਕਰਨਾ ਚਾਹੁੰਦਾ ਸੀਗਾ ਤੇ ਨਾ ਮੈਂ ਕੀਤਾ ਹੈ। ਪੰਜਾਬ ਦੀ ਤਸਵੀਰ ਜੇ ਬਦਲਣੀ ਚਾਹੀਦੀ ਹੈ, ਮੈਂ ਨਹੀਂ ਕਹਿੰਦਾ ਨਵਜੋਤ ਸਿੰਘ ਸਿੱਧੂ ਨੂੰ ਵੋਟ ਦਿਓ, ਮੈਂ ਕਹਿੰਦਾ ਪੰਜਾਬ ਆਪਦੇ ਹੱਕ ਦੀ ਸਹੀ ਵਰਤੋਂ ਕਰੂਗਾ ਤਾਂ ਲਾਂਘੇ ਹੋਰ ਬਥੇਰੇ ਖੁੱਲ ਜਾਣਗੇ। ਬਹੁਤ ਧੰਨਵਾਦ।